हाँ जी, सत श्री अकाल जी। स्वागत है तुहाडा मास्टर क्लासेस पटियाला के इस प्लेटफॉर्म के उत्ते। सो अज असी इंग्लिश जिहड़ी है जो कि PS 2 दे विच आई सी उहनूं डिस्कस करन जा रहे हैं। सो मैं पल्लवी ते एक बार फिर तुहाडे कोल एक वीडियो लैके हाज़र हाँ जिहदे विच अज असी डिस्कस करन जा रहे हैं साडे टीचिंग कोर्स दे अंडर साडी जिहड़ी नैक्सट वीडियो आ सो दैट कि असी इंग्लिश दे विच PS 2 दे विच किस तरह के सवाल आए सीगे उन्हां बारे डिस्कस कर सकीए ते किस तरीके दे नाल असी इस चीज़ नूं इंश्योर कर सकीए कि असी अपनी तैयारी नूं टारगेट किवें करना है। सो बहुता समा खराब नहीं करांगे, असी डायरैक्टली अपनी जिहड़ा सवाल है उन्हां दे उत्ते आवांगे। तां साडे कोल सैट बी दे विच 61 तो लैके 90 तक दे जिहड़े सवाल आए होए सीगे वो इंग्लिश दे आए सीगे, जिहदे विचों 61 तो लैके 68 तक दे जिहड़े सवाल ने वो एक पैराग्राफ की फॉर्म दे मतलब पैराग्राफ बेस्ड आए हुए नेगे। सो जिवें कि मैं ऑलरेडी पंजाबी और इंग्लिश पेपर 1 ਦੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੇ ਵਿੱਚ ਡਿਸਕਸ ਕਰ ਹੀ ਚੁੱਕੀ ਹਾਂ ਕਿ ਜਦੋਂ ਅਸੀਂ ਗੱਲ ਕਰਦੇ ਇੱਕ ਪੈਰਾਗ੍ਰਾਫ ਦੀ ਤਾਂ ਇਹਨੂੰ ਸੋਲਵ ਕਰਨਾ ਕੋਈ ਬਹੁਤੀ ਔਖੀ ਗੱਲ ਨਹੀਂ ਹੁੰਦੀ, ਤੁਸੀਂ ਇਹਨੂੰ ਸੋਲਵ ਬੜੇ ਆਰਾਮ ਨਾਲ ਕਰ ਲੈਂਦੇ ਹੋ। ਇੱਥੋਂ ਤੱਕ ਕਿ ਇਹਦੇ ਵਿੱਚੋਂ ਆਏ ਜਿਹੜੇ ਸਿਨੋਨਿਮਸ ਜਾਂ ਐਂਟੋਨਿਮਸ ਵੀ ਹੁੰਦੇ ਨੇ, ਅਗਰ ਕਿਸੇ ਨੂੰ ਨਹੀਂ ਆਉਂਦੇ ਤਾਂ ਅਗਰ ਉਹਨੂੰ ਪੈਰਾਗ੍ਰਾਫ ਦੇ ਵਿੱਚ ਉਸ ਵਰਡ ਨੂੰ ਕਿਵੇਂ ਯੂਜ਼ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਮਿਲ ਗਈ, ਉਹ ਬੜੇ ਆਰਾਮ ਨਾਲ ਆਨਸਰ फाइंड आउट कर लूगा। प्रॉब्लम ये आती है कि ये चीज़ां जड़ियां ने टाइम कंज्यूमिंग होंदियां ने। सो इत्थे टाइम मैनेजमेंट की सारी खेड आ जाती है। जो गल करते हैं असीं पैराग्राफ की तो टाइम मैनेजमेंट किस तरीके नाल कीती जा सकती है, मैं पहला भी इस चीज़ में एक्सप्लेन किया है कि या तो तुसीं फास्ट रीडर लर्नर हो, फास्ट रीडर हो, दैन तो फिर तुसीं इसनूं 1-1.5 मिनट का टाइम ला के रीड करके डायरैक्टली अपने जिहड़े 7-8 सवाल ने उन्हां नूं जिहड़ा आ सॉल्व करो। या अगर तुहानूं लगदा है कि तुसीं रीड करन दी कोशिश कर रहे हो पर रीडिंग दे विच तुहाडे 3-4 मिनट खराब हो रहे ने, फिर तुसीं कीवर्ड वाली जिहड़ी अप्रोच है ਉਹਨੂੰ यूज़ करो। सो कीवर्ड वाली अप्रोच ਦੇ ਵਿੱਚ ਕੀ ਹੁੰਦਾ ਕਿ ਅਸੀਂ ਕੁਐਸਚਨ ਨੂੰ ਪੜ੍ਹਦੇ ਹਾਂ, ਕੁਐਸਚਨ ਦੇ ਵਿੱਚ ਦਿੱਤੇ ਹੋਏ ਆਪਸ਼ਨਸ ਨੂੰ ਪੜ੍ਹਦੇ ਹਾਂ ਤੇ ਸੇਮ ਉਹਨਾਂ ਵਿੱਚੋਂ ਜਿਹੜੇ ਇੰਪੋਰਟੈਂਟ ਵਰਡਸ ਹੁੰਦੇ ਨੇ ਉਹਨਾਂ ਨੂੰ ਅਸੀਂ ਪੈਰਾਗ੍ਰਾਫ ਦੇ ਵਿੱਚ ਲੱਭਦੇ ਹਾਂ। ਜਿੱਥੇ ਤੁਹਾਨੂੰ ਤੁਹਾਡਾ ਕੀਵਰਡ ਮਿਲ ਗਿਆ ਕੁਐਸਚਨ ਦਾ ਉਹਦੇ ਨਾਲ ਹੀ ਤੁਹਾਡਾ ਕੋਈ ਨਾ ਕੋਈ ਆਨਸਰ ਜਿਹੜਾ ਉਹਦਾ ਡੈਫੀਨੇਟਲੀ ਤੁਹਾਨੂੰ ਇੱਕ ਲਾਈਨ ਪਿੱਛੇ ਜਾਂ ਸੇਮ ਲਾਈਨ ਦੇ ਵਿੱਚ ਆਨਸਰ ਜਿਹੜਾ ਉਹ ਤੁਹਾਨੂੰ ਮਿਲ ਜੂਗਾ। ਸੋ ਪ੍ਰੋਸੀਡ ਕਰਦੇ ਹਾਂ ਜੀ। ਸਾਡੇ ਕੋਲ ਸਭ ਤੋਂ ਪਹਿਲਾਂ ਇੱਕ ਪੈਰਾਗ੍ਰਾਫ ਦਿੱਤਾ ਹੋਇਆ, ਸੋ ਵੀਡੀਓ ਨੂੰ ਪੌਜ਼ ਕਰਕੇ ਅਸੀਂ ਇਸ ਪੈਰਾਗ੍ਰਾਫ ਨੂੰ ਪੜ੍ਹ ਲੈਣਾ ਆ। ਹੁਣ ਤੁਸੀਂ ਆਪ ਦੇਖੋ ਕਿ ਪੈਰਾਗ੍ਰਾਫ ਜਿਹੜਾ ਆ ਉਹ ਕਿੰਨਾ ਜ਼ਿਆਦਾ ਵੱਡਾ ਦਿੱਤਾ, ਕਿੰਨਾ ਜ਼ਿਆਦਾ ਲੈਂਥੀ ਦਿੱਤਾ ਹੋਇਆ। ਤੁਸੀਂ ਆਪ ਸੋਚ ਕੇ ਦੇਖੋ ਕਿ ਇੰਨੇ ਵੱਡੇ ਪੈਰਾਗ੍ਰਾਫ ਨੂੰ ਜੇ ਤੁਸੀਂ ਪੜ੍ਹਨ ਬੈਠ ਜਾਂਦੇ ਹੋ ਤਾਂ ਤੁਹਾਡੇ ਪੇਪਰ ਦੇ ਵਿੱਚ ਕਿੰਨੇ ਟਾਈਮ ਜਿਹੜਾ ਆ ਉਹ ਖਰਾਬ ਕਰ ਦਿੰਦਾ ਆ ਇਸ ਤਰ੍ਹਾਂ ਦਾ ਪੈਰਾਗ੍ਰਾਫ। ਸੋ ਮੇਕ ਸ਼ੋਰ ਕਿ ਅਗਰ ਤੁਹਾਡੇ ਕੋਲ ਪੈਰਾਗ੍ਰਾਫ ਵੱਡਾ ਆ ਜਾਂਦਾ ਤਾਂ ਅਪਰੋਚ ਫਿਰ ਸਾਡੀ ਕੀਵਰਡ ਵਾਲੀ ਜਿਹੜੀ ਅਪਰੋਚ ਹੈ ਉਹ ਸਾਨੂੰ ਯੂਜ਼ ਕਰਨੀ ਚਾਹੀਦੀ ਆ। ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਮਰੀ ਦੇ ਦਿੰਨੀ ਆ ਕਿ ਪੈਰਾਗ੍ਰਾਫ ਦੇ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਆ। ਤਾਂ ਪੈਰਾਗ੍ਰਾਫ ਦੇ ਵਿੱਚ ਇੱਕ ਮੈਰੀ ਨਾਮ ਦੀ ਕੁੜੀ ਹੈ ਜਿਹੜੀ ਕਿ ਬਚਪਨ ਤੋਂ ਆਪਣੇ ਗ੍ਰੈਂਡਮਦਰ ਦੇ ਨਾਲ ਆਊਟਡੋਰ ਦੇ ਵਿੱਚ ਬੜਾ ਸੋਹਣਾ ਟਾਈਮ ਸਪੈਂਡ ਕਰਦੀ ਹੈ। ਜਦੋਂ ਗ੍ਰੈਂਡਮਦਰ ਬਜ਼ੁਰਗ ਹੁੰਦੇ ਨੇ ਤਾਂ ਬਿਮਾਰ ਪੈ ਜਾਂਦੇ ਨੇ। ਜਿਹੜੀ ਮੈਰੀ ਆ ਉਹ ਵੱਡੀ ਹੋ ਚੁੱਕੀ ਆ ਔਰ ਹਸਪੀਟਲ ਦੇ ਵਿੱਚ ਉਹਦੇ ਜਦੋਂ ਗ੍ਰੈਂਡਮਦਰ ਹੁੰਦੇ ਨੇ ਤਾਂ ਮੈਰੀ ਅਕਸਰ ਉਹਨਾਂ ਨੂੰ ਮਿਲਣ ਜਾਂਦੀ ਆ। ਤਾਂ ਰਸਤੇ ਦੇ ਵਿੱਚ ਉਹ ਕੁਝ ਫੁੱਲ ਜਿਹੜੇ ਨੇ ਉਹਨਾਂ ਨੂੰ ਤੋੜ ਕੇ ਲੈ ਕੇ ਜਾਂਦੀ ਹੈ ਤੇ ਉਹ ਦੇਖਦੀ ਹੈ ਕਿ ਵੈਸੇ ਉਹਦੇ ਗ੍ਰੈਂਡਮਦਰ ਕੋਈ ਬਹੁਤਾ ਰਿਸਪੌਂਡ ਨਹੀਂ ਕਰਦੇ ਹੁੰਦੇ ਬਿਮਾਰੀ ਕਰਕੇ, ਲੇਕਿਨ ਜਿਸ ਦਿਨ ਉਹ ਫਲਾਰ ਲੈ ਕੇ ਜਾਂਦੀ ਹੈ ਤੇ ਉਹ ਫਲਾਰਸ ਨੂੰ ਦੇਖ ਕੇ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਚਮਕ ਆ ਜਾਂਦੀ ਹੈ ਤੇ ਉਹ ਮੈਰੀ ਦੇ ਨਾਲ ਇੰਟਰੈਕਟ ਵੀ ਕਰਦੇ ਨੇ। ਤਾਂ ਇਸ ਚੀਜ਼ ਤੋਂ ਖੁਸ਼ ਹੋ ਕੇ ਮੈਰੀ ਦਾ ਇੱਕ ਰਿਚੁਅਲ ਬਣਾ ਲੈਂਦੀ ਹੈ, ਯਾਨੀ ਕਿ ਇੱਕ ਧਰਮ ਹੀ ਮੰਨ ਲੈਂਦੀ ਹੈ ਜਿਹਦੇ ਵਿੱਚ ਉਹ ਡੇਲੀ ਬੇਸਿਸ ਦੇ ਉੱਤੇ ਆਪਣੇ ਗ੍ਰੈਂਡਮਦਰ ਦੇ ਲਈ ਫਲਾਰ ਲੈ ਕੇ ਜਾਂਦੀ ਹੈ। ਫਲਾਰਸ ਨੂੰ ਦੇਖ ਕੇ ਗ੍ਰੈਂਡਮਦਰ ਖੁਸ਼ ਹੁੰਦੇ ਨੇ ਤੇ ਇੰਟਰੈਕਟ ਕਰਦੇ ਨੇ ਆਪਣੀ ਗ੍ਰੈਂਡ ਡਾਟਰ ਦੇ ਨਾਲ। ਔਰ ਇੱਕ ਦਿਨ ਕੀ ਹੁੰਦਾ ਕਿ ਮੈਰੀ ਨੂੰ ਕਾਲ ਆਉਂਦੀ ਹੈ ਹਸਪੀਟਲ ਤੋਂ ਕਿ ਉਹਦੇ ਗ੍ਰੈਂਡਮਦਰ ਦੀ ਜਿਹੜੀ ਤਬੀਅਤ ਹੈ ਉਹ ਹੋਰ ਵੀ ਜ਼ਿਆਦਾ ਖਰਾਬ ਹੋ ਚੁੱਕੀ ਹੈ, ਹੋਰ ਵੀ ਜ਼ਿਆਦਾ ਵਿਗੜ ਚੁੱਕੀ ਹੈ। ਸੋ ਇਸ ਕਰਕੇ ਮੈਰੀ ਪਹਿਲਾਂ ਤਾਂ ਕਾਹਲੀ ਦੇ ਵਿੱਚ ਜਾਂਦੀ ਹੈ ਬਟ ਫਿਰ ਵੀ ਉਹ ਰਸਤੇ ਦੇ ਵਿੱਚ ਰੁਕ ਕੇ ਫਲਾਰ ਲੈ ਕੇ ਜਾਂਦੀ ਹੈ। ਤੇ ਜਦੋਂ ਫਲਾਰ ਲੈ ਕੇ ਜਾਂਦੀ ਹੈ ਤਾਂ ਉਹ ਦੇਖਦੀ ਹੈ ਕਿ ਗ੍ਰੈਂਡਮਦਰ ਜਿਹੜੇ ਨੇ ਕੁਝ ਬੋਲ ਤਾਂ ਨਹੀਂ ਪਾਉਂਦੇ ਬਟ ਫਲਾਰਸ ਨੂੰ ਦੇਖ ਕੇ ਮੈਰੀ ਦਾ ਹੱਥ ਫੜ ਲੈਂਦੇ ਨੇ ਤੇ ਇਹ ਉਹਨਾਂ ਦੀ ਆਖਰੀ ਕਨਵਰਸੇਸ਼ਨ ਹੁੰਦੀ ਹੈ। ਸੋ ਇਸ ਤਰੀਕੇ ਦੇ ਨਾਲ ਮੈਂ ਇੱਕ ਸਮਰੀ ਜਿਹੜੀ ਉਹ ਤੁਹਾਡੇ ਸਾਹਮਣੇ ਐਕਸਪਲੇਨ ਕਰਤੀ ਹੈ ਤਾਂ ਕਿ ਅਸੀਂ ਪੇਪਰ ਜਿਹੜੇ ਕੁਐਸਚਨ ਨੇ ਉਹਨਾਂ ਤੋਂ ਡਿਸਕਨੈਕਟਡ ਜਾਂ ਨਾ ਫੀਲ ਕਰੀਏ। ਸੋ ਪਹਿਲਾ ਸਵਾਲ ਸਾਡੇ ਕੋਲ as used in paragraph 1 which is the best antonym for deteriorate। deteriorate basically ਇੱਕ ਆਮ ਤੌਰ ਤੇ ਵਰਤਿਆ ਜਾਣ ਵਾਲਾ ਸ਼ਬਦ ਹੈ ਜਦੋਂ ਅਸੀਂ ਕਹਿੰਦੇ ਆ ਕਿ ਹਾਲਾਤ ਵਿਗੜ ਗਏ ਮਤਲਬ ਪਹਿਲਾਂ ਨਾਲੋਂ ਕੋਈ ਸਿਚੁਏਸ਼ਨ ਜਿਹੜੀ ਉਹ ਵਿਗੜ ਰਹੀ ਹੈ ਤਾਂ ਇਹਦੇ ਵਾਸਤੇ ਅਸੀਂ ਇਹ ਵਰਡ ਯੂਜ਼ ਕਰਦੇ ਆ। ਸੋ ਸਾਡੇ ਕੋਲ ਕਿਉਂਕਿ ਇਹਦਾ ਐਂਟੋਨਮ ਪੁੱਛਿਆ ਔਰ ਐਂਟੋਨਮ ਹੁੰਦਾ ਐਗਜ਼ੈਕਟਲੀ ਉਹਦਾ ਕੁਝ ਆਪੋਜ਼ਿਟ, ਤਾਂ ਸਾਡੇ ਕੋਲ ਆਪਸ਼ਨ ਜਿਹੜੇ ਦਿੱਤੇ ਹੋਏ ਨੇ ਜਿਹਦੇ ਵਿੱਚ ਇੰਪਰੂਵ, ਇਨਕਰੀਜ਼, ਐਡਜਸਟ ਐਂਡ ਕਲਾਈਮ ਜਿਹੜਾ ਵਰਡ ਆ ਦਿੱਤਾ ਹੋਇਆ ਤਾਂ ਇਹਦੇ ਵਿੱਚ ਜਿਹੜਾ ਸਭ ਤੋਂ ਸਹੀ ਆਪਸ਼ਨ ਤੁਹਾਡੇ ਕੋਲ ਹੋ ਜਾਂਦੀ ਹੈ ਉਹ ਹੋ ਜਾਂਦੀ ਹੈ ਇੰਪਰੂਵ।
क्योंकि ਉਹਦੇ ਜਿਹੜੇ ਗ੍ਰੈਂਡਮਦਰ ਸੀ ਉਹਨਾਂ ਦੀ ਲਗਾਤਾਰ ਤਬੀਅਤ ਖਰਾਬ ਹੋ ਰਹੀ ਸੀ, ਉਹਦੇ ਵਾਸਤੇ ਇਹ ਵਰਡ ਯੂਜ਼ ਕੀਤਾ ਗਿਆ ਤੇ ਇਸ ਵਰਡ ਦਾ ਜਿਹੜਾ ਐਗਜ਼ੈਕਟ ਆਪੋਜ਼ਿਟ ਹੈ ਉਹ ਸਾਡੇ ਕੋਲ ਇੰਪਰੂਵ ਹੋ ਜਾਂਦਾ ਹੈ। ਨੈਕਸਟ ਮੇਰੇ ਕੋਲ ਪੁੱਛਿਆ ਗਿਆ ਆ ਕਿ ਐਜ਼ ਯੂਜ਼ਡ ਇਨ ਪੈਰਾਗ੍ਰਾਫ 2 ਦ ਵਰਡ ਕੈਪਟੀਵੇਟਡ ਮੋਸਟ ਨੀਅਰਲੀ ਮੀਨਸ। ਤਾਂ ਕੈਪਟੀਵੇਟਡ ਦਾ ਕੀ ਮਤਲਬ ਹੁੰਦਾ? ਕੈਪਟੀਵੇਟਡ ਬੇਸਿਕਲੀ ਅਸੀਂ ਕਹਿੰਦੇ ਆ ਕਿ ਕੋਈ ਇਹੋ ਜਿਹੀ ਚੀਜ਼ ਆ ਜਿਹੜੀ ਮੈਨੂੰ ਐਕਸਾਈਟ ਕਰਦੀ ਹੈ ਤੇ ਜਿਹਦੀ ਮੈਨੂੰ ਆਦਤ ਪੈ ਚੁੱਕੀ ਹੋਵੇ। ਕੋਈ ਵੀ ਅਜਿਹੀ ਚੀਜ਼ ਜੋ ਤੁਹਾਨੂੰ ਖੁਸ਼ ਕਰਦੀ ਹੋਵੇ, ਜਿਹਦੀ ਤੁਹਾਨੂੰ ਆਦਤ ਪੈ ਚੁੱਕੀ ਹੋਵੇ, ਜਿਹੜਾ ਤੁਸੀਂ ਡੇਲੀ ਬੇਸਿਸ ਤੇ ਕਰਨਾ ਪਸੰਦ ਕਰੋ, ਤਾਂ ਉਹਦੇ ਵਾਸਤੇ ਅਸੀਂ ਕੈਪਟੀਵੇਟਡ ਵਰਡ ਜਿਹੜਾ ਆ ਉਹ ਯੂਜ਼ ਕਰਦੇ ਆ। ਸੋ ਇਹਦਾ ਨੀਅਰਲੀ ਮਤਲਬ ਮੋਸਟ ਨੀਅਰ ਵਰਡ ਪੁੱਛਿਆ ਹੋਇਆ ਤਾਂ ਐਨਰਜਾਈਜ਼ਡ ਨਹੀਂ ਹੋ ਸਕਦਾ, ਫੈਸੀਨੇਟਡ। ਇਹਦਾ ਸਹੀ ਆਪਸ਼ਨ ਜਿਹੜਾ ਆ ਉਹ ਫੈਸੀਨੇਟਡ ਹੋ ਜਾਂਦਾ ਹੈ, ਕਿਉਂਕਿ ਫੈਸੀਨੇਟਡ ਦਾ ਮੀਨਿੰਗ ਵੀ ਤਕਰੀਬਨ ਇਹੀ ਆ ਕਿ ਅਜਿਹੀ ਚੀਜ਼, ਇਹ ਅਜਿਹਾ ਕੰਮ ਜਿਹਨੂੰ ਕਰਨ ਦੇ ਨਾਲ ਸਾਨੂੰ ਖੁਸ਼ੀ ਮਿਲਦੀ ਹੋਵੇ, ਅਸੀਂ ਐਕਸਾਈਟਡ ਹੁੰਦੇ ਹੋਈਏ ਤੇ ਡੇਲੀ ਬੇਸਿਸ ਤੇ ਅਸੀਂ ਉਸ ਕੰਮ ਨੂੰ ਕਰਨਾ ਪਸੰਦ ਕਰੀਏ। ਸੋ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਆਨਸਰ ਜਿਹੜੇ ਨੇ ਉਹਨਾਂ ਨੂੰ ਫਾਈਂਡ ਆਊਟ ਕਰ ਲੈਂਦੇ ਆ ਪੈਰਾਗ੍ਰਾਫ ਦੇ ਵਿੱਚੋਂ। ਦੈਨ ਮੇਰੇ ਕੋਲ ਜਿਹੜਾ ਥਰਡ ਕੁਐਸਚਨ ਆਂਦਾ ਆ 63rd ਕੁਐਸਚਨ, ਜਿਹਦੇ ਵਿੱਚ ਪੁੱਛਿਆ ਹੋਇਆ which best describes what the act of stopping for flowers on the side of the highway became for Mary। so Mary daily basis ਦੇ ਉੱਤੇ ਆਪਣੀ ਕਾਰ ਰੋਕਦੀ ਸੀ, ਫਲਾਵਰਸ ਨੂੰ ਤੋੜਦੀ ਸੀ ਤੇ ਆਪਣੀ ਗ੍ਰੈਂਡਮਦਰ ਲਈ ਲੈ ਕੇ ਜਾਂਦੀ ਸੀ। ਇਹ ਜਿਹੜੀ ਆਦਤ ਹੈ ਇਹ ਉਹਦੇ ਲਈ ਕੀ ਬਣ ਚੁੱਕੀ ਸੀ? ਇਹ ਬੇਸਿਕਲੀ ਐਕਟ ਜਿਹੜਾ ਕਿਸ ਤਰ੍ਹਾਂ ਦਾ ਐਕਟ ਹੈ? ਅ ਕਰਸ, ਅ ਰਿਗਰੈਟ, ਅ ਰਿਚੁਅਲ ਔਰ ਅ ਬॉदर। ਜੇ ਮੈਂ ਗੱਲ ਕਰਾਂ ਅ ਕਰਸ, ਰਿਗਰੈਟ ਜਾਂ ਬॉदर, ਇਹਨਾਂ ਨੂੰ ਜੇ ਮੈਂ ਇਕੱਠਾ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਇੱਕ ਥੋਪੀ ਹੋਈ ਜ਼ਿੰਮੇਵਾਰੀ ਜਾਂ ਕੋਈ ਅਜਿਹਾ ਕੰਮ ਜਿਹੜਾ ਸਾਨੂੰ ਤੰਗ ਕਰਦਾ ਹੋਵੇ, ਇਹਨਾਂ ਵਾਸਤੇ ਅਸੀਂ ਇਹ ਵਰਡ ਯੂਜ਼ ਕਰ ਲੈਂਦੇ ਆ। ਬਟ ਜਿਹੜਾ ਮੇਰੇ ਕੋਲ ਆਪਸ਼ਨ ਦਿੱਤਾ ਹੋਇਆ ਰਿਚੁਅਲ, ਇਹ ਮੈਂ ਤੁਹਾਨੂੰ ਐਕਸਪਲੇਨੇਸ਼ਨ ਦੇ ਦੌਰਾਨ ਵੀ ਸਮਝਾਇਆ ਸੀ ਕਿ ਰਿਚੁਅਲ ਇੱਕ ਤਰ੍ਹਾਂ ਦਾ ਉਹ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਇੱਕ ਧਰਮ ਦੀ ਤਰ੍ਹਾਂ ਨਿਭਾਉਂਦੇ ਆ। ਰਿਚੁਅਲ ਜੋ ਅਸੀਂ ਡੇਲੀ ਬੇਸਿਸ ਤੇ ਕਰਦੇ ਆ, ਜਿਵੇਂ ਇੱਕ ਪਰਸਨ ਉੱਠ ਰਿਹਾ ਆ, ਉੱਠ ਕੇ ਉਹ ਡੇਲੀ ਬੇਸਿਸ ਤੇ ਮਾਰਨਿੰਗ ਵਾਕ ਤੇ ਜਾ ਰਿਹਾ ਆ ਜਾਂ ਮੰਦਿਰ ਗੁਰਦੁਆਰੇ ਜਾ ਰਿਹਾ, ਤਾਂ ਉਹਦਾ ਰਿਚੁਅਲ ਹੈ। ਸੋ ਮੈਰੀ ਲਈ ਵੀ ਸਾਈਡਾਂ ਤੋਂ, ਹਾਈਵੇ ਦੇ ਸਾਈਡ ਤੋਂ ਫਲਾਵਰਸ ਨੂੰ ਤੋੜ ਕੇ ਲੈ ਕੇ ਜਾਣਾ ਉਹਦੇ ਲਈ ਇੱਕ ਰਿਚੁਅਲ ਹੋ ਚੁੱਕਿਆ ਸੀਗਾ। ਅਗਲੇ ਸਵਾਲ ਵੱਲ ਚੱਲਦੇ ਆ। ਤਾਂ ਐਜ਼ ਯੂਜ਼ਡ ਇਨ ਪੈਰਾਗ੍ਰਾਫ 5 ਵਿਚ ਇਜ਼ ਦੀ ਬੈਸਟ ਐਂਟੋਨਮ ਫॉर ਲਿਊਸਿਡ। ਸੋ ਲਿਊਸਿਡ, ਚਲੋ ਵੈਸੇ ਤਾਂ ਮੈਂ ਤੁਹਾਨੂੰ ਡਾਇਰੈਕਟਲੀ ਲਿਊਸਿਡ ਦਾ ਜਿਹੜਾ ਮੀਨਿੰਗ ਹੈ ਉਹ ਵੀ ਕਲੀਅਰ ਕਰ ਦਿੰਦੀ ਆ ਕਿ ਲਿਊਸਿਡ ਦਾ ਮਤਲਬ ਹੁੰਦਾ ਜਦੋਂ ਕੋਈ ਪਰਸਨ ਬੜਾ ਕਲੀਅਰਲੀ ਸੋਚ ਪਾਉਂਦਾ ਹੈ, ਜਦੋਂ ਕੋਈ ਪਰਸਨ ਕਿਸੇ ਪੁਆਇੰਟ ਨੂੰ ਲੈ ਕੇ, ਕਿਸੇ ਗੱਲ ਨੂੰ ਲੈ ਕੇ ਬੜਾ ਕਲੀਅਰ ਹੁੰਦਾ ਆ, ਕਿਸੇ ਤਰ੍ਹਾਂ ਦੀ ਉਹਦੇ ਮਾਈਂਡ ਦੇ ਵਿੱਚ ਕੋਈ ਸ਼ੰਕਾ ਨਹੀਂ ਹੁੰਦੀ। ਸੋ ਉਹਦੇ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਲਿਊਸਿਡ। ਤੇ ਜੇ ਮੈਂ ਗੱਲ ਕਰਾਂ ਕਿ ਮੈਂ ਹੁਣ ਇੱਥੇ ਉਸ ਬੱਚੇ ਨੂੰ, ਉਸ ਸਟੂਡੈਂਟ ਨੂੰ ਇੱਕ ਵਾਰੀ ਦੁਬਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਕਿ ਮੰਨ ਲਓ ਮੈਨੂੰ ਲਿਊਸਿਡ ਦਾ ਮੀਨਿੰਗ ਨਹੀਂ ਪਤਾ ਸੀ, ਤਾਂ ਫਿਰ ਮੈਂ ਕਿਸ ਤਰੀਕੇ ਨਾਲ ਕਰਦੀ? ਮੈਂ ਡਾਇਰੈਕਟਲੀ ਪੈਰਾਗ੍ਰਾਫ 5 ਦੇ ਵਿੱਚ ਜਾਂਦੀ। ਸੋ ਡਾਇਰੈਕਟਲੀ ਮੈਂ ਪੈਰਾਗ੍ਰਾਫ 5 ਦੇ ਵਿੱਚ ਜਾਂਦੀ ਤਾਂ ਮੈਨੂੰ ਕਾਊਂਟ ਕਰਨਾ ਪਏਗਾ ਇੱਕ ਵਾਰ। ਸੋ ਪੈਰਾਗ੍ਰਾਫ 1 2 3 4 ਐਂਡ ਮੇਰੇ ਕੋਲ ਪੈਰਾਗ੍ਰਾਫ ਜਿਹੜਾ ਆ 5 ਆ ਜਾਂਦਾ ਤੇ 5 ਪੈਰਾਗ੍ਰਾਫ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਆਪਣੇ ਕੋਲ ਦਿੱਤਾ ਹੋਇਆ for a moment her grandmother seemed more lucid than usual। ਸੋ ਇਹਦੇ ਵਿੱਚ ਕੀ ਆ ਕਿ ਲਿਊਸਿਡ ਜਿਹੜਾ ਵਰਡ ਹੈ, ਲਿਊਸਿਡ ਜਿਹੜਾ ਵਰਡ ਹੈ ਉਹ ਯੂਜ਼ ਕੀਤਾ ਗਿਆ ਹੈ। ਤਾਂ ਇਹਦੇ ਵਿੱਚ ਕੀ ਲਾਈਨ ਦਿੱਤੀ ਹੈ ਕਿ ਕੁਝ ਸਮੇਂ ਲਈ ਇਹ ਲੱਗਿਆ ਕਿ ਜਿਹੜੇ ਉਹਦੇ ਗ੍ਰੈਂਡਮਦਰ ਨੇ ਉਹ ਯੂਜੂਅਲ ਨਾਲੋਂ, ਡੇਲੀ ਨਾਲੋਂ ਅੱਜ ਜ਼ਿਆਦਾ ਲਿਊਸਿਡ ਸੀਗੇ। ਲਿਊਸਿਡ ਦਾ ਮਤਲਬ ਅੱਜ ਜ਼ਿਆਦਾ ਕਲੀਅਰਲੀ ਸੋਚ ਪਾ ਰਹੇ ਸੀ, ਦੇਖ ਪਾ ਰਹੇ ਸੀ, ਜ਼ਿਆਦਾ ਕਲੀਅਰਲੀ ਇੰਟਰੈਕਟ ਕਰ ਪਾ ਰਹੇ ਸੀਗੇ। ਸੋ ਇੱਥੋਂ ਲਿਊਸਿਡ ਦਾ ਮਤਲਬ ਜਿਹੜਾ ਹੈ ਕਲੀਅਰ ਹੋ ਜਾਂਦਾ ਹੈ। ਸੋ ਅੱਗੇ ਚੱਲਦੇ ਆ। ਸੋ ਲਿਊਸਿਡ ਦਾ ਜਿਹੜਾ ਸਾਨੂੰ ਮੀਨਿੰਗ ਪੁੱਛਿਆ ਹੋਇਆ ਸੀਗਾ, ਤਾਂ ਲਿਊਸਿਡ ਦਾ ਇਹਨਾਂ ਨੇ ਪੁੱਛਿਆ ਹੋਇਆ ਐਂਟੋਨਮ। ਸੋ ਆਪੋਜ਼ਿਟ ਪੁੱਛਿਆ ਹੋਇਆ ਤਾਂ ਕਨਫਿਊਜ਼ਡ ਜਿਹੜਾ ਆ ਉਹ ਇਹਦਾ ਸਹੀ ਆਪਸ਼ਨ ਹੋ ਜਾਂਦਾ, ਕਿਉਂਕਿ ਲਿਊਸਿਡ ਦਾ ਮਤਲਬ ਹੁੰਦਾ ਹੈ ਕਲੀਅਰਲੀ ਸੋਚਣਾ। ਦੈਨ ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਆ। ਸੋ ਨੈਕਸਟ ਜਿਹੜਾ ਕੁਐਸਚਨ ਹੈ ਉਹ ਆ ਜਾਂਦਾ ਹੈ 65th ਕੁਐਸਚਨ, ਜਿਹਦੇ ਵਿੱਚ ਪੁੱਛਿਆ ਹੋਇਆ ਹੈ what do the flowers come to signify for Mary। ਸੋ ਮੈਰੀ ਵਾਸਤੇ ਜਿਹੜੇ ਫਲਾਵਰਸ ਨੇ ਉਹ ਕਿਸ ਚੀਜ਼ ਨੂੰ ਸਿਗਨੀਫਾਈ ਕਰ ਰਹੇ ਨੇ, ਕਿਸ ਚੀਜ਼ ਨੂੰ ਦਰਸਾ ਰਹੇ ਨੇ? ਆਪਸ਼ਨਸ ਰੀਡ ਕਰਦੇ ਆ। the natural beauty of the United States highway system, ਬਿਲਕੁਲ ਵੀ ਨਹੀਂ। an opportunity to compose herself before visiting her grandmother, ਇਸ ਆਪਸ਼ਨ ਬਾਰੇ ਸੋਚਿਆ ਜਾ ਸਕਦਾ। ਬਟ ਨੈਕਸਟ ਕੁਐਸਚਨ ਨੂੰ ਰੀਡ ਕਰਦੇ ਆ। a final chance to connect with her grandmother। ਸੋ ਮੈਨੂੰ ਅਗਲੇ ਆਪਸ਼ਨ ਤੇ ਤਾਂ ਜਾਣ ਦੀ ਜ਼ਰੂਰਤ ਵੀ ਨਹੀਂ ਮਹਿਸੂਸ ਹੋ ਰਹੀ, ਕਿਉਂਕਿ ਮੇਰੇ ਕੋਲ ਜੋ ਮੈਂ ਪੈਰਾਗ੍ਰਾਫ ਦੇ ਵਿੱਚ ਰੀਡ ਕੀਤਾ ਉਹਦੇ ਬੇਸਿਸ ਤੇ ਇਹ ਵਾਲੀ ਇਨਫੋਰਮੇਸ਼ਨ ਆਪਣੇ ਆਪ ਦੇ ਵਿੱਚ ਬਿਲਕੁਲ ਸਹੀ ਹੋ ਜਾਂਦੀ ਹੈ, ਕਿਉਂਕਿ ਜਿਹੜੇ ਮੈਰੀ ਦੇ ਗ੍ਰੈਂਡਮਦਰ ਸੀਗੇ ਉਹ ਇੰਟਰੈਕਟ ਹੀ ਉਹਦੇ ਨਾਲ ਉਦੋਂ ਕਰ ਪਾਉਂਦੇ ਸੀ ਜਦੋਂ ਫਲਾਰ ਲੈ ਕੇ ਆਉਂਦੀ ਸੀ। ਉਹਨਾਂ ਦੇ ਕੋਲ ਪਏ ਇੱਕ ਵੇਸ ਦੇ ਵਿੱਚ
ਫਲਾਰ ਰੱਖ ਦਿੰਦੀ ਸੀ ਤੇ ਉਹਨਾਂ ਫਲਾਰਸ ਨੂੰ ਦੇਖ ਕੇ ਉਹ ਥੋੜਾ ਖੁਸ਼ ਹੋ ਜਾਂਦੇ ਸੀ ਤੇ ਮੈਰੀ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਇਹੀ ਇੱਕ ਜ਼ਰੀਆ ਆ ਜਿਸ ਜ਼ਰੀਏ ਤਹਿਤ ਉਹ ਆਪਣੇ ਗ੍ਰੈਂਡ ਮਦਰ ਦੇ ਨਾਲ ਇੰਟਰੈਕਟ ਕਰ ਪਾ ਰਹੀ ਆ। तो सी ऑप्शन बिल्कुल सही हो जाता है। नेक्स्ट मेरे को जो सवाल है वो है कि इट वाज अ चिली मॉर्निंग इन द लेट अक्टूबर व्हेन मैरी गॉट द कॉल। द वर्ड चिली इन द सेंटेंस हैज बीन यूज्ड एज अ नाउन, अ वर्ब, एडजेक्टिव और एडवर्ब। सो ਇਹਦਾ ਮਤਲਬ ਮੇਰੇ ਕੋਲ ਸਿੱਧਾ ਹੀ ਗ੍ਰਾਮਰ ਦਾ ਜਿਹੜਾ ਸਵਾਲ ਹੈ ਉਸ ਪੈਰਾਗ੍ਰਾਫ ਤੋਂ ਪੁੱਛਿਆ ਜਾਂਦਾ ਹੈ ਤਾਂ ਗ੍ਰਾਮਰ ਦੀ ਬੇਸਿਕ ਨੌਲੇਜ ਹੋਣੀ ਜਿਹੜੀ ਆ ਬਹੁਤ ਜ਼ਰੂਰੀ ਹੈ। ਸੋ ਇੱਥੇ ਦੇਖੋ ਪਹਿਲਾਂ ਅਸੀਂ ਸੈਂਟੈਂਸ ਨੂੰ ਧਿਆਨ ਨਾਲ ਪੜਾਂਗੇ। ਸੈਂਟੈਂਸ ਦੇ ਵਿੱਚ ਮੈਨੂੰ ਬੜਾ ਕਲੀਅਰਲੀ ਦਿਖ ਰਿਹਾ ਕਿ ਮੇਰੇ ਕੋਲ ਜਿਹੜਾ ਮਾਰਨਿੰਗ ਹੈ, ਜਿਹੜਾ ਮਾਰਨਿੰਗ ਵਰਡ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਨਾउन ਹੋ ਜਾਂਦਾ ਹੈ। ਮਾਰਨਿੰਗ ਆਪਣੇ ਆਪ ਦੇ ਵਿੱਚ ਇੱਕ ਨਾउन ਹੋ ਜਾਂਦਾ ਹੈ ਤੇ ਮਾਰਨਿੰਗ ਦੇ ਅੱਗੇ ਲੱਗਿਆ ਜਿਹੜਾ ਵਰਡ ਹੈ ਫਿਰ ਮੈਂ ਇਹਨੂੰ ਕੀ ਕਹੂੰਗੀ। ਸੋ ਸਾਡੇ ਜਦੋਂ ਅਸੀਂ ਗ੍ਰਾਮਰ ਪੜ੍ਹਦੇ ਹਾਂ ਤਾਂ ਗ੍ਰਾਮਰ ਦੇ ਵਿੱਚ ਇੱਕ ਆਉਂਦੇ ਨੇ ਸਾਡੇ ਕੋਲ ਐਡਜੈਕਟਿਵਸ। ਤਾਂ ਐਡਜੈਕਟਿਵਸ ਬੇਸਿਕਲੀ ਕੀ ਹੁੰਦੇ ਨੇ, ਅਗਰ ਤੁਹਾਡੇ ਨਾउन ਜਾਂ ਪ੍ਰੋਨਾउन ਨੂੰ ਡਿਸਕ੍ਰਾਈਬ ਕਰਨ ਲਈ ਫਰਦਰ ਉਹਨੂੰ ਥੋੜੀ ਜੀ ਡਿਸਕ੍ਰਿਪਸ਼ਨ ਐਡ ਆਨ ਕਰਨ ਲਈ ਤੁਸੀਂ ਕਿਸੇ ਵਰਡ ਨੂੰ ਯੂਜ਼ ਕਰਦੇ ਹੋ ਤਾਂ ਉਹ ਵਾਲੇ ਜਿਹੜੇ ਵਰਡਸ ਹੁੰਦੇ ਨੇ ਉਹਨਾਂ ਨੂੰ ਅਸੀਂ ਐਡਜੈਕਟਿਵਸ ਕਹਿ ਦਿੰਦੇ ਆ। ਸੋ ਬੇਸਿਕਲੀ ਇਹਦੇ ਵਿੱਚ ਜਿਹੜਾ ਚਿਲੀ ਹੈ ਉਹ ਆਪਣੇ ਆਪ ਦੇ ਵਿੱਚ ਕੀ ਹੋ ਜਾਂਦਾ ਹੈ, ਇੱਕ ਐਡਜੈਕਟਿਵ ਹੋ ਜਾਂਦਾ ਹੈ। ਹਾਲਾਂਕਿ ਅਸੀਂ ਇੰਗਲਿਸ਼ ਗ੍ਰਾਮਰ ਜਿਹੜੀ ਹੈ ਉਹਨੂੰ ਬਿਲਕੁਲ ਸਕ੍ਰੈਚ ਤੋਂ ਲੈ ਕੇ ਬਿਲਕੁਲ ਐਡਵਾਂਸ ਲੈਵਲ ਤੱਕ ਲੈ ਕੇ ਚੱਲਾਂਗੇ ਸੋ ਦੈਟ ਕਿ ਸਾਡੀ ਜਿਹੜੀ ਗ੍ਰਾਮਰ ਹੈ ਉਹ ਬਹੁਤ ਪੁਖਤੇ ਤਰੀਕੇ ਦੇ ਨਾਲ ਤਿਆਰ ਹੋ ਜਾਵੇ। ਬਟ ਇੱਥੇ ਮੈਂ ਥੋੜੀ ਡਿਸਕ੍ਰਿਪਸ਼ਨ ਇਸ ਕਰਕੇ ਦੇ ਰਹੀ ਹਾਂ ਤਾਂ ਕਿ ਸਾਨੂੰ ਨਾਲ ਨਾਲ ਥੋੜਾ ਬਹੁਤ ਆਈਡੀਆ ਹੁੰਦਾ ਜਾਵੇ। ਠੀਕ ਹੈ, ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਹਾਂ। ਤਾਂ ਨੈਕਸਟ ਜਿਹੜਾ ਸਵਾਲ ਹੈ ਉਹ ਆ ਜਾਂਦਾ ਹੈ 67th ਕੁਐਸਚਨ ਜਿਸ ਵਿੱਚ ਮੈਥੋਂ ਪੁੱਛਿਆ ਹੋਇਆ each time Mary placed the flower in the pitcher, pitcher basically एक vase like structure हुंदी है, her grandmother's eye would light up and they would have a splendid conversation. The word light up in the sentence has been used as। so देखो light up ਜਿਹੜਾ ਸ਼ਬਦ ਹੈ, light up ਜਿਹੜਾ ਸ਼ਬਦ ਹੈ ਸਾਡੇ ਕੋਲ ਕੀ ਹੈ, ਇਹ ਇੱਕ ਤਰ੍ਹਾਂ ਦਾ verb ਹੈ ਬਟ ਕਿਸ ਤਰ੍ਹਾਂ ਦਾ verb ਹੈ। ਸੋ ਸੈਂਟੈਂਸ ਦੇ ਵਿੱਚ ਆਈ ਹੋਈ ਜਿਹੜੀ ਕਿਰਿਆ ਹੁੰਦੀ ਹੈ ਉਹਨੂੰ ਅਸੀਂ ਵਰਬ ਦਾ ਨਾਮ ਦੇ ਦਿੰਦੇ ਹਾਂ ਤੇ ਵਰਬ ਦੀਆਂ ਅੱਗੇ ਬਹੁਤ ਸਾਰੀਆਂ ਕੈਟਾਗਰੀਜ਼ ਹੁੰਦੀਆਂ ਨੇ। ਵਰਬ ਦੀ ਕਲਾਸੀਫਿਕੇਸ਼ਨ ਦੇ ਉੱਤੇ ਇੱਕ ਪੂਰਾ ਦਾ ਪੂਰਾ ਅਲੱਗ ਤੋਂ ਇੱਕ ਚੈਪਟਰ ਹੈ ਸਾਡੇ ਕੋਲ। ਲੇਕਿਨ ਹੁਣ ਇੱਥੇ ਜੇ ਮੈਂ ਗੱਲ ਕਰਾਂ ਤਾਂ ਮੇਰੇ ਕੋਲ ਜਿਹੜੇ ਆਪਸ਼ਨ ਦਿੱਤੇ ਹੋਏ ਨੇ ਮੈਂ ਉਹਨਾਂ ਆਪਸ਼ਨਸ ਨੂੰ ਥੋੜਾ ਡਿਸਕ੍ਰਾਈਬ ਕਰੂੰਗੀ ਤਾਂ ਕਿ ਅਸੀਂ ਆਨਸਰ ਵੱਲ ਪਹੁੰਚ ਸਕੀਏ। ਤਾਂ ਮੇਰੇ ਕੋਲ ਸਭ ਤੋਂ ਪਹਿਲਾਂ ਦਿੱਤੇ ਹੋਏ ਨੇ ਮੋਡਲ ਵਰਬਸ। ਕਈ ਵਾਰ ਕੀ ਹੁੰਦਾ ਅਸੀਂ ਕੁਝ ਵਰਡ ਯੂਜ਼ ਕਰਦੇ ਆ ਕਿਸੇ ਦੀ ਐਬਿਲਿਟੀ ਨੂੰ ਦਰਸਾਉਣ ਲਈ ਜਾਂ ਕਿਸੇ ਨੂੰ ਸਲਾਹ ਦੇਣ ਵਾਸਤੇ ਅਸੀਂ ਕੁਝ ਵਰਡਸ ਯੂਜ਼ ਕਰ ਲੈਂਦੇ ਆ ਜਿਵੇਂ ਕੈਨ ਹੋ ਗਿਆ, ਕੁਡ ਹੋ ਗਿਆ, ਸ਼ੁੱਡ ਹੋ ਗਿਆ। ਇਸ ਤਰ੍ਹਾਂ ਦੇ ਜਿਹੜੇ ਵਰਡਸ ਹੁੰਦੇ ਨੇ ਇਹ ਕਈ ਵਾਰ ਸੈਂਟੈਂਸ ਦੇ ਵਿੱਚ ਇੱਕ ਵਰਬ ਦਾ ਕੰਮ ਕਰਦੇ ਨੇ ਪਲੱਸ ਕਿਸੇ ਦੀ ਐਬਿਲਿਟੀ ਜਾਂ ਫਿਰ ਕਿਸੇ ਨੂੰ ਕੋਈ ਕੰਮ ਕਰਨਾ ਚਾਹੀਦਾ ਸੀਗਾ ਜਾਂ ਕੁਝ ਪਰਸੈਂਟੇਜ ਵੀ ਕੋਈ ਕੰਮ ਹੋ ਸਕਦਾ ਜਾਂ ਨਹੀਂ ਹੋ ਸਕਦਾ ਉਹਦੀ ਪ੍ਰੋਬੇਬਿਲਿਟੀ ਕੀ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਦਰਸਾਉਣ ਵਾਸਤੇ ਜਿਹੜੇ ਵਰਬ ਯੂਜ਼ ਕਰਦੇ ਆ ਉਹ ਹੁੰਦੇ ਨੇ ਮੋਡਲ। ਤਾਂ ਮੈਨੂੰ ਇੱਥੇ ਲਾਈਟ ਅਪ ਮੋਡਲ ਜਿਹੜਾ ਵਰਬ ਹੈ ਉਹ ਬਿਲਕੁਲ ਵੀ ਨਹੀਂ ਲੱਗ ਰਿਹਾ। ਅੱਗੇ ਵੱਲ ਚੱਲਦੇ ਆ ਤਾਂ ਸੀ ਆਪਸ਼ਨ 'ਚ ਦਿੱਤਾ ਹੋਇਆ ਆਕਸਿਲਰੀ ਵਰਬਸ। ਸੋ ਸਾਡੇ ਕੋਲ ਜਿਹੜੇ ਵਰਬਸ ਹੁੰਦੇ ਨੇ ਸਾਡੇ ਸੈਂਟੈਂਸਸ ਦੇ ਵਿੱਚ ਵਰਬ ਜਿਹੜੇ ਹੁੰਦੇ ਨੇ ਉਹ ਇੱਕ ਮੇਨ ਵਰਬ ਹੁੰਦਾ, ਦੈਨ ਸਾਡੇ ਕੋਲ ਇੱਕ ਹੈਲਪਿੰਗ ਵਰਬ ਹੁੰਦਾ। ਤਾਂ ਹੈਲਪਿੰਗ ਵਰਬ ਨੂੰ ਹੀ ਅਸੀਂ ਕਈ ਵਾਰ ਆਕਸਿਲਰੀ ਵਰਬ ਵੀ ਕਹਿ ਦਿੰਦੇ ਹਾਂ। ਹਾਲਾਂਕਿ ਇਹਦੇ ਉੱਤੇ ਮੈਂ ਡਿਟੇਲ ਜਿਹੜੀ ਉਹ ਅਲੱਗ ਤੋਂ ਪੜਾਉਂਗੀ ਬਟ ਇੱਥੇ ਮੈਂ ਜਸਟ ਇੱਕ ਆਈਡੀਆ ਦੇ ਰਹੀ ਹਾਂ। ਤਾਂ ਮੇਰੇ ਕੋਲ ਲਾਈਟ ਅਪ ਜਿਹੜਾ ਵਰਡ ਹੈ ਉਹ ਮੈਨੂੰ ਆਕਸਿਲਰੀ ਵਰਬ ਵੀ ਜਿਹੜਾ ਆ ਬਿਲਕੁਲ ਵੀ ਨਹੀਂ ਲੱਗ ਰਿਹਾ। ਨੈਕਸਟ ਆਪਸ਼ਨ ਵੱਲ ਪ੍ਰੋਸੀਡ ਕਰਦੇ ਹਾਂ ਤਾਂ ਨੈਕਸਟ ਜਿਹੜਾ ਆਪਸ਼ਨ ਹੈ ਉਹ ਆ ਜਾਂਦਾ ਫਰੇਜ਼ਲ ਵਰਬ। ਸੋ ਇਹਦਾ ਜਿਹੜਾ ਆਨਸਰ ਹੈ ਉਹ ਹੋ ਜਾਂਦਾ ਫਰੇਜ਼ਲ ਵਰਬ। ਤਾਂ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਕਿ ਫਰੇਜ਼ਲ ਵਰਬ ਹੈ ਕੀ। ਬੇਸਿਕਲੀ ਜਦੋਂ ਅਸੀਂ ਸੈਂਟੈਂਸ ਨੂੰ ਫਾਰਮ ਕਰਦੇ ਹਾਂ, ਜਦੋਂ ਅਸੀਂ ਇੱਕ ਸੈਂਟੈਂਸ ਨੂੰ ਬਣਾਉਂਦੇ ਹਾਂ, ਇੱਕ ਵਾਕ ਨੂੰ ਬਣਾਉਂਦੇ ਹਾਂ ਤਾਂ ਉਸ ਵਾਕ ਦੇ ਵਿੱਚ ਕੀ ਹੁੰਦਾ ਕਿ ਸਾਡੇ ਕੋਲ ਕਈ ਵਾਰ ਇੱਕ ਦੋ ਜਾਂ ਦੋ ਤੋਂ ਤਿੰਨ ਦੇ ਜਿਹੜੇ ਸ਼ਬਦ ਹੁੰਦੇ ਨੇ, ਵਰਡਸ ਹੁੰਦੇ ਨੇ, ਉਹਨਾਂ ਦਾ ਅਸੀਂ ਗਰੁੱਪ ਤਾਂ ਤਿਆਰ ਕਰ ਲੈਂਦੇ ਹਾਂ ਪਰ ਉਹ ਗਰੁੱਪ ਦੀ ਜਿਹੜੀ ਇੱਕ ਇੰਪੋਰਟੈਂਸ ਹੈ ਉਹ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਉਹਨੂੰ ਸੈਂਟੈਂਸ 'ਚ ਯੂਜ਼ ਕਰੀਏ। ਅਗਰ ਉਹ ਇਕੱਲੇ ਪਏ ਨੇ ਤਾਂ ਉਹਨਾਂ ਦਾ ਇਕੱਲਿਆਂ ਦਾ ਕੋਈ ਪ੍ਰੋਪਰ ਜਿਹਾ ਮੀਨਿੰਗ ਨਹੀਂ ਨਿਕਲ ਕੇ ਆਉਂਦਾ। ਸੋ ਕਈ ਵਾਰ ਕੀ ਹੁੰਦਾ ਅਸੀਂ ਉਹਨਾਂ ਨੂੰ ਨਾ ਫਰੇਜ਼ ਕਹਿੰਦੇ ਹਾਂ, ਉਹਨਾਂ ਨੂੰ ਅਸੀਂ ਫਰੇਜ਼ ਕਹਿ ਦਿੰਦੇ ਹਾਂ। ਠੀਕ ਹੈ, ਜਿਵੇਂ ਮੈਂ ਕਹਾਂ ਕਿ ਟੂ ਈਟ। ਠੀਕ ਹੈ, ਹੁਣ ਟੂ ਈਟ ਜਿਹੜਾ ਆ ਜੇ ਇਹਨੂੰ ਇਕੱਲਾ ਹੀ ਲਿਖਦੀ ਹੈ ਤਾਂ ਮੈਨੂੰ ਇਹ ਲੱਗੂਗਾ ਵੀ ਸ਼ਾਇਦ ਕੁਝ ਥੋੜਾ ਬਹੁਤ ਇਹਦੇ ਨਾਲ ਕੁਝ ਹੋਣਾ ਚਾਹੀਦਾ ਸੀ ਇਹ ਆਪਣੇ ਆਪ ਦੇ ਵਿੱਚ। ਜਾਂ ਜੇ ਮੈਂ ਲਿਖਾਂ ਇਨ ਦ ਮਾਰਨਿੰਗ, ਅਗਰ ਮੈਂ ਲਿਖਾਂ ਇਨ ਦ ਮਾਰਨਿੰਗ
ਸੋ ਇਹਦੇ ਵਿੱਚ ਵੀ ਜਿਹੜਾ ਇਨ ਦ ਮਾਰਨਿੰਗ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਫਰੇਜ਼ ਹੈ, ਕਿਉਂਕਿ ਇਹ ਇਨਕੰਪਲੀਟ ਹੈ, ਗਰੁੱਪ ਆਫ ਵਰਡਸ ਇਨਕੰਪਲੀਟ ਹੈ। ਲੇਕਿਨ ਅਗਰ ਇਹਦੇ ਨਾਲ ਮੈਂ ਕੁਝ ਹੋਰ ਵਰਡਸ ਜੋੜ ਦੂੰਗੀ ਤਾਂ ਇਹ ਪੂਰੇ ਦੇ ਪੂਰੇ ਸੈਂਟੈਂਸ ਜਿਹੜਾ ਆ ਉਹਦਾ ਚ ਆ ਜਾਊਗਾ। ਤਾਂ ਇਹ ਹੁੰਦੇ ਨੇ ਸਾਡੇ ਕੋਲ ਇਨ ਜਨਰਲ ਫਰੇਜ਼। ਤੇ ਜਦੋਂ ਸਾਡੇ ਫਰੇਜ਼ ਇੱਕ ਵਰਬ ਦਾ ਵੀ ਕੰਮ ਕਰਨ, ਜਦੋਂ ਸਾਡੇ ਫਰੇਜ਼ ਵਰਬ ਦਾ ਵੀ ਕੰਮ ਕਰਨ ਤੇ ਉਹਨੂੰ ਅਸੀਂ ਫਰੇਜ਼ਲ ਵਰਬ ਕਹਿੰਦੇ ਆ। ਸੋ ਇਹਨੂੰ ਅਸੀਂ ਕਿੱਥੇ ਪੜਾਂਗੇ? ਇਹਨੂੰ ਅਸੀਂ ਪੜਾਂਗੇ ਜਦੋਂ ਅਸੀਂ ਗੱਲ ਕਰਦੇ ਆ ਸਾਡੇ ਇੱਕ ਸੈਂਟੈਂਸ ਦੇ ਬੇਸ ਦੀ, ਕਿ ਇੱਕ ਸੈਂਟੈਂਸ ਬਣਦਾ ਕਿਵੇਂ ਆ। ਤਾਂ ਉਸ ਚੈਪਟਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਸ ਤਰੀਕੇ ਨਾਲ ਕਿਹੜੇ ਫਰੇਜ਼ ਹੁੰਦੇ ਨੇ, ਕਿਵੇਂ ਫਰੇਜ਼ ਬਣਦੇ ਆ, ਕੀ ਇਹਨਾਂ ਦੀ ਇੰਪੋਰਟੈਂਸ ਹੁੰਦੀ ਆ। ਬਟ ਹਾਲ ਦੀ ਘੜੀ ਮੈਨੂੰ ਇੱਕ ਆਈਡੀਆ ਹੋ ਗਿਆ ਕਿ ਇੱਥੇ ਮੇਰੇ ਕੋਲ ਲਾਈਟ ਅਪ ਜੋ ਹੈ ਉਹ ਕੀ ਹੈ, ਇੱਕ ਫਰੇਜ਼ ਹੈ। ਤਾਂ ਇੱਥੇ ਕਿਉਂਕਿ ਉਹ ਫਰੇਜ਼ ਇੱਕ ਵਰਬ ਦੀ ਤਰ੍ਹਾਂ ਯੂਜ਼ ਹੋਇਆ ਆ, ਠੀਕ ਹੈ। ਸੈਂਟੈਂਸ ਨੂੰ ਪੜੋ ਕਿ ਈਚ ਟਾਈਮ ਦ ਮੈਰੀ ਪਲੇਸ ਦੀ ਫਲਾਵਰਸ ਇਨ ਦ ਪਿਕਚਰ ਹਰ ਗ੍ਰੈਂਡਮਦਰਸ ਆਈ ਵੁੱਡ ਲਾਈਟ ਅਪ। तो इत्थे मेरे कोल की है, एक वर्ब का काम कर रहे हो, सो इस करके मेरे कोल फ्रेजल वर्ब हो जाता है। गल करिए नैक्सट टाइप की जो लिंकिंग वर्ब होंगे ने, कई बार तुहाडे जिहड़े वर्ब होंगे ने ਉਹ ਤੁਹਾਡੇ ਕਿਸੇ ਸੈਂਟੈਂਸ ਨੂੰ, ਮਤਲਬ ਸੈਂਟੈਂਸ ਨੂੰ ਜੋੜਨ ਦਾ ਕੰਮ ਕਰਦੇ ਨੇ, ਸੈਂਟੈਂਸ ਦੇ ਵਿੱਚ ਕੋਈ ਕੌਜ਼ ਦੇਣ ਦਾ ਕੰਮ ਕਰਦੇ ਨੇ। ਸੋ ਇਹੋ ਜਿਹੇ ਜਿਹੜੇ ਵਰਬਸ ਹੁੰਦੇ ਨੇ ਉਹਨੂੰ ਅਸੀਂ ਲਿੰਕਿੰਗ ਵਰਬ ਕਹਿ ਦਿੰਦੇ ਆ। ਮੈਂ ਇੱਥੇ ਬਿਲਕੁਲ ਬੇਸ ਲੈ ਕੇ ਚੱਲ ਰਹੀ ਹਾਂ ਤਾਂ ਕਿ ਇੱਕ ਸਾਨੂੰ ਜਸਟ ਬੇਸਿਕ ਜਿਹਾ ਆਈਡੀਆ ਹੋ ਜੇ। ਡਿਟੇਲ ਦੇ ਵਿੱਚ ਇਹਨਾਂ ਦੀ ਜਿਹੜੀ ਮਤਲਬ ਇੱਕ ਡਿਸਕ੍ਰਿਪਸ਼ਨ ਆ, ਮੇਬੀ ਉਹ ਸ਼ਾਇਦ ਮੇਰੇ ਦੱਸੀ ਹੋਈ ਗੱਲ ਤੋਂ ਇੱਕ ਬਹੁਤ ਇੱਕ ਕਹਿ ਸਕਦੇ ਇੱਕ ਵਿਆਪਕ ਰੂਪ, ਇੱਕ ਵਿਸ਼ਾਲ ਰੂਪ ਹੋ ਜਾਊਗਾ। ਸੋ ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਆ। मेरे को 67th क्वेश्चन ਜਿਹੜਾ ਆ ਉਹ ਆ ਜਾਂਦਾ ਹੈ। ਸੋ 68th क्वेश्चन ਆ ਜਾਂਦਾ ਹੈ ਜਿਹਦੇ ਵਿੱਚ ਮੈਨੂੰ ਪੁੱਛਿਆ ਹੋਇਆ ਹੈ based on the things Mary and her grandmother did when she was a child, it can be understood that Mary's grandmother, so ਜੋ ਵੀ ਮੈਰੀ ਔਰ ਉਹਦੇ ਗ੍ਰੈਂਡਮਦਰ ਮੈਰੀ ਦੇ ਬਚਪਨ ਦੇ ਵਿੱਚ ਜੋ ਵੀ ਕੁਝ ਕਰਦੇ ਸੀ ਉਹਦੇ ਬੇਸਿਸ ਤੇ ਅਸੀਂ ਕੀ ਕਹਿ ਸਕਦੇ ਹਾਂ। Mary's grandmother was an exceptionally strong swimmer, बिल्कुल भी नहीं, ਇਹਦੇ ਬਾਰੇ ਕਿਤੇ ਵੀ ਗੱਲ ਨਹੀਂ ਕੀਤੀ ਗਈ। Mary's grandmother had a variety of colorful kites, ਇਹਦੇ ਬਾਰੇ ਵੀ ਗੱਲ ਨਹੀਂ ਕੀਤੀ ਗਈ। Mary's grandmother enjoyed spending time outdoors, ਇਹ ਬਿਲਕੁਲ ਸਹੀ ਹੈ, ਬਿਲਕੁਲ ਐਸ ਸੱਚ ਹੀ ਪੈਰਾਗ੍ਰਾਫ ਦੇ ਵਿੱਚ ਇਹ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੋਈ ਹੈ ਕਿ ਉਹ ਮੈਰੀ ਦੇ ਨਾਲ ਬਾਹਰ ਸਮਾਂ ਜਿਹੜਾ ਆ ਬਤੀਤ ਕਰਨਾ ਉਹਨਾਂ ਨੂੰ ਬਹੁਤ ਪਸੰਦ ਸੀਗਾ। ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਹਾਂ। ਤਾਂ ਸਾਡੇ ਕੋਲ ਅਗਲਾ ਜਿਹੜਾ ਸਵਾਲ ਹੈ ਉਹ ਆ ਜਾਂਦਾ ਹੈ ਜੋ ਕਿ ਪੈਰਾਗ੍ਰਾਫ ਦੇ ਬੇਸਿਸ ਤੇ ਨਹੀਂ ਹੈ, ਹੁਣੇ ਨੈਕਸਟ ਕੁਐਸਚਨ ਆ ਚੁੱਕੇ ਆ। ਮਿਸਿਸ ਜੋਤਿਕਾ ਰੀਇੰਟਰੋਡਿਊਸਡ previously taught vocabulary and structures wherever logical or possible in her classroom. Which approach is Mrs. Jyotika using? So ਇਹ ਸਵਾਲ ਇੰਗਲਿਸ਼ ਪੈਡਾਗੋਜੀ ਦਾ ਸਵਾਲ ਹੋ ਜਾਂਦਾ ਹੈ। ਇਹਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਆ ਡਿਫਰੈਂਟ ਅਪਰੋਚਿਸ ਦੀ ਜਿਹੜੀਆਂ ਕਿ ਇੱਕ ਟੀਚਰ ਦੁਆਰਾ ਯੂਜ਼ ਕੀਤੀਆਂ ਜਾਂਦੀਆਂ ਨੇ ਸੋ ਦੈਟ ਕਿ ਉਹ ਕਲਾਸ ਦੇ ਵਿੱਚ ਆਪਣੇ ਸਟੂਡੈਂਟਸ ਨੂੰ ਸਹੀ ਤਰੀਕੇ ਨਾਲ ਸਮਝਾ ਸਕਣ ਕਨਸੈਪਟ। ਸੋ ਇੱਥੇ ਮੈਨੂੰ ਕੰਡੀਸ਼ਨ ਕੀ ਦਿੱਤੀ ਹੋਈ ਆ ਕਿ ਟੀਚਰ ਨੇ ਮੰਨ ਲਓ ਪ੍ਰੀਵੀਅਸ ਕੁਝ ਦਿਨ ਪਹਿਲਾਂ ਜਿਹੜਾ ਆ ਕੋਈ ਵੋਕੈਬ ਜਿਹੜੀ ਆ ਬੱਚਿਆਂ ਨੂੰ ਕਰਵਾਈ ਹੋਣੀ ਆ, ਤਾਂ ਉਸ ਵੋਕੈਬਲਰੀ ਦੇ ਵਿੱਚ ਜਿਹੜੇ ਵੀ ਵਰਡਸ ਕਰਾਏ ਸੀ ਟੀਚਰ ਉਹਨਾਂ ਨੂੰ ਆਪਣੀ ਕਲਾਸ ਦੇ ਵਿੱਚ ਰਿਪੀਟ ਕਰ ਰਹੇ ਨੇ ਤੇ ਜਿੱਥੇ ਜਿੱਥੇ ਉਹਨਾਂ ਨੂੰ ਲੱਗ ਰਿਹਾ ਕਿ ਉਹੀ ਵੋਕੈਬ ਵਾਲੇ ਵਰਡਸ ਨੂੰ ਚੱਕੋ, ਉਹਨਾਂ ਨੂੰ ਰਿਪੀਟ ਕਰੋ। ਇਹਦੇ ਨਾਲ ਕੀ ਹੋਊਗਾ ਕਿ ਬੱਚੇ ਨੂੰ ਜਿਹੜੇ ਉਹ ਵਰਡਸ ਨੇ ਇੱਕ ਤਾਂ ਰਿਵਾਈਜ਼ ਹੋ ਜਾਣਗੇ, ਇੱਕ ਉਹਦੇ ਮਾਈਂਡ 'ਚ ਫਿੱਟ ਹੋ ਜਾਣਗੇ, ਜਿਹਦੇ ਨਾਲ ਉਹ ਵੋਕੈਬ ਨੂੰ ਖੁਦ ਵੀ ਯੂਜ਼ ਕਰ ਸਕਦਾ। ਸੋ ਇਹ ਮੈਥਡ ਕਿਹੜਾ ਮੈਥਡ ਆ ਜਾਂਦਾ? ਤਾਂ ਮੇਰੇ ਕੋਲ ਇੱਕ ਹੁੰਦੀ ਆ ਮਲਟੀਪਲ ਲਾਈਨ ਅਪਰੋਚ, ਇੱਕ ਮੇਰੇ ਕੋਲ ਹੁੰਦੀ ਆ ਸਿਚੁਏਸ਼ਨਲ ਅਪਰੋਚ, ਇੱਕ ਹੁੰਦੀ ਆ ਸਟਰਕਚਰਲ ਅਪਰੋਚ ਔਰ ਇੱਕ ਹੁੰਦੀ ਆ ਸਪਾਇਰਲ ਅਪਰੋਚ। ਸੋ ਆਪਸ਼ਨ ਆਨਸਰ ਵੱਲ ਬਾਅਦ 'ਚ ਜਾਂਦੇ ਆ, ਪਹਿਲਾਂ ਇਹਨਾਂ ਅਪਰੋਚਸ ਬਾਰੇ ਗੱਲ ਕਰ ਲੈਂਦੇ ਆ। ਤਾਂ ਜਿਹੜੀ ਮਲਟੀਪਲ ਲਾਈਨ ਅਪਰੋਚ ਹੁੰਦੀ ਹੈ, ਜਦੋਂ ਇੱਕ ਟੀਚਰ ਇਹ ਕਹਿੰਦਾ ਕਿ ਮੇਰਾ ਟੀਚਾ ਤਾਂ ਸੇਮ ਹੈ, ਏਮ ਤਾਂ ਸੇਮ ਹੈ, ਬਟ ਹੋ ਸਕਦਾ ਕਿ ਕਿਸੇ ਸਟੂਡੈਂਟ ਨੂੰ ਟੀਚਰ ਕੋਈ ਇੱਕ ਐਗਜ਼ਾਮਪਲ ਦੇ ਕੇ ਸਮਝਾਵੇ, ਹੋ ਸਕਦਾ ਦੂਸਰੇ ਸਟੂਡੈਂਟ ਨੂੰ ਡਾਇਰੈਕਟਲੀ ਕਨਸੈਪਟ ਤੋਂ ਸਮਝ ਆ ਜਾਏ, ਤੀਸਰਾ ਸਟੂਡੈਂਟ ਮੇ ਵੀ ਡਿਮਾਂਡ ਕਰਦਾ ਹੋਵੇ ਕਿ ਮੈਮ ਕਾਪੀ ਦੇ ਉੱਤੇ ਨਾ ਇੱਕ ਫਲੋ ਚਾਰਟ ਜਿਹਾ ਬਣਾ ਦਿਓ, ਉਹਦੇ ਨਾਲ ਸਮਝ ਆ ਜਾਊਗਾ। ਸੋ ਜਿਹੜੀ ਸਾਡੇ ਕੋਲ ਮਲਟੀਪਲ ਲਾਈਨ ਅਪਰੋਚ ਹੁੰਦੀ ਹੈ ਇਹਦੇ ਵਿੱਚ ਕੀ ਹੁੰਦਾ ਕਿ ਇਹਦੇ ਵਿੱਚ ਕੀ ਹੁੰਦਾ ਕਿ ਅਸੀਂ ਏਮ ਸਾਡਾ ਸੇਮ ਹੁੰਦਾ ਪਰ ਬੱਚਿਆਂ ਨੂੰ ਡਿਫਰੈਂਟ ਤਰੀਕਿਆਂ ਦੇ ਨਾਲ ਪੜਾਉਂਦੇ ਆ। ਸੋ ਇੱਥੇ ਮੇਰੇ ਕੋਲ ਸਟੇਟਮੈਂਟ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਪਤਾ ਲੱਗ ਰਿਹਾ। ਸੋ ਇਸ ਕਰਕੇ ਪਹਿਲਾ ਜਿਹੜਾ ਆਪਸ਼ਨ ਹੈ ਉਹ ਮੇਰੇ ਕੋਲ ਰੌਂਗ ਹੋ ਜਾਂਦਾ ਹੈ ਅਕੋਰਡਿੰਗ ਟੂ ਦੀ ਕੁਐਸਚਨ। ਸਿਚੁਏਸ਼ਨਲ ਅਪਰੋਚ ਜਿਹੜੀ ਹੁੰਦੀ ਆ ਉਹ ਇੱਕ ਟੀਚਰ ਦੁਆਰਾ ਵਰਤੀ ਹੋਈ ਇਹੋ ਜਿਹੀ ਅਪਰੋਚ ਹੈ ਜਿਹਦੇ ਵਿੱਚ ਟੀਚਰ ਇਹ ਦੇਖਦਾ ਕਿ ਸਿਚੁਏਸ਼ਨ, ਅੱਜ ਦੀ ਸਿਚੁਏਸ਼ਨ ਕੀ ਹੈ, ਕਿਸ ਤਰੀਕੇ ਦੇ ਨਾਲ ਬੱਚੇ ਜਿਹੜੇ ਨੇ ਉਹ ਬੈਸਟ ਵੇ ਦੇ ਨਾਲ
ਉਸ ਕਨਸੈਪਟ ਨੂੰ ਸਮਝਦੇ ਨੇ। ਸੋ ਇਹ ਬੇਸਿਕਲੀ ਕਨਸੈਪਟ ਟੂ ਕਨਸੈਪਟ ਵੇਰੀ ਕਰ ਸਕਦੀ ਆ, ਟਾਈਮ ਟੂ ਟਾਈਮ ਵੇਰੀ ਕਰ ਸਕਦੀ ਹੈ। ਸਿਚੁਏਸ਼ਨ ਦੇ ਵਿੱਚ ਬਹੁਤ, ਇਹਨੂੰ ਡਿਟੇਲ ਦੇ ਵਿੱਚ ਪੜਾਂਗੇ ਤਾਂ ਸਿਚੁਏਸ਼ਨਲ ਅਪਰੋਚ ਦੇ ਵਿੱਚ ਬਹੁਤ ਕੁਝ ਆ ਜਾਂਦਾ, ਬਹੁਤ ਸਾਰੇ ਫੈਕਟਰ ਆ ਜਾਂਦੇ ਨੇ ਜਿਹੜੇ ਡਿਸਾਈਡ ਕਰਦੇ ਨੇ ਕਿ ਅੱਜ ਟੀਚਰ ਕਿਸ ਤਰੀਕੇ ਨਾਲ ਪੜਾਵੇ। ਕਈ ਵਾਰ ਕੀ ਹੁੰਦਾ ਕਿ ਸਾਡੇ ਕੋਲ ਟਾਈਮ ਬੜਾ ਲਿਮਿਟਡ ਹੁੰਦਾ ਤੇ ਉਸੇ ਟਾਈਮ ਦੇ ਵਿੱਚ ਸਾਨੂੰ ਉਸ ਬੱਚੇ ਨੂੰ ਪੜਾਉਣਾ ਪੈਂਦਾ, ਤਾਂ ਉਹਦੇ ਵਿੱਚ ਅਪਰੋਚ ਡਿਫਰੈਂਟ ਹੋਊਗੀ। ਅਗਰ ਇੱਕ ਟੀਚਰ ਕੋਲ ਖੁੱਲਾ ਟਾਈਮ ਹੈ ਤਾਂ ਹੋ ਸਕਦਾ ਟੀਚਰ ਉਸੇ ਕਨਸੈਪਟ ਨੂੰ ਪੜਾਉਣ 'ਚ 4 ਦਿਨ ਲੈ ਲਵੇ, ਔਰ ਹੋ ਸਕਦਾ ਕਿ ਨਾਲ ਇੱਕ ਅੱਧਾ ਐਕਸਪੈਰੀਮੈਂਟ ਵੀ ਕਰਾ ਦੇ। ਤਾਂ ਸਿਚੁਏਸ਼ਨਲ ਜਿਹੜੀ ਅਪਰੋਚ ਹੁੰਦੀ ਆ ਉਹ ਵੀ ਮੈਨੂੰ ਇਹਦੇ ਅਕੋਰਡਿੰਗਲੀ ਬਿਲਕੁਲ ਨਹੀਂ ਲੱਗ ਰਹੀ। ਦੈਨ ਆ ਜਾਂਦੀ ਹੈ ਸਟਰਕਚਰਲ ਅਪਰੋਚ। ਸਟਰਕਚਰਲ ਜਿਹੜੀ ਅਪਰੋਚ ਹੁੰਦੀ ਹੈ ਇਹਦੇ ਵਿੱਚ ਟੀਚਰ ਦਾ ਬਿਲਕੁਲ ਪੂਰਾ ਜ਼ੋਰ ਲੱਗਿਆ ਹੁੰਦਾ ਬੇਸਿਕ ਤੋਂ, ਸਕ੍ਰੈਚ ਤੋਂ ਐਡਵਾਂਸ ਦੇ ਵਿੱਚ ਜਾਣ ਦਾ। ਤਾਂ ਸਕ੍ਰੈਚ ਤੋਂ ਕਿਵੇਂ ਜਾਊਗਾ, ਜਿਵੇਂ ਕੋਈ ਸੈਂਟੈਂਸ ਹੈ ਤਾਂ ਟੀਚਰ ਪਹਿਲਾਂ ਉਸ ਸੈਂਟੈਂਸ ਦੇ ਹਰ ਇੱਕ ਪਾਰਟ ਨੂੰ ਦੱਸੂਗਾ ਕਿ ਇਹ ਨਾਊਨ ਹੈ, ਇਹ ਪ੍ਰੋਨਾਊਨ ਹੈ, ਇਹ ਵਰਬ ਹੈ, ਇਹ ਹੈਲਪਿੰਗ ਵਰਬ ਹੈ, ਇਹ ਸਾਡੇ ਕੋਲ ਮੇਨ ਵਰਬ ਹੈ, ਇਸ ਤਰੀਕੇ ਦੀਆਂ ਚੀਜ਼ਾਂ। ਫਿਰ ਕਨਸੈਪਟ ਨੂੰ, ਬੇਸਿਕ ਸਟਰਕਚਰ ਨੂੰ ਖੋਲ ਕੇ ਬੱਚੇ ਨੂੰ ਸਮਝਾ ਕੇ ਕੰਪਲੈਕਸ ਜਿਹੜੀ ਪੂਰੀ ਚੀਜ਼ ਆ ਉਹਨੂੰ ਇਕੱਠਾ ਕਰਕੇ ਐਟ ਦੀ ਐਂਡ ਕੰਕਲੂਡ ਕਰ ਦੂਗਾ। ਸੋ ਇਸ ਤਰੀਕੇ ਦੀ ਜਿਹੜੀ ਅਪਰੋਚ ਹੁੰਦੀ ਹੈ ਸਟਰਕਚਰਲ ਅਪਰੋਚ ਹੈ। ਆਪਸ਼ਨ ਦੇ ਅਕੋਰਡਿੰਗਲੀ, ਕੁਐਸਚਨ ਦੇ ਅਕੋਰਡਿੰਗਲੀ ਇਹ ਵੀ ਗਲਤ ਹੋ ਜਾਂਦੀ ਹੈ। ਦੈਨ ਮੇਰੇ ਕੋਲ ਆਉਂਦੀ ਹੈ ਸਪਾਇਰਲ ਅਪਰੋਚ। ਤਾਂ ਸਪਾਇਰਲ ਅਪਰੋਚ ਬੇਸਿਕਲੀ ਕਿਹੜੀ ਅਪਰੋਚ ਹੈ, ਜਿਹਦੇ ਵਿੱਚ ਟੀਚਰ ਰਿਪੀਟ ਕਰਦਾ ਰਹਿੰਦਾ ਉਹਦੇ ਦੁਆਰਾ ਦੱਸੀਆਂ ਹੋਈਆਂ ਗੱਲਾਂ ਨੂੰ। ਐਵੇਂ ਨਹੀਂ ਹੈਗਾ ਕਿ ਅੱਜ ਪੜਾਇਆ ਤੇ ਕੱਲ ਨੂੰ ਸਾਰਾ ਦਾ ਸਾਰਾ ਲੈਕਚਰ ਰਿਪੀਟ ਕਰਦਾ, ਬਲਕਿ ਜੋ ਅੱਜ ਪੜਾਤਾ ਇਹ ਸੋਚ ਲਿਆ ਕਿ ਬੱਚੇ ਦੇ ਮਾਈਂਡ ਦੇ ਵਿੱਚ ਉਹ ਚੀਜ਼ ਅੱਜ ਬੈਠ ਚੁੱਕੀ ਹੈ, ਟਾਈਮ ਟੂ ਟਾਈਮ ਥੋੜੇ ਦਿਨਾਂ ਬਾਅਦ ਉਹਦੇ ਵਿੱਚੋਂ ਕੋਈ ਇੱਕ ਅੱਧੀ ਐਗਜ਼ਾਮਪਲ ਦੁਬਾਰਾ ਰਿਪੀਟ ਕਰਤੀ, ਉਸ ਕਨਸੈਪਟ ਨੂੰ ਜਾਂ ਉਹਦੇ ਵਿੱਚੋਂ ਕੋਈ ਟਰਮ ਦੁਬਾਰਾ ਰਿਪੀਟ ਕਰਤੀ, ਤਾਂ ਉਹ ਟਾਈਮ ਟੂ ਟਾਈਮ ਕਰਦੇ ਰਹਿੰਦੇ ਨੇ ਜਿੱਥੇ ਵੀ ਉਹ ਚੀਜ਼ ਫਿੱਟ ਬੈਠਦੀ ਹੈ। ਸੋ ਜੇ ਕਿ ਸਟੇਟਮੈਂਟ ਨੂੰ ਪੜ੍ਹੀਏ ਕਿ ਉਹਦੇ ਵਿੱਚ ਟੀਚਰ ਨੇ ਦੁਬਾਰਾ ਇੰਟਰੋਡਿਊਸ ਕੀਤਾ ਪੁਰਾਣੀ ਸਿਖਾਈ ਹੋਈ ਵਕੈਬ ਦੇ ਵਿੱਚੋਂ ਕੁਝ ਵਰਡਸ ਨੂੰ, ਜਿੱਥੇ ਵੀ ਉਹਨਾਂ ਨੂੰ ਲੱਗਿਆ ਵੀ ਮੈਂ ਲੌਜੀਕਲ ਸੀ ਜਾਂ ਪੋਸੀਬਲ ਸੀ। ਸੋ ਸਪਾਇਰਲ ਅਪਰੋਚ ਬਿਲਕੁਲ ਸਹੀ ਆਨਸਰ ਹੋ ਜਾਂਦਾ। ਦੈਨ ਅਸੀਂ ਗੱਲ ਕਰਦੇ ਹਾਂ ਸਾਡੇ ਨੈਕਸਟ ਕੁਐਸਚਨ ਦੇ ਉੱਤੇ। ਤਾਂ 17th ਕੁਐਸਚਨ ਜਿਹੜਾ ਆ ਉਹਦੇ ਚ ਸਾਨੂੰ ਪੁੱਛਿਆ ਗਿਆ ਕਿ oral teaching precedes any form of reading and writing. This is an essential feature of which of the following method? ਤਾਂ ਸਵਾਲ ਕੀ ਹੈ ਕਿ ਜਿਹੜੀ oral teaching ਹੁੰਦੀ ਆ, ਵੀ ਟੀਚਰ ਜਿਹੜਾ ਆ ਬੋਲ ਕੇ ਸਮਝਾ ਰਿਹਾ। ਮੰਨ ਲਓ ਕਿ ਟੀਚਰ ਜਿਹੜਾ ਆ ਉਹ ਬੱਚਿਆਂ ਨੂੰ ਕੋਈ ਫੋਰਨ ਲੈਂਗੁਏਜ ਸਮਝਾ ਰਿਹਾ, ਤੇ ਹੁਣ ਉਹ ਫੋਰਨ ਲੈਂਗੁਏਜ ਸਮਝਾਉਣ ਦੇ ਨਾਲ ਇਹ ਨਹੀਂ ਹੈਗਾ ਵੀ ਪਹਿਲਾਂ ਮਦਰ ਟੰਗ ਦੇ ਵਿੱਚ ਬੱਚੇ ਨੂੰ ਸਮਝਾਊਗਾ। ਉਹ ਡਾਇਰੈਕਟਲੀ ਕੀ ਕਰਦੇ ਨੇ, ਜਿਵੇਂ ਅਸੀਂ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਦੇਖਦੇ ਆ ਕਿ ਟੀਚਰਸ ਜਿਹੜੇ ਨੇ, ਸਕੂਲ ਜਿਹੜੇ ਨੇ, ਉਹ ਬੱਚੇ ਨੂੰ ਕਹਿੰਦੇ ਨੇ ਕਿ ਤੁਸੀਂ ਆਪਸ 'ਚ ਜਿਹੜੀ ਗੱਲਬਾਤ ਵੀ ਕਰਨੀ ਉਹ ਵੀ ਇੰਗਲਿਸ਼ 'ਚ ਕਰੋ। ਆਉਂਦੀ ਹੈ ਨਹੀਂ ਆਉਂਦੀ ਮੈਟਰ ਨਹੀਂ ਕਰਦਾ, ਪਰ ਤੁਸੀਂ ਗੱਲ ਇੰਗਲਿਸ਼ 'ਚ ਹੀ ਕਰਨੀ ਆ। ਉਹ ਪੰਜਾਬੀ ਅਲਾਉਡ ਨਹੀਂ ਕਰਦੇ, ਠੀਕ ਹੈ, ਹਿੰਦੀ ਨਹੀਂ ਅਲਾਉ ਕਰਦੇ ਬੋਲਣਾ, ਕੱਲਾ ਕਹਿ ਦਿੰਦੇ ਨੇ ਇੰਗਲਿਸ਼ ਬੋਲੋ। ਹੁਣ ਹੋ ਸਕਦਾ ਕਿ ਕਿਸੇ ਬੱਚੇ ਲਈ ਉਹ ਭਾਸ਼ਾ ਬਿਲਕੁਲ ਹੀ ਨਵੀਂ ਹੈ, ਬਟ ਟੀਚਰ ਜਿਹੜਾ ਆ ਔਰਲੀ ਕੀ ਕਰ ਰਿਹਾ, ਰੀਡਿੰਗ ਤੇ ਰਾਈਟਿੰਗ ਕਰਵਾ ਰਿਹਾ ਉਸ ਚੀਜ਼ ਦੀ। ਸੋ ਇਹ ਕਿਸ ਤਰ੍ਹਾਂ ਦਾ ਸਾਡੇ ਕੋਲ ਮੈਥਡ ਆਉਂਦਾ। ਸੋ ਟੀਚਿੰਗ ਦੇ ਅਲੱਗ-ਅਲੱਗ ਮੈਥਡ ਹੁੰਦੇ ਨੇ ਸਾਡੇ ਕੋਲ, ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਅਪਰੋਚਸ ਲੈ ਕੇ ਚੱਲਦੇ ਹਾਂ, ਜਿਹਨੂੰ ਯੂਜ਼ ਕਰਕੇ ਬੱਚਿਆਂ ਨੂੰ ਜਿਹੜੀ ਭਾਸ਼ਾ ਆ ਉਹਦੇ ਤੇ ਪਕੜ ਬਣਵਾਈ ਜਾਂਦੀ ਹੈ। ਡਿਟੇਲ ਦੇ ਵਿੱਚ ਅਲੱਗ ਤੋਂ ਗੱਲ ਹੋਊਗੀ ਇਹਦੀ, ਬਟ ਹਾਲ ਦੀ ਘੜੀ ਜੇ ਗੱਲ ਕਰੀਏ ਤਾਂ ਸਾਡੇ ਕੋਲ 4 ਆਪਸ਼ਨ ਦਿੱਤੀਆਂ ਹੋਈਆਂ ਨੇ, ਜਿਹਦੇ ਵਿੱਚ ਪਹਿਲੀ ਹੈਗੀ ਆ ਗ੍ਰਾਮਰ ਟ੍ਰਾਂਸਲੇਸ਼ਨ ਮੈਥਡ, ਜੋ ਕਿ ਸਾਡੇ ਜਿਹੜੇ ਪੰਜਾਬੀ ਨੇ ਜਦੋਂ ਇੰਗਲਿਸ਼ ਸਿੱਖਣ ਦੀ ਗੱਲ ਕਰਦੇ ਨੇ ਤਾਂ ਅਸੀਂ ਬਹੁਤ ਗਲਤੀ ਕਰਦੇ ਹਾਂ ਕਿ ਅਸੀਂ ਡਾਇਰੈਕਟਲੀ ਗ੍ਰਾਮਰ ਦੀਆਂ ਮੋਟੀਆਂ ਕਿਤਾਬਾਂ ਚੱਕਾਂਗੇ। ਗੱਲ ਅਸੀਂ ਕਰਨੀ ਆ ਸਪੋਕਨ ਇੰਗਲਿਸ਼ ਦੀ, ਸਾਨੂੰ ਇੰਗਲਿਸ਼ ਆਉਣੀ ਚਾਹੀਦੀ ਆ, ਪਰ ਅਸੀਂ ਗ੍ਰਾਮਰ ਦੇ ਰੂਲਸ ਨੂੰ ਰੱਟਾ ਲਾਉਣਾ ਸ਼ੁਰੂ ਕਰ ਦਿੰਦੇ ਹਾਂ। ਹਾਲਾਂਕਿ ਮੈਂ ਕਹਿੰਦੀ ਹਾਂ ਕਿ ਭਾਸ਼ਾ ਅਗਰ ਸਿੱਖ ਰਹੇ ਹੋ ਤੇ ਭਾਸ਼ਾ ਦੇ ਰੂਲਸ ਜੇ ਪਹਿਲੇ ਦਿਨ ਤੋਂ ਸਿੱਖ ਰਹੇ ਹੋ ਤਾਂ ਚੰਗੀ ਗੱਲ ਆ, ਬਟ ਜਿਹੜੀ ਸਾਡੇ ਕੋਲ ਹੁੰਦੀ ਆ ਗ੍ਰਾਮਰ ਟ੍ਰਾਂਸਲੇਸ਼ਨ ਮੈਥਡ, ਕਿ ਤੁਸੀਂ ਗ੍ਰਾਮਰ ਦੇ ਬੇਸਿਸ ਤੇ ਕੱਲੀ ਚੀਜ਼ ਸਮਝ ਰਹੇ ਹੋ। ਸੋ ਇਹ ਜਿਹੜਾ ਮੈਥਡ ਹੁੰਦਾ ਆ ਇਹ ਬੇਸਿਕਲੀ ਇਸ ਕੁਐਸਚਨ ਦੇ ਅਕੋਰਡਿੰਗਲੀ ਬਿਲਕੁਲ ਗਲਤ ਜਾ ਹੋ ਜਾਊਗਾ, ਕਿਉਂਕਿ ਇਹਦੇ ਵਿੱਚ ਟੀਚਰ ਕੀ ਕਰ ਰਿਹਾ ਕਿ ਔਰਲ ਟੀਚਿੰਗ ਡਾਇਰੈਕਟਲੀ ਹੀ ਪ੍ਰੋਸੀਡ ਕਰਤੀ, ਡਾਇਰੈਕਟਲੀ ਉਸ ਟੀਚਰ ਨੇ ਮੰਨ ਲਓ ਫ੍ਰੈਂਚ ਆ ਕੇ ਬੋਲਣੀ ਸ਼ੁਰੂ ਕਰਤੀ, ਤਾਂ ਉਹਦੇ 'ਚ ਇਹ ਥੋੜੀ ਨਾ ਕਿ ਉਹ ਫ੍ਰੈਂਚ ਦੇ ਗ੍ਰਾਮਰ ਦੇ ਰੂਲ ਸਮਝਾ ਰਿਹਾ। ਸੋ ਪਹਿਲਾ ਜਿਹੜਾ ਆਪਸ਼ਨ ਹੈ ਉਹ ਬਿਲਕੁਲ ਰੋਂਗ ਹੋ ਜਾਊਗਾ। ਨੈਕਸਟ ਆਪਸ਼ਨ ਦੀ ਜੇ ਗੱਲ ਕਰੀਏ ਬਾਈਲਿੰਗੁਅਲ ਮੈਥਡ। ਸੋ ਬਾਈਲਿੰਗੁਅਲ ਮੈਥਡ ਜਿਵੇਂ ਕਿ ਅਸੀਂ ਆਪਣੇ ਪਲੇਟਫਾਰਮ ਤੇ ਯੂਜ਼ ਕਰਦੇ ਹਾਂ ਕਿ ਅਸੀਂ ਅੰਗਰੇਜ਼ੀ ਭਾਸ਼ਾ ਦੇ ਨਾਲ ਪੰਜਾਬੀ ਦੀ ਵੀ ਵਰਤੋਂ ਕਰਦੇ ਹਾਂ, ਤਾਂ ਜੋ ਅਜਿਹੇ ਸਟੂਡੈਂਟ ਜਿਨ੍ਹਾਂ ਨੂੰ ਇਹ ਲੱਗਦਾ ਕਿ ਅੰਗਰੇਜ਼ੀ ਦੇ ਵਿੱਚ ਸਾਡੇ ਲਈ ਪੜ੍ਹਨਾ ਜਾਂ ਚੀਜ਼ਾਂ ਨੂੰ ਸਮਝਣਾ ਔਖਾ ਆ, ਉਹਨਾਂ ਨੂੰ ਅਸੀਂ ਅੰਗਰੇਜ਼ੀ ਦੇ ਨਾਲ ਪੰਜਾਬੀ ਦੇ ਵਿੱਚ ਐਕਸਪਲੇਨ ਕਰਕੇ ਉਹਨਾਂ ਦੀ ਭਾਸ਼ਾ ਦਾ ਜਿਹੜਾ ਇੱਕ ਬੈਰੀਅਰ ਆ ਉਹਨੂੰ ਖਤਮ ਕਰ ਦਿੰਦੇ ਹਾਂ। ਸੋ ਬਾਈਲਿੰਗੁਅਲ ਮੈਥਡ ਵੀ ਇੱਥੇ ਟੀਚਰ ਨੇ ਨਹੀਂ ਯੂਜ਼ ਕੀਤਾ ਹੋਇਆ। ਦੈਨ ਮੇਰੇ ਕੋਲ ਆਉਂਦਾ ਆ ਡਾਇਰੈਕਟ ਮੈਥਡ। ਸੋ ਇਹ ਮੇਰਾ ਆਪਸ਼ਨ ਬਿਲਕੁਲ ਸਹੀ ਹੋ ਜਾਂਦਾ। ਡਾਇਰੈਕਟ ਮੈਥਡ ਦੇ ਵਿੱਚ ਕੀ ਆ ਕਿ ਮੈਂ ਆਉਂਦੇ ਸਾਰ ਹੀ ਜਿਹੜੀ ਆ ਫੋਰਨ ਭਾਸ਼ਾ, ਮਤਲਬ ਬੱਚਿਆਂ ਨੂੰ ਮੰਨ ਲਓ ਹਿੰਦੀ ਨਹੀਂ ਆਉਂਦੀ, ਮੈਂ ਆਉਂਦੇ ਸਾਰ ਹਿੰਦੀ ਬੋਲਣੀ ਸ਼ੁਰੂ ਕਰਤੀ। 5 ਦਿਨ 10 ਦਿਨ 15 ਦਿਨ 20 ਦਿਨ ਜਿਵੇਂ ਉਹ ਮੇਰੀ ਹਿੰਦੀ ਨੂੰ ਸੁਣਦੇ ਜਾਣਗੇ, ਆਪਣੇ ਆਪ ਉਸ ਚੀਜ਼ ਤੋਂ ਜਿਹੜਾ ਆ ਆਈਡੀਆ ਲੈਂਦੇ ਜਾਣਗੇ।
ਅਸੀਂ ਆਪਣੀ ਮਦਰ ਟੰਗ ਵੀ ਜਿਹੜੀ ਆ ਉਹ ਵੀ ਡਾਇਰੈਕਟ ਮੈਥਡ ਦੇ ਥਰੂ ਹੀ ਸਿੱਖਦੇ ਹਾਂ। ਸਾਨੂੰ ਕੋਈ ਜਿਹੜਾ ਸਾਡੇ ਪੇਰੈਂਟਸ ਨੇ ਜਾਂ ਸਾਡੀ ਫੈਮਿਲੀ ਆ ਜਾਂ ਸਾਡਾ ਜਿਹੜਾ ਆਲੇ ਦੁਆਲੇ ਦੇ ਲੋਕ ਨੇ, ਉਹ ਕੋਈ ਸਾਨੂੰ ਗ੍ਰਾਮਰ ਦੇ ਰੂਲ ਨਹੀਂ ਦੱਸਦਾ ਕਿ ਤੁਸੀਂ ਐਵੇਂ ਐਵੇਂ ਕਰਕੇ ਬੋਲਣਾ। ਅਸੀਂ ਸੁਣਦੇ ਹਾਂ, ਉਹਨੂੰ ਬੋਲਦੇ ਆ, ਤੇ ਉਹ ਡਾਇਰੈਕਟ ਮੈਥਡ ਦੇ ਨਾਲ ਅਸੀਂ ਭਾਸ਼ਾ ਸਿੱਖ ਲੈਂਦੇ ਹਾਂ। ਸੋ ਇਹਦੇ ਵਿੱਚ ਜਿਹੜਾ ਡਾਇਰੈਕਟ ਮੈਥਡ ਆ ਬਿਲਕੁਲ ਸਹੀ ਆਪਸ਼ਨ ਹੋ ਜਾਂਦੀ ਆ। ਜੇ ਮੈਂ ਗੱਲ ਕਰਾਂ ਪ੍ਰੋਗਮੈਟਿਕ ਮੈਥਡ ਦੀ, ਤਾਂ ਪ੍ਰੋਗਮੈਟਿਕ ਮੈਥਡ ਜਿਹੜਾ ਇੱਕ ਕੰਪਲੈਕਸ ਜਿਹਾ ਮੈਥਡ ਹੁੰਦਾ ਆ। ਇਸ ਮੈਥਡ ਦੇ ਵਿੱਚ ਵੀ ਅਸੀਂ ਕੀ ਕਰਦੇ ਆ ਕਿ ਬੱਚੇ ਨੂੰ ਜਿਹੜਾ ਆ ਪਹਿਲਾਂ ਕੁਝ ਰੂਲਸ ਤੋਂ ਜਾਣੂ ਕਰਾਵਾਂਗੇ, ਠੀਕ ਹੈ, ਫਿਰ ਉਹਨੂੰ ਇੱਕ ਟੈਕਨੀਕ ਜੀ ਦੱਸ ਦਾਂਗੇ ਵੀ ਇਸ ਤਰੀਕੇ ਦੇ ਨਾਲ ਤੁਸੀਂ ਇਸ ਕੰਸੈਪਟ ਨੂੰ ਜਾਂ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਚੀਜ਼ ਨੂੰ ਸਮਝ ਸਕਦੇ ਹੋ। ਇਹਦੇ ਉੱਤੇ ਡਿਟੇਲਡ ਜਿਹੜਾ ਲੈਕਚਰ ਹੈ ਉਹਦੇ ਵਿੱਚ ਹੀ ਪ੍ਰੋਪਰ ਵੇ ਨਾਲ ਗੱਲ ਕੀਤੀ ਜਾ ਸਕਦੀ ਹੈ। ਜੇ ਮੈਂ ਕਹਾਂ ਕਿ ਮੈਂ ਤੁਹਾਨੂੰ 1-1.5 ਮਿੰਟ ਦੇ ਵਿੱਚ ਜਾਂ ਕੁਝ ਕੁ ਟਾਈਮ ਦੇ ਵਿੱਚ ਮੈਂ ਇਸ ਚੀਜ਼ ਨੂੰ ਬਹੁਤ ਸੋਹਣਾ ਐਕਸਪਲੇਨ ਕਰ ਸਕਾਂ, ਕੋਸ਼ਿਸ਼ ਕਰ ਰਹੀ ਹਾਂ, ਬਟ ਜਦੋਂ ਪੂਰਾ ਦਾ ਪੂਰਾ ਇੱਕ ਕਹਿ ਦੋ ਕਿ ਅਸੀਂ ਇੱਕ ਸਬਜੈਕਟ ਕੰਪਲੀਟ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ ਉਹ ਡਿਟੇਲ ਦੇ ਵਿੱਚ ਡਿਸਕਸ ਹੋ ਜਾਂਦੀਆਂ ਹੁੰਦੀਆਂ ਨੇ। ਸੋ ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਹਾਂ। ਤਾਂ 71st ਕੁਐਸਚਨ ਆ ਜਾਂਦਾ ਸਾਡੇ ਕੋਲ, ਦ ਕਰੈਕਟਰਿਸਟਿਕ ਆਫ ਐਨ ਐਕਸੈਪਟਡ ਟੀਚਿੰਗ ਮੋਡਲ ਇਨ ਇੰਗਲਿਸ਼ ਆਰ। ਸੋ ਆਪਸ਼ਨਸ ਦੀ ਗੱਲ ਕਰਦੇ ਹਾਂ, ਲੇਕਿਨ ਇਸ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਕਿ ਟੀਚਿੰਗ ਮਾਡਲ ਜਿਹੜਾ ਹੈ ਇੰਗਲਿਸ਼ ਦਾ ਕੀ ਹੈ। ਤਾਂ ਦੇਖੋ ਮਾਰਕੀਟ ਦੇ ਵਿੱਚ ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡੇ ਅਲੱਗ-ਅਲੱਗ ਸਕੂਲ ਨੇ, ਹਾਲਾਂਕਿ ਸਕੂਲ ਭਾਵੇਂ CBSE ਤੋਂ ਹੀ ਐਫੀਲੀਏਟਡ ਹੁੰਦੇ ਨੇ, ਬਟ ਅਲੱਗ-ਅਲੱਗ ਸਕੂਲਾਂ ਦੀਆਂ ਜਿਹੜੀਆਂ ਆਪਣੀਆਂ ਕਿਤਾਬਾਂ ਨੇ ਉਹ ਇੱਕ ਦੂਸਰੇ ਤੋਂ ਅਲੱਗ ਹੁੰਦੀਆਂ ਨੇ। ਔਰ ਤੁਸੀਂ ਇਹ ਵੀ ਦੇਖੋਗੇ ਕਿ ਕਈ ਕਿਤਾਬਾਂ ਜਿਹੜੀਆਂ ਨੇ ਉਹ ਬਹੁਤ ਸੋਹਣੀਆਂ ਡਿਜ਼ਾਈਨ ਵੀ ਕੀਤੀਆਂ ਹੋਈਆਂ ਨੇ। ਉਹਨਾਂ ਦੇ ਵਿੱਚ ਬੱਚੇ ਦੀ ਜਿਹੜੀ ਓਵਰਆਲ ਡਿਵੈਲਪਮੈਂਟ ਆ, ਜੇ ਮੈਂ ਇੰਗਲਿਸ਼ ਦੀ ਗੱਲ ਕਰ ਲਾਂ ਤਾਂ ਇਹ ਨਹੀਂ ਹੈਗਾ ਕਿ ਬੱਚੇ ਨੇ 4 ਕੁਐਸਚਨ ਆਨਸਰ ਲਿਖੇ ਚੈਪਟਰ ਪੜ੍ਹ ਕੇ ਤੇ ਉਹ ਜਿਹੜਾ ਆ ਮਤਲਬ ਹੁਣ ਤਿਆਰ ਹੋ ਗਿਆ। ਉਹਦੇ ਵਿੱਚ ਵੋਕੈਬ ਨਵੀਂ ਯੂਜ਼ ਕੀਤੀ ਜਾ ਰਹੀ ਹੈ ਬੱਚੇ ਦੀ ਕਲਾਸ ਦੇ ਅਕੋਰਡਿੰਗਲੀ। ਉਹਦੇ ਵਿੱਚ ਬੱਚੇ ਨੂੰ ਨਾਲ ਹੀ ਚੈਪਟਰ ਦੇ ਵਿੱਚ ਹੀ ਕੁਛ ਨਾ ਕੁਛ ਉਹਨੂੰ ਸਪੋਕਨ ਦਾ ਦਿੱਤਾ ਜਾ ਰਿਹਾ, ਉਹਨੂੰ ਉਹਦੀ ਸਪੀਕਿੰਗ ਦੀਆਂ ਜਿਹੜੀਆਂ ਸਕਿੱਲਸ ਨੇ ਉਹਨਾਂ ਨੂੰ ਡਿਵੈਲਪ ਵੀ ਕੀਤਾ ਜਾ ਰਿਹਾ। ਸੋ ਟੀਚਿੰਗ ਜਿਹੜਾ ਮਾਡਲ ਹੈ ਇਹਨਾਂ ਵਿੱਚ ਸਾਡੇ ਕੋਲ ਆਪਸ਼ਨ ਦਿੱਤੇ ਹੋਏ ਨੇ, ਜਿਹਦੇ ਵਿੱਚ ਪਹਿਲਾ ਆਪਸ਼ਨ ਹੈ ਇੰਟੈਲੀਜੀਬਿਲਿਟੀ, ਸੋਸ਼ਲ ਐਕਸੈਪਟੇਬਿਲਿਟੀ ਐਂਡ ਟੀਚੇਬਿਲਿਟੀ। ਸੋ ਪਹਿਲਾਂ ਇੱਕ ਇੱਕ ਕਰਕੇ ਅਸੀਂ ਟਰਮ ਨੂੰ ਡਿਸਕਸ ਕਰਦੇ ਹਾਂ। ਹਾਲਾਂਕਿ ਜੇ ਮੈਂ 71st ਕੁਐਸਚਨ ਦੀ ਗੱਲ ਕਰਾਂ ਤਾਂ ਆਪਸ਼ਨ ਤਾਂ ਮੇਰੇ ਕੋਲ A ਹੀ ਸਹੀ ਹੋ ਜਾਊਗਾ। ਆਪਸ਼ਨ ਤਾਂ ਜਿਹੜਾ ਮੇਰੇ ਕੋਲ ਉਹ ਪਹਿਲਾਂ ਹੀ ਸਹੀ ਹੋ ਜਾਊਗਾ ਇਹਦਾ। ਲੇਕਿਨ ਕਿਸ ਤਰੀਕੇ ਦੇ ਨਾਲ ਮੈਂ ਇਹ ਕਹਿ ਰਹੀ ਹਾਂ ਕਿ ਇਹਦਾ ਜਿਹੜਾ ਆਪਸ਼ਨ ਹੈ ਉਹ A ਹੀ ਹੋਊਗਾ। ਸੋ ਜੇ ਮੈਂ ਗੱਲ ਕਰਾਂ ਇੰਟੈਲੀਜੀਬਿਲਿਟੀ ਦੀ, ਸੋ ਇਹ ਬੇਸਿਕਲੀ ਇੱਕ ਤਰੀਕੇ ਦੀ ਉਹ ਐਬਿਲਿਟੀ ਆ। ਦੇਖੋ ਇੱਕ ਟੀਚਰ ਨੇ ਸਟੂਡੈਂਟਸ ਨੂੰ ਪੜ੍ਹਾਉਣਾ, ਅਗਰ ਉਹ ਆਪਣੇ ਸਬਜੈਕਟ ਦੇ ਵਿੱਚ ਹੀ ਮਾਸਟਰ ਨਹੀਂ ਹੈ, ਅਗਰ ਉਹਨੂੰ ਆਪਣੇ ਸਬਜੈਕਟ ਆਪਣੇ ਹੀ ਉਹਦੇ ਕਨਸੈਪਟ ਕਲੀਅਰ ਨਹੀਂ ਹੈ, ਠੀਕ ਹੈ, ਉਹਨੂੰ ਇਹ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਸਮਾਰਟਲੀ ਉਹਨੇ ਕੰਮ ਕਰਨਾ। ਇੰਟੈਲੀਜੈਂਸ ਤਾਂ ਬੇਸਿਕਲੀ ਇਹੀ ਕੁਝ ਹੋ ਗਿਆ ਨਾ। ਇੰਟੈਲੀਜੈਂਸ 'ਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਇਹ ਨਹੀਂ ਹੈ ਕਿ ਤੁਸੀਂ ਇੱਕ ਚੰਗੇ ਇਕੱਲੇ ਸਬਜੈਕਟ ਨੂੰ ਜਾਣਦੇ ਹੋ, ਤੁਹਾਨੂੰ ਉਸ ਸਬਜੈਕਟ ਦੇ ਵਿੱਚ ਇਹ ਵੀ ਪਤਾ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਨਾਲ ਨਾਲ ਅਸੀਂ ਕਿਵੇਂ ਜਿਹੜਾ ਆ ਹੈਂਡਲ ਕਰਨਾ। ਸੋ ਇਹ ਆ ਜਾਂਦੀ ਹੈ ਜੀ ਐਬਿਲਿਟੀ, ਕਿ ਬੰਦਾ ਕਿੰਨਾ ਜ਼ਿਆਦਾ ਇੰਟੈਲੀਜੈਂਟ ਹੈ। ਅੱਗੇ ਗੱਲ ਕਰਦੇ ਹਾਂ ਸੋਸ਼ਲ ਐਕਸੈਪਟੇਬਿਲਿਟੀ। ਦੇਖੋ ਟੀਚਰ ਨੂੰ ਅਸੀਂ ਸ਼ੁਰੂ ਤੋਂ ਗੁਰੂ ਮੰਨਦੇ ਆਏ ਹਾਂ, ਹਨਾ, ਸੁਣਦੇ ਆਏ ਹਾਂ ਕਿ ਅਧਿਆਪਕ ਜਿਹੜੇ ਹੁੰਦੇ ਨੇ ਗੁਰੂ ਹੁੰਦੇ ਨੇ। ਸੋਸ਼ਲ ਐਕਸੈਪਟੇਬਿਲਿਟੀ ਦਾ ਮਤਲਬ ਕੀ ਹੁੰਦਾ ਕਿ ਕਈ ਵਾਰ ਨਾ ਕਈ ਅਧਿਆਪਕ ਬਹੁਤ ਚੰਗੇ ਜਿਹੜੇ ਨੇ ਕਿਸੇ ਵੀ ਸਬਜੈਕਟ ਦੇ ਵਿੱਚ, ਉਹਨਾਂ ਦੀ ਕਮਾਂਡ ਬੜੀ ਵਧੀਆ ਹੁੰਦੀ ਆ, ਬਟ ਕਈ ਵਾਰ ਉਸ ਅਧਿਆਪਕ ਦਾ ਰਹਿਣਾ ਸਹਿਣਾ, ਉਹਦੀ ਭਾਸ਼ਾ ਜਾਂ ਹੋਰ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਜਿਨ੍ਹਾਂ ਨੂੰ ਸੋਸਾਇਟੀ ਜਾਂ ਤੁਸੀਂ ਕਹਿ ਦੋ ਕਿ ਇੱਕ ਸਕੂਲ ਦਾ ਜਿਹੜਾ ਇਨਵਾਇਰਨਮੈਂਟ ਹੈ ਜਾਂ ਇੱਕ ਕਾਲਜ ਦਾ ਜਿਹੜਾ ਇਨਵਾਇਰਨਮੈਂਟ ਹੈ ਉਹ ਉਹਨਾਂ ਨੂੰ ਐਕਸੈਪਟ ਨਹੀਂ ਕਰ ਪਾਉਂਦਾ। ਤੁਸੀਂ ਆਪ ਸੋਚੋ ਕਿ ਅਗਰ ਇੱਕ ਟੀਚਰ ਹੈ ਉਹ ਮਤਲਬ ਉਹਦੀ ਭਾਸ਼ਾ ਐਵੇਂ ਦੀ ਹੈ ਵੀ ਉਹ ਗਾਲੀ ਗਲੋਚ ਕਰ ਰਹੇ ਨੇ, ਤਾਂ ਚਾਹੇ ਉਹਨਾਂ ਨਾਲੋਂ ਵਧੀਆ ਕਿਸੇ ਨੂੰ ਸਬਜੈਕਟ ਉੱਥੇ ਨੇੜੇ ਤੇੜੇ ਆਉਂਦਾ ਵੀ ਨਾ ਹੋਵੇ, ਬਟ ਅਸੀਂ ਸੋਸ਼ਲੀ ਉਹਨਾਂ ਨੂੰ ਐਕਸੈਪਟ ਨਹੀਂ ਨਾ ਕਰ ਸਕਦੇ। ਸੋ ਸੋਸ਼ਲ ਐਕਸੈਪਟੇਬਿਲਿਟੀ ਵੀ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੋ ਜਾਂਦਾ ਜਦੋਂ ਅਸੀਂ ਗੱਲ ਕਰਦੇ ਹਾਂ ਟੀਚਿੰਗ ਮਾਡਲ ਦੀ। ਔਰ ਤੀਸਰਾ ਸਾਡੇ ਕੋਲ ਬਈ ਕਈ ਇਹੋ ਜਿਹੇ ਹੁੰਦੇ ਨੇ ਹਰ ਕਲਾਸ ਦੇ ਵਿੱਚ, ਤੁਸੀਂ ਦੇਖਿਓ ਵੀ ਸਾਡੇ ਜਿਹੜੇ ਕਲਾਸ ਫੈਲੋਜ਼ ਹੁੰਦੇ ਨੇ ਉਹ 'ਚ ਕੋਈ ਇੱਕ ਅੱਧਾ ਬੱਚਾ ਇਹੋ ਜਿਹਾ ਹੁੰਦਾ ਜਿਹੜਾ ਉਹ ਤਾਂ ਟੌਪਰ ਹੋਊਗਾ, ਕਨਸੈਪਟ ਬੜੇ ਸੋਹਣੇ ਕਲੀਅਰ ਹੋਣਗੇ, ਨੰਬਰ ਵੀ ਵਧੀਆ ਸੋਹਣੀਆਂ ਲੈ ਕੇ ਆ ਜਾਊਗਾ, ਲੇਕਿਨ ਜੇ ਉਹਨੂੰ ਕਹਿ ਦੋ ਕਿ ਆਹ ਚੈਪਟਰ ਸਮਝਾ ਦੋ ਜਾਂ ਟੌਪਿਕ ਸਮਝਾ ਦੋ, ਸਮਝਾ ਨਹੀਂ ਪਾਉਂਦਾ। ਸੋ ਜੇ ਤੁਸੀਂ ਗੱਲ ਕਰਦੇ ਹੋ ਇੱਕ ਚੰਗੇ ਇੰਗਲਿਸ਼ ਟੀਚਰ ਦੀ ਜਾਂ ਤੁਸੀਂ ਇੱਕ ਟੀਚਿੰਗ ਮਾਡਲ ਦੀ ਗੱਲ ਕਰਦੇ ਹੋ, ਤਾਂ ਤੁਹਾਡੇ ਕੋਲ ਇੱਕ ਜਿਹੜਾ ਐਕੂਰੇਟ ਜਾਂ ਟੀਚਿੰਗ ਮਾਡਲ ਹੈ ਉਹਦੇ 'ਚ ਇਹ ਆ ਕਿ ਟੀਚਰ ਨੂੰ ਆਪਣੇ ਸਬਜੈਕਟ ਦੀ ਚੰਗੀ ਨੌਲੇਜ ਹੋਵੇ, ਟੀਚਰ ਇੰਟੈਲੀਜੈਂਟ ਹੋਵੇ, ਟੀਚਰ ਨੂੰ ਸੋਸ਼ਲੀ ਐਕਸੈਪਟ ਕੀਤਾ ਜਾ ਸਕੇ, ਪਲੱਸ ਉਹਦੇ ਵਿੱਚ ਇਹ ਐਬਿਲਿਟੀ ਹੋਵੇ ਕਿ ਉਹ ਬੱਚਿਆਂ ਨੂੰ ਉਸ ਟੌਪਿਕ ਨੂੰ ਸਮਝਾ ਸਕੇ, ਕਨਸੈਪਟ ਤੱਕ ਲੈ ਕੇ ਜਾ ਸਕੇ। ਸੋ ਇਹ ਵਾਲਾ ਜਿਹੜਾ ਮਾਡਲ ਹੈ ਇਹ ਬਿਲਕੁਲ ਬੈਸਟ ਹੋ ਜਾਂਦਾ ਹੈ। ਬਾਕੀ ਆਪਸ਼ਨ ਦੀ ਜੇ ਤੁਸੀਂ ਗੱਲ ਕਰੋਗੇ, ਹਾਲਾਂਕਿ ਇੱਕ ਇੱਕ ਕਰਕੇ ਮੈਂ ਜ਼ਰੂਰ ਇਹਨਾਂ ਨੂੰ ਇੱਕ ਵਾਰ ਡਿਸਕਸ ਕਰ ਦਿੰਦੀ ਹਾਂ। ਜਿਵੇਂ
लर्नबिलिटी है, तो लर्नबिलिटी की है एबिलिटी टू लर्न, सिखते रहना। हालांकि मैं मेरा ये मनना आ कि एक जिहड़ा टीचर है जिहड़ा लगातार सिखियार्थी भी है, ठीक है, तो विद्यार्थियों को पढ़ा भी रहा है ना। सो वो जिहड़ा एक टीचर है मे भी शायद बेस्ट हो सकता, लेकिन जे ਅਸੀਂ ਗੱਲ ਕਰਦੇ ਹਾਂ ਇੰਗਲਿਸ਼ ਦੇ ਟੀਚਰ ਟੀਚਿੰਗ ਮॉडल्स ਦੀ, ਤਾਂ ਤੁਸੀਂ ਆਪ ਸੋਚ ਕੇ ਦੇਖੋ ਕਿ ਅਗਰ ਹਰ ਚੀਜ਼ ਦੇ ਉੱਤੇ ਮਤਲਬ ਹਜੇ ਤਾਂ ਉਹ ਲਰਨਿੰਗ ਸਟੇਜ ਦੇ ਉੱਤੇ ਹੀ ਆ, ਫਿਰ ਅਸੀਂ ਉਹਨੂੰ ਇੱਕ ਬੈਸਟ ਟੀਚਰ ਕਿਵੇਂ ਕੰਸੀਡਰ ਕਰਾਂਗੇ? ਇਹ ਬੈਸਟ ਅਪਰੋਚ ਨਹੀਂ ਹੋ ਸਕਦੀ, ਗੁੱਡ ਅਪਰੋਚ ਹੋ ਸਕਦੀ ਆ, ਬੈਸਟ ਅਪਰੋਚ ਨਹੀਂ ਹੋ ਸਕਦੀ। ਹੁਣ ਇਹਦੇ ਵਿੱਚ ਕੀ ਕਿਹਾ ਹੋਇਆ ਕਿ ਲਰਨੇਬਿਲਿਟੀ ਆ, ਇੰਟੈਲੀਜੀਬਿਲਿਟੀ ਆ ਐਂਡ ਸੋਸ਼ਲ ਐਕਸੈਪਟੇਬਿਲਿਟੀ ਆ, ਵੀ ਉਹ ਬੰਦਾ ਨਾਲ ਨਾਲ ਸਿੱਖ ਵੀ ਰਿਹਾ, ਇੰਟੈਲੀਜੈਂਟ ਵੀ ਆ, ਸੋਸ਼ਲੀ ਉਹਨੂੰ ਐਕਸੈਪਟ ਵੀ ਕਰ ਲਿਆ ਗਿਆ। ਲੇਕਿਨ ਅਗਰ ਉਹਦੇ ਵਿੱਚ ਮੰਨ ਲਓ ਪੜਾਉਣ ਦੀ ਕੈਪੇਬਿਲਿਟੀ ਨਹੀਂ ਹੈ, ਤਾਂ ਤੁਸੀਂ ਫਿਰ ਉਹਨੂੰ ਇੱਕ ਚੰਗਾ ਟੀਚਰ ਕਿਵੇਂ ਕਹਿ ਦੋਗੇ? ਅਗਲੀ ਜੇ ਗੱਲ ਕਰੀਏ ਵੇਰੀਏਬਿਲਿਟੀ, ਤਾਂ ਵੇਰੀਏਬਿਲਿਟੀ ਦਾ ਕੀ ਮਤਲਬ ਹੁੰਦਾ? ਜਿਹੜਾ ਟਾਈਮ ਟੂ ਟਾਈਮ ਆਪਣੇ ਆਪ ਨੂੰ ਬਦਲਦਾ ਰਹੇ, ਚੇਂਜ ਕਰਦਾ ਰਹੇ। ਚੇਂਜ ਇਜ਼ ਅ ਗੁੱਡ ਪਾਰਟ ਆਫ ਲਾਈਫ, ਬਟ ਵੇਰੀਏਬਿਲਿਟੀ ਦਾ ਮਤਲਬ ਇਹ ਆ, ਹੁਣ ਮੰਨ ਲਓ ਅੱਜ ਮੈਂ ਐਜ਼ ਅ ਟੀਚਰ ਮੰਨ ਲਓ ਮੈਂ ਇਸ ਤਰੀਕੇ ਨਾਲ ਪੜ੍ਹਾ ਰਹੀ ਹਾਂ, ਮੇਰੇ 5-10 ਲੈਕਚਰ ਲਾ ਕੇ ਬੱਚੇ ਨੂੰ ਮੇਰੇ ਪੜਾਉਣ ਦਾ ਜਿਹੜਾ ਸਟਾਈਲ ਆ ਉਹ ਜੱਚ ਗਿਆ ਹਨਾ, ਤੇ ਹੁਣ ਮੰਨ ਲਓ ਕਿ ਮੈਂ ਆਪਣਾ ਪੜਾਉਣ ਦਾ ਸਟਾਈਲ ਬਿਲਕੁਲ ਹੀ ਚੇਂਜ ਕਰਦਾ, ਮੇਰੀ ਵਕੈਬ ਬਿਲਕੁਲ ਚੇਂਜ ਹੋ ਜੇ, ਠੀਕ ਹੈ, ਮੇਰਾ ਰਵੱਈਆ ਬਿਲਕੁਲ ਚੇਂਜ ਹੋ ਜੇ। ਟੀਚਰ ਦੇ ਨਾਲ ਬੱਚਾ ਜਿਹੜਾ ਆ ਉਹ ਇੰਟਰੈਕਟ ਵੀ ਤਾਂ ਕਰਦਾ ਨਾ, ਉਹਨਾਂ ਦੇ ਨਾਲ ਕਨੈਕਟ ਵੀ ਹੋ ਜਾਂਦਾ। ਸੋ ਜੇ ਇੱਕ ਟੀਚਰ ਬਹੁਤ ਹੀ ਜ਼ਿਆਦਾ ਵੇਰੀਏਬਲ ਹੋਊਗਾ, ਬਹੁਤ ਹੀ ਜ਼ਿਆਦਾ ਉਹਦੀ ਭਾਸ਼ਾ ਚੇਂਜ ਹੋ ਰਹੀ ਆ, ਤੌਰ ਤਰੀਕੇ ਚੇਂਜ ਹੋ ਰਹੇ ਆ, ਇੱਕ ਦਿਨ ਟੀਚਰ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਪੜ੍ਹਾ ਰਿਹਾ, ਮਤਲਬ ਪੜਾਉਣ ਦਾ ਓਬਵੀਅਸਲੀ ਟੌਪਿਕ ਵਾਈਜ਼ ਤਰੀਕਾ ਹੋਰ ਹੋ ਸਕਦਾ, ਪਰ ਇੱਕ ਜਿਹੜਾ ਇੱਕ ਬੇਸਿਕ ਸਟਾਈਲ ਹੁੰਦਾ ਹਰ ਇੱਕ ਟੀਚਰ ਦਾ। ਮੇਰੇ ਕੁਝ ਲੈਕਚਰ ਲਾਉਂਗੇ ਤਾਂ ਤੁਸੀਂ ਹੋ ਸਕਦਾ ਕਿ ਤੁਹਾਡੇ ਚੋਂ ਬਹੁਤ ਸਾਰੇ ਸਟੂਡੈਂਟਸ ਮੇਰੀ ਕਾਪੀ ਕਰਨ ਲੱਗ ਜਾਣਗੇ ਵੀ ਉਹ ਸਭ ਫਲਾਨੀ ਮੈਡਮ ਐਵੇਂ ਜੇ ਪੜਾਉਂਦੀ ਆ ਹਨਾ। ਸੋ ਉਹ ਜਿਹੜੀ ਵੇਰੀਏਬਿਲਿਟੀ ਆ ਉਹ ਨਹੀਂ ਹੋਣੀ ਚਾਹੀਦੀ, ठीक है। लर्नेबिलिटी और टीचेबिलिटी, भाई जे सोशली एक्सेप्टेबल नहीं है वो बंदा, इंटेलिजेंट नहीं है, तो फिर की फायदा उस टीचर का? अगली गल वेरीएबिलिटी, इंटेलिजिबिलिटी एंड टीचेबिलिटी अपने आप ही हुण तुसीं जज कर सकते हो कि नहीं सब तो सही मॉडल ही वो आ जिहदे विच टीचर चंगा इंटेलिजेंट भी है, सोशली एक्सेप्टेड भी है और पढ़ाउण दी एक चंगी कैपेबिलिटी भी रखदा। अगली गल करते हैं, विच ऑफ द फॉलोइंग इज नॉट अ मूवेबल ऑर्गन ऑफ स्पीच। सौखा जिहा सवाल सीगा, कोई बहुता दस्सण दी जरूरत नहीं है। लिप्स बई मूव करते हैं, नेजल कैविटी मूव करती है, लोअर जॉ साडा जिहड़ा नीचे वाला जबड़ा है वो भी मूव करता है। सो अब्यूला जिहड़ा है जो कि बेसिकली साडे तालूए नूं आई थिंक कह दिंदे ने, उपर वाला जिहड़ा तालूआ हुंदा उहनूं कह दिंदे ने। सो अबूला जिहड़ा आ वो बेसिकली मूव नहीं करता। तुसीं इहनूं सर्च करके इहदी एक पिक्चर जिहड़ी उहनूं देख सकदे हो ताकि तुहानूं क्लीयर हो जाए कि अबूला की है। मैनूं इत्थे पंजाबी दे विच इहनूं एक्सप्लेन नहीं करना आ रहा, सो इहनूं तुसीं सर्च कर सकते हो। नैक्सट अगर असीं गल करते हैं, सो नैक्सट मेरे को आ जाता है 73rd क्वेश्चन, जिस असीं कहने द सिस्टम ऑफ पैटर्न ऑफ अरेंजमेंट और सेंटेंस इज नोन एज। तो बई इहदे उत्ते दा ना चैप्टर भी हुंदा है, चैप्टर भी इहदे नाम तो हुंदा जिन्हों सिंटैक्स कह दिंदे हैं। तो सिंटैक्स की है जिन्हों पंजाबी दे विच वाकबोध कह दिंदे हैं कि एक सेंटेंस किवें बनदा, सेंटेंस दी स्ट्रक्चर की है, किहड़ी चीज़ सेंटेंस दे विच पहलां आऊगी, किहड़ी चीज़ उस तो बाद आऊगी, किहड़ी चीज़ एंड ते आउणी चाहीदी आ, किहड़ी चीज़ विच विचाले आउणी चाहीदी आ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਬੋਧ ਹੁੰਦਾ ਉਹ ਅਸੀਂ ਸਿੰਟੈਕਸ ਦੇ ਵਿੱਚ ਕਰਦੇ ਆ। ਸੋ ਬਿਲਕੁਲ ਹੀ ਸਿੰਪਲ ਜਿਹਾ ਸਵਾਲ ਸੀਗਾ ਮੇਰੇ ਕੋਲ ਇਹ, ਠੀਕ ਹੈ। ਅੱਗੇ ਹੁਣ ਜੇ ਅਸੀਂ ਗੱਲ ਕਰੀਏ ਤਾਂ ਅੱਗੇ ਮੇਰੇ ਕੋਲ ਆ ਜਾਂਦਾ ਨੈਕਸਟ ਕੁਐਸਚਨ, ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਮਿਸ ਨਮਿਤਾ ਨੇ ਕੋਈ ਇਜ਼ ਕੰਸਰਨਡ ਅਬਾਊਟ ਇਨਡਿਸਟਿੰਕਟ ਐਂਡ ਸ਼ੈਬੀ ਹੈਂਡਰਾਈਟਿੰਗ, ਸ਼ੈਬੀ ਮਤਲਬ ਗੰਦੀ ਜੀ ਹੈਂਡਰਾਈਟਿੰਗ ਆਫ ਸਮ ਸਟੂਡੈਂਟਸ ਇਨ ਹਰ ਕਲਾਸ, ਇੰਗਲਿਸ਼ ਕਲਾਸ। विच ऑफ द फॉलोइंग शुड मिस नमिता यूज टू हैल्प द स्टूडेंट्स। सो बच्चों की राइटिंग को लैके अक्सर टीचर जिहड़े ने बहुत तंग रहंदे ने, क्योंकि बच्चों की हैंडराइटिंग कई बार इन्नी क ज़्यादा माड़ी होंदी है कि समझ ही नहीं आता बच्चे ने लिखिया की आ। तो एक टीचर है उन्होंने अगे भी यही सिचुएशन बनी हुई है, तो उन्होंने की करना चाहिए? मोटिवेट करना चाहिए स्टूडेंट्स टू राइट क्लीयरली, गिव रिवॉर्ड्स टू द स्टूडेंट्स, यूज ट्रांसक्रिप्शन बुक्स और आस्क देम टू अटेंड एक्स्ट्रा क्लासेस। मैं ਇਹਦਾ ਆਨਸਰ ਖੁਦ ਨਹੀਂ ਦਊਂਗੀ, ਮੈਂ ਤਾਂ ਤੁਹਾਡੇ ਤੋਂ ਹੀ ਪੁੱਛੂੰਗੀ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਸਾਡੀ ਰਾਈਟਿੰਗ ਬੜੀ ਗੰਦੀ ਹੁੰਦੀ ਸੀ, ਤਾਂ ਸਾਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਦਿੱਤੀਆਂ ਜਾਂਦੀਆਂ ਸੀ ਜਿਹਦੇ ਉੱਤੇ ਅਸੀਂ ਬਾਰ-ਬਾਰ ਸੇਮ ਇੱਕ ਲਾਈਨ ਨੂੰ ਰਿਪੀਟ ਕਰਦੇ ਰਹਿੰਦੇ ਹੁੰਦੇ ਸੀਗੇ। ਸੋ ਉਹ ਵਾਲੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਉਹ ਇੱਕ ਬੈਸਟ ਮੈਥਡ ਹੁੰਦੀਆਂ ਨੇ, ਕਿਉਂਕਿ ਜਦੋਂ ਤੁਸੀਂ ਬਾਰ-ਬਾਰ ਇੱਕੋ ਹੀ ਤਰੀਕੇ ਨਾਲ ਪ੍ਰੈਕਟਿਸ ਕਰਦੇ ਹੋ, ਅੱਖਰਾਂ ਦੀ ਬਣਤਰ ਜਦੋਂ ਸੇਮ ਹੋ ਜਾਂਦੀ ਹੈ ਤਾਂ ਆਪਣੇ ਆਪ ਹੀ ਰਾਈਟਿੰਗ ਇੰਪਰੂਵ ਹੋ ਜਾਂਦੀ ਹੈ। ਸੋ ਸਾਡੇ ਕੋਲ ਤੁਸੀਂ ਬੱਚੇ ਨੂੰ ਮੋਟੀਵੇਟ ਕਰ ਰਹੇ ਹੋ, ਤੁਸੀਂ ਉਹਨੂੰ ਰਿਵਾਰਡ ਦੇ ਰਹੇ ਹੋ, ਤੁਸੀਂ ਉਹਨੂੰ ਐਕਸਟਰਾ ਕਲਾਸ ਅਟੈਂਡ ਕਰਵਾ ਰਹੇ ਹੋ, ਇਹਦਾ ਇੰਨਾ ਕੋਈ ਫਰਕ ਨਹੀਂ ਪੈਣਾ, ਕਿਉਂਕਿ ਬੇਸਿਕਲੀ ਇਹ ਇੱਕ ਰਾਈਟਿੰਗ ਫਿਜ਼ੀਕਲ ਸਕਿੱਲ ਹੈ। ਤਾਂ ਫਿਜ਼ੀਕਲ ਸਕਿੱਲ ਦਾ ਮਤਲਬ ਕੀ ਹੈ ਕਿ ਉਹਨੂੰ ਫਿਜ਼ੀਕਲੀ ਪ੍ਰੈਕਟਿਸ ਕਰਨ ਦੀ ਜ਼ਰੂਰਤ ਪਊਗੀ। ਸੋ ਇਸ ਕਰਕੇ ਇਹਦਾ ਜਿਹੜਾ ਆਪਸ਼ਨ ਹੈ ਉਹ ਸੀ ਆਪਸ਼ਨ ਹੋ ਜਾਂਦਾ। ਸੋ ਯੂਜ਼ ਟ੍ਰਾਂਸਕ੍ਰਿਪਸ਼ਨ ਬੁੱਕਸ ਜਿਹੜੀਆਂ ਹੈ ਉਹ ਬਿਲਕੁਲ ਸਹੀ ਆਪਸ਼ਨ ਹੋ ਜਾਂਦਾ ਹੈ। ਸੋ ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਹਾਂ। ਤਾਂ ਨੈਕਸਟ ਜਿਹੜਾ ਕੁਐਸਚਨ ਹੈ 75th क्वेश्चन च सानू पूछा होया
The bulk of English vocabulary items can be classified into 4 distinct groups of the words. Select the correct out of the following. So ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ vocab ਦੀ। ਅੱਜ ਦੇ ਟਾਈਮ ਦੇ ਵਿੱਚ ਅਗਰ ਤੁਹਾਨੂੰ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਉਹਦੀ ਇੱਕ ਚੰਗੀ vocab ਦੀ ਜਾਣਕਾਰੀ ਹੈ ਤਾਂ ਵੀ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ, ਤਾਂ ਵੀ ਤੁਸੀਂ ਗੱਲਾਂ ਬਾਤਾਂ ਕਰ ਸਕਦੇ ਹੋ, ਕਿਉਂਕਿ vocab ਡੇਲੀ ਬੇਸਿਸ ਤੇ ਚੇਂਜ ਹੋਣ ਵਾਲੀ ਚੀਜ਼ ਹੈ। ਸਾਡਾ ਸਲੈਂਗ ਚੇਂਜ ਹੁੰਦਾ ਰਹਿੰਦਾ, ਬੋਲਣ ਦਾ ਤਰੀਕਾ ਬਦਲਦਾ ਰਹਿੰਦਾ, vocab ਬਦਲਦੀ ਰਹਿੰਦੀ ਹੈ। ਸੋ vocab ਜਿਹੜੀ ਹੁੰਦੀ ਹੈ ਇਹਦੇ ਤੇ ਪੂਰਾ ਇੱਕ ਮੰਨ ਕੇ ਚੱਲੋ ਵੀ 1.5 ਘੰਟੇ ਦਾ ਪੂਰਾ ਲੈਕਚਰ ਜਿਹੜਾ ਹੈ ਸਾਡੇ ਕੋਲ ਥਿਊਰੀ ਦੇ ਵਿੱਚ ਆਉਂਦਾ ਆ। ਸੋ ਉੱਥੇ ਅਸੀਂ ਪ੍ਰੋਪਰ ਇਹਨੂੰ ਕਲੀਅਰ ਕਰਦੇ ਹੁੰਦੇ ਆ ਕਿ vocab ਜਿਹੜੀ ਉਹਨੂੰ ਕਿਵੇਂ ਕਲਾਸੀਫਾਈ ਕੀਤਾ ਜਾ ਸਕਦਾ। ਇੱਥੇ ਮੈਂ ਡਾਇਰੈਕਟਲੀ ਤੁਹਾਨੂੰ ਦੱਸੂਗੀ ਕਿ ਇਹਦਾ ਜਿਹੜਾ ਆਪਸ਼ਨ ਹੈ ਉਹ ਕਿਹੜਾ ਸਹੀ ਹੋ ਜਾਂਦਾ ਆ ਤੇ ਕਿਉਂ। ਸੋ ਸਾਡੇ ਕੋਲ ਜਿਹੜਾ ਆਪਸ਼ਨ ਉਹ ਹੋ ਜਾਂਦਾ ਆ ਬੀ ਸਹੀ। ਹੁਣ ਧਿਆਨ ਨਾਲ ਸਮਝਿਓ, ਪਹਿਲਾਂ ਅਸੀਂ ਕੱਲੇ ਦਾ ਮੀਨਿੰਗ ਕਲੀਅਰ ਕਰਦੇ ਹਾਂ, ਫਿਰ ਇੱਕ ਐਗਜ਼ਾਮਪਲ ਦਊਂਗੀ, ਉਸ ਐਗਜ਼ਾਮਪਲ ਤੋਂ ਕਲੀਅਰ ਹੋ ਜਾਊਗਾ ਕਿ ਮੈਂ ਇਹ ਆਪਸ਼ਨ ਕਿਉਂ ਲਿਆ। ਬਾਕੀਆਂ ਨੂੰ ਤੁਸੀਂ ਫਿਰ ਉਸ ਤੋਂ ਬਾਅਦ ਆਪਣੇ ਲੈਵਲ ਦੇ ਉੱਤੇ ਜਿਹੜਾ ਆ ਉਹ ਦੇਖ ਸਕਦੇ ਹੋ ਵੀ ਕਿਉਂ ਮੈਂ ਬਾਕੀ ਆਪਸ਼ਨਸ ਨੂੰ ਕੰਸੀਡਰ ਨਹੀਂ ਕੀਤਾ। ਤਾਂ ਜੇ ਅਸੀਂ ਗੱਲ ਕਰਦੇ ਹਾਂ ਸਾਡੇ ਫੰਕਸ਼ਨਲ ਗਰੁੱਪਸ ਦੀ, ਤਾਂ ਜਿਹੜੇ ਫੰਕਸ਼ਨਲ ਵਰਡਸ ਹੁੰਦੇ ਨੇ, ਤੁਸੀਂ ਦੇਖੋ ਕਿ ਜਦੋਂ ਅਸੀਂ ਛੋਟੇ ਹੁੰਦੇ ਆ ਤਾਂ ਬੱਚਿਆਂ ਨੂੰ ਨਾ ਜਦੋਂ ਸਿਖਾਇਆ ਜਾਂਦਾ ਹੈ ਨਾ, ਇੰਗਲਿਸ਼ ਭਾਸ਼ਾ ਪੜ੍ਹਾਈ ਜਾਂਦੀ ਹੈ, ਤਾਂ ਅਸੀਂ AM ਦਾ ਤੋਂ ਕਹਾਣੀ ਸ਼ੁਰੂ ਕਰਦੇ ਹੁੰਦੇ ਆ। ਪਹਿਲਾਂ ਉਹਨੂੰ ਦੱਸ ਦਿੰਦੇ ਆ ਕਿ ਡਿਟਰਮੀਨਰਸ ਕੀ ਆ, ਫਿਰ ਉਹਨੂੰ ਹੌਲੀ ਹੌਲੀ ਦੱਸਦੇ ਆ ਵੀ ਨਾਊਨ ਕੀ ਨੇ, ਉਹਨੂੰ ਪ੍ਰੋਨਾਊਨਸ ਦੱਸਦੇ ਆ। ਫਿਰ ਜਦੋਂ ਬੱਚਾ ਇੱਥੇ ਤੱਕ ਸਿੱਖ ਲੈਂਦਾ ਨਾਊਨਸ ਦੇ ਵਿੱਚ, ਉਹਨੂੰ ਜੈਂਡਰ ਬਾਰੇ, ਨੰਬਰ ਬਾਰੇ ਦੱਸ ਦਿੰਦੇ ਆ। ਫਿਰ ਹੌਲੀ ਹੌਲੀ ਅਸੀਂ ਉਹਨੂੰ ਪ੍ਰੈਪੋਜੀਸ਼ਨਸ ਬਾਰੇ। ਇਨ ਜਨਰਲ ਅਸੀਂ ਕੀ ਕਰਦੇ ਆ, ਬੱਚੇ ਦੇ ਦਿਮਾਗ ਦੇ ਵਿੱਚ ਜਿਹੜੇ ਬੇਸਿਕ ਸਟਰਕਚਰ ਨੇ, ਸਟਰਕਚਰ ਆਫ ਅ ਸੈਂਟੈਂਸ, ਜਿਹਦੇ ਵਿੱਚ ਇਨ ਦਾ ਫਾਰਮ ਆਫ ਆਪਾਂ ਗ੍ਰਾਮਰ ਕਹਿ ਦਿੰਦੇ ਆ, ਹਨਾ। ਮੈਂ ਬੱਚੇ ਨੂੰ ਦੱਸ ਦੂੰਗੀ ਵੀ ਭਾਈ ਇਹਦੇ ਵਿੱਚ ਐਡਜੈਕਟਿਵ ਕੀ ਹੈ, ਐਡਵਰਬ ਕੀ ਹੈ। ਉਹ ਜਿਹੜੀਆਂ ਬੇਸਿਕ ਚੀਜ਼ਾਂ ਹੁੰਦੀਆਂ ਨੇ ਉਹ ਬੇਸਿਕਲੀ ਸਾਡੇ ਫੰਕਸ਼ਨ ਵਰਡਸ ਹੁੰਦੇ ਨੇ, ਉਹਨਾਂ ਨੂੰ ਅਸੀਂ ਫੰਕਸ਼ਨ ਵਰਡ ਕਹਿੰਦੇ ਆ। ਅੱਗੇ ਜਿਹੜਾ ਸਾਡੇ ਕੋਲ ਆਪਸ਼ਨ ਆਉਂਦਾ ਜੀ ਸਬਸਟੀਟਿਊਟ। ਤਾਂ ਸਬਸਟੀਟਿਊਟ ਦਾ ਮਤਲਬ ਪਤਾ ਕੀ ਹੁੰਦਾ, ਅਸੀਂ ਆਮ ਤੌਰ ਤੇ ਇਸ ਵਰਡ ਨੂੰ ਯੂਜ਼ ਵੀ ਕਰਦੇ ਆ ਕਿ ਤੇਰੇ ਕੋਲ ਇਹਦਾ ਕੋਈ ਹੋਰ ਵਿਕਲਪ ਹੈ, ਕੋਈ ਹੋਰ ਰਸਤਾ ਹੈ, ਤਾਂ ਅਸੀਂ ਕਹਿੰਦੇ ਆ ਕਿ ਕੀ ਤੇਰੇ ਕੋਲ ਇਹਦਾ ਕੋਈ ਸਬਸਟੀਟਿਊਟ ਪਿਆ। ਤਾਂ ਸਬਸਟੀਟਿਊਟ ਦਾ ਕੀ ਮਤਲਬ ਹੈ, ਆਪਾਂ ਸਾਰਿਆਂ ਨੇ ਇੰਗਲਿਸ਼ ਦੇ ਵਿੱਚ ਸਿਨੋਨਿਮਸ ਵਰਡਸ ਸੁਣੇ ਹੋਣਗੇ। ਤਾਂ ਸਿਨੋਨਿਮਸ ਕੀ ਹੁੰਦੇ ਨੇ, ਇੱਕ ਚੀਜ਼ ਨੂੰ, ਜਿਵੇਂ ਚੇਅਰ ਹੈ, ਹੁਣ ਚੇਅਰ ਨੂੰ ਮੈਂ ਚੇਅਰ ਕਹਿ ਰਹੀ ਹਾਂ, ਹੋ ਸਕਦਾ ਤੁਸੀਂ ਚੇਅਰ ਨੂੰ ਕੁਝ ਹੋਰ ਕਹਿੰਦੇ ਹੋਵੋ, ਠੀਕ ਹੈ, ਜਾਂ ਹੋ ਸਕਦਾ ਕਿ ਇੰਗਲਿਸ਼ ਦੇ ਵਿੱਚ ਚੇਅਰ ਵਾਸਤੇ ਕੋਈ ਹੋਰ ਵਰਡ ਵੀ ਹੋਵੇ। ਹੁਣ ਹੈਪੀ ਹੈ, ਠੀਕ ਹੈ, ਹੈਪੀ ਮਤਲਬ ਖੁਸ਼, ਹਨਾ। ਹੁਣ ਹੈਪੀ ਵਾਸਤੇ ਤਾਂ ਬਹੁਤ ਕੁਝ ਹੋ ਸਕਦਾ, ਡਿਲਾਈਟਫੁਲ ਵੀ ਹੋ ਸਕਦਾ, ਹਨਾ, ਬਹੁਤ ਸਾਰੇ ਵਰਡ ਯੂਜ਼ ਕੀਤੇ ਜਾ ਸਕਦੇ ਆ। ਤਾਂ ਬੇਸਿਕਲੀ ਜਿਹੜੇ ਸਾਡੇ ਕੋਲ ਸਿਨੋਨਿਮਸ ਵਗੈਰਾ ਆ ਜਾਂਦੇ ਆ, ਅਸੀਂ ਫਿਰ ਪਹਿਲਾਂ ਬੱਚੇ ਨੂੰ ਬੇਸਿਕ ਗ੍ਰਾਮਰ ਦੱਸਦੀ, ਫਿਰ ਅਸੀਂ ਕਹਿੰਦੇ ਕਿ ਤੁਸੀਂ ਸਬਸਟੀਟਿਊਟ ਵਰਡਸ ਵੀ ਯੂਜ਼ ਕਰ ਸਕਦੇ ਹੋ। ਵੀ ਜ਼ਰੂਰੀ ਨਹੀਂ ਵੀ ਹਮੇਸ਼ਾ ਇੱਕੋ ਹੀ ਤਰ੍ਹਾਂ ਸੈਡ ਵਰਡ ਯੂਜ਼ ਕਰਦੇ ਰਹੋ। ਸੈਡ ਵਾਸਤੇ ਅਨਹੈਪੀ ਵੀ ਯੂਜ਼ ਕਰ ਸਕਦੇ ਹੋ, ਸੈਡ ਵਾਸਤੇ ਹੋਰ ਸਾਡੇ ਕੋਲ ਕਿੰਨੇ ਸਾਰੇ ਵਰਡਸ ਅਵੇਲੇਬਲ ਨੇ, ਤਾਂ ਕਿ ਜਿਹੜੀ ਭਾਸ਼ਾ ਦਾ ਜਿਹੜਾ ਯੂਜ਼ ਆ ਉਹ ਬੋਰਿੰਗ ਨਾ ਲੱਗੇ। ਸੋ ਇਹ ਸਾਡੇ ਕੋਲ ਆ ਜਾਂਦਾ ਸਬਸਟੀਟਿਊਟ ਵਰਡਸ। ਫਿਰ ਸਾਡੇ ਕੋਲ ਥਰਡ ਆਉਂਦੇ ਹੁੰਦੇ ਨੇ ਡਿਸਟ੍ਰੀਬਿਊਟਿਵ ਵਰਡਸ। ਤਾਂ ਡਿਸਟ੍ਰੀਬਿਊਟਿਵ ਵਰਡਸ ਕਿਹੜੇ ਹੁੰਦੇ ਨੇ, ਹੁਣ ਤੁਸੀਂ ਦੇਖੋ, ਤੁਹਾਨੂੰ ਬੇਸਿਕ ਗ੍ਰਾਮਰ ਬਾਰੇ ਪਤਾ ਲੱਗ ਗਿਆ, ਤੁਸੀਂ ਕਿਸੇ ਸ਼ਬਦ ਨੂੰ ਬਾਰ-ਬਾਰ ਸੇਮ ਸ਼ਬਦ ਵਰਤਣ ਦੀ ਜਗ੍ਹਾ ਤੇ ਤੁਸੀਂ ਉਹਦੀ ਜਗ੍ਹਾ ਤੇ ਉਹਦੇ ਸਬਸਟੀਟਿਊਟ, ਉਹਦੇ ਨਾਲ ਦੇ ਰਲਦੇ ਮਿਲਦੇ ਸ਼ਬਦ ਯੂਜ਼ ਕਰ ਲਏ। ਹੁਣ ਡਿਸਟ੍ਰੀਬਿਊਟਿਵ ਵਰਡ ਕੀ ਹੁੰਦੇ ਨੇ, ਜਦੋਂ ਅਸੀਂ ਗੱਲ ਕਰਦੇ ਹਾਂ ਵੀ ਐਵਰੀ ਜਾਂ ਈਚ ਜਾਂ ਨਨ ਜਾਂ ਨਾਈਦਰ, ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੁੰਦੇ ਨੇ, ਜਿਹੜੇ ਬੇਸਿਕਲੀ ਹੁਣ ਤੁਹਾਡੇ, ਕਿਉਂਕਿ ਤੁਹਾਡਾ ਕੋਲ ਇੱਕ ਸੈਂਟੈਂਸ ਤਿਆਰ ਹੈ, ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਇੱਕ ਸ਼ਮੂਲੀਅਤ ਜਿਹੜੀ ਹੈ, ਠੀਕ ਹੈ, ਉਹਨੂੰ ਵੀ ਡਿਸਕ੍ਰਾਈਬ ਕਰਨਾ ਚਾਹੁੰਦੇ ਹੋ। ਸੋ ਡਿਸਟ੍ਰੀਬਿਊਸ਼ਨ ਜਿਹੜੀ ਹੁੰਦੀ ਆ, ਇਹੋ ਜਿਹੇ ਵਰਡ ਜਿਹੜੇ ਡਿਸਟ੍ਰੀਬਿਊਸ਼ਨ ਐਕਸਪਲੇਨ ਕਰ ਸਕਣ, ਉਹਨਾਂ ਨੂੰ ਅਸੀਂ ਡਿਸਟ੍ਰੀਬਿਊਟਿਵ ਵਰਡਸ ਕਹਿ ਦਿੰਦੇ ਆ। ਸੋ ਦੈਨ ਸਾਡੇ ਕੋਲ ਆਉਂਦੇ ਨੇ ਕੰਟੈਂਟ ਵਰਡਸ। ਤਾਂ ਕੰਟੈਂਟ ਵਰਡਸ ਕੀ ਹੁੰਦੇ ਨੇ, ਅਜਿਹੇ ਵਰਡ ਜਿਨ੍ਹਾਂ ਦਾ ਆਪਣਾ ਇੱਕ ਮੀਨਿੰਗ ਹੋਵੇ। ਮੈਨੂੰ ਬਿਲਕੁਲ ਲੱਗਦਾ ਕਿ ਅਗਰ ਤੁਸੀਂ ਇਸ ਕਨਸੈਪਟ ਨੂੰ ਡੈਪਥ ਦੇ ਵਿੱਚ ਹਜੇ ਤੱਕ ਨਹੀਂ ਪੜ੍ਹਿਆ, ਤੁਹਾਡੇ ਲਈ ਅਗਰ ਇਹ ਚੀਜ਼ ਅੱਜ ਪਹਿਲੀ ਵਾਰੀ ਤੁਸੀਂ ਸੁਣ ਰਹੇ ਹੋ, ਤਾਂ ਬਿਲਕੁਲ ਜਾਇਜ਼ ਹੈ ਕਿ ਤੁਸੀਂ ਇਸ ਸਵਾਲ ਦੇ ਵਿੱਚ ਜਾ ਕੇ ਕਨਫਿਊਜ਼ ਹੋ ਜਾਓ ਵੀ ਸਾਨੂੰ ਤਾਂ ਜੀ ਸਮਝ ਨਹੀਂ ਲੱਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਸਵਾਲ ਦੇ ਵਿੱਚ ਪੁੱਛਿਆ ਗਿਆ ਸੀਗਾ ਕਿ ਵੋਕੈਬਲਰੀ ਦੀਆਂ ਜਿਹੜੀਆਂ ਆਈਟਮਸ ਨੇ ਇੰਗਲਿਸ਼ ਦੇ ਵਿੱਚ, ਜਿਹੜੀ ਸਾਡੀ ਵੋਕੈਬ ਹੈ ਉਹ ਕਿਸ ਤਰੀਕੇ ਨਾਲ ਅਸੀਂ ਕਲਾਸੀਫਾਈ ਕੀਤਾ ਹੋਇਆ। ਤਾਂ ਵੋਕੈਬ ਨੂੰ ਪਹਿਲਾਂ ਅਸੀਂ ਪੜ੍ਹਦੇ ਹਾਂ ਗ੍ਰਾਮਰ ਦੀ ਫਾਰਮ 'ਚ, ਫਿਰ ਅਸੀਂ ਪੜ੍ਹਦੇ ਹਾਂ ਕਿ ਉਸ ਗ੍ਰਾਮਰ ਦੇ ਵਿੱਚ ਮਤਲਬ ਉਹ ਸਾਡੇ ਜਿਹੜੇ ਸ਼ਬਦ ਨੇ ਉਹਨਾਂ ਦੇ ਸਾਡੇ ਕੋਲ ਸਬਸਟੀਟਿਊਟ ਪਏ ਨੇ, ਕੀ ਸਾਡੇ ਕੋਲ ਕੋਈ ਹੋਰ ਵਿਕਲਪ ਹੈਗੇ ਕਿ ਜੇ ਮੈਂ ਹੈਪੀ ਨੂੰ ਹੈਪੀ ਨਾ ਕਹਿਣਾ ਚਾਹਾਂ ਤਾਂ ਉਹਦੀ ਜਗ੍ਹਾ ਤੇ ਮੈਂ ਕੋਈ ਹੋਰ ਵਰਡ ਯੂਜ਼ ਕਰ ਲਾਂ। ਫਿਰ ਉਸ ਤੋਂ ਬਾਅਦ ਮੈਂ ਗੱਲ ਕਰਦੀ ਹਾਂ ਡਿਸਟ੍ਰੀਬਿਊਸ਼ਨ ਦੀ। ਤੁਸੀਂ ਕੋਈ ਸੈਂਟੈਂਸ ਬਣਾਉਣੇ ਹੋ ਤਾਂ ਉਹਦੇ ਵਿੱਚ ਤੁਸੀਂ ਇਹ ਵੀ ਤਾਂ ਦੱਸਣਾ ਚਾਹੋਗੇ ਨਾ ਕਿ ਜੇ ਮੇਰੀ ਕਲਾਸ 'ਚ 40 ਬੱਚੇ ਨੇ ਤਾਂ ਕੀ ਉਹਨਾਂ 40 ਬੱਚਿਆਂ ਨੇ ਹੀ ਮੇਰਾ ਕੰਮ, ਮੇਰੇ ਵੱਲੋਂ ਦਿੱਤਾ ਗਿਆ ਕੰਮ ਕੰਪਲੀਟ ਕਰ ਲਿਆ ਜਾਂ ਕੁਝ ਕੁ ਨਹੀਂ ਕੀਤਾ।
ਜਾਂ ਕਿਸੇ ਨੇ ਵੀ ਨਹੀਂ ਕੀਤਾ। ਸੋ ਇੱਕ ਡਿਸਟ੍ਰੀਬਿਊਸ਼ਨ ਹੋ ਜਾਂਦੀ ਹੈ ਵੋਕੈਬ ਦੇ ਵਿੱਚ ਸਾਡੀ ਅਗਲੀ ਕਲਾਸੀਫਿਕੇਸ਼ਨ। ਔਰ ਫੋਰਥ ਸਾਡੇ ਕੋਲ ਆ ਜਾਂਦੀ ਹੈ ਕੰਟੈਂਟ ਵਰਡਸ, ਜਿਹਦੇ ਵਿੱਚ ਅਸੀਂ ਵਰਡਸ ਜਿਨ੍ਹਾਂ ਦਾ ਮੀਨਿੰਗ ਹੁੰਦਾ ਇੱਕ ਸਪੈਸੀਫਿਕ ਮੀਨਿੰਗ ਉਹਨਾਂ ਦੀ ਗੱਲ ਕਰਦੇ ਹਾਂ। ਸੋ ਇਸ ਤਰੀਕੇ ਦੇ ਨਾਲ ਸਾਡੇ ਕੋਲ ਜਿਹੜਾ ਇਹ ਆਪਸ਼ਨ ਹੈ ਬਿਲਕੁਲ ਸਹੀ ਹੋ ਜਾਂਦਾ ਹੈ। ਨੈਕਸਟ ਸਵਾਲ ਵੱਲ ਚੱਲਦੇ ਹਾਂ। ਸੋ 76th ਜਿਹੜਾ ਕੁਐਸਚਨ ਹੈ ਉਹਦੇ ਵਿੱਚ ਮੇਰੇ ਕੋਲ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਕਿ ਮਿਸਟਰ ਰਾਓ ਇਨਸਿਸਟ that the grammar of use, the grammar in operation should be taught to the learners in a grammar class. Which type of grammar is being referred to in above statement? So ਇੱਕ ਵਾਰੀ ਸਟੇਟਮੈਂਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਟੇਟਮੈਂਟ ਸਾਡੇ ਕੋਲ ਕੀ ਆ। ਤਾਂ ਮਿਸਟਰ ਰਾਓ ਮੰਨ ਲਓ ਇੱਕ ਟੀਚਰ ਨੇ ਤੇ ਉਹ ਇਸ ਗੱਲ ਦੇ ਉੱਤੇ ਬੜਾ ਜ਼ੋਰ ਦੇ ਰਹੇ ਨੇ ਕਿ ਜਿਹੜੀ ਗ੍ਰਾਮਰ ਹੈ, ਜਿਹੜੀ ਗ੍ਰਾਮਰ ਯੂਜ਼ ਦੀ ਗ੍ਰਾਮਰ ਆ, मतलब ਜਿਹੜੀ ਗ੍ਰਾਮਰ ਮੈਂ ਬੋਲਦੇ ਸਮੇਂ ਆਪਣੀ ਭਾਸ਼ਾ ਦੇ ਵਿੱਚ ਵਰਤ ਰਹੀ ਹਾਂ, ਉਸ ਤਰ੍ਹਾਂ ਦੀ ਗ੍ਰਾਮਰ ਨੂੰ ਸਿੱਖਣ ਦਾ ਫਾਇਦਾ। ਸਿੰਪਲ ਭਾਸ਼ਾ ਚ ਦੱਸਦੀ ਹਾਂ ਕਿ ਕਈ ਵਾਰ ਜਿਹੜੇ ਸਾਡੇ ਇੰਗਲਿਸ਼ ਟਿਊਟਰਸ ਹੁੰਦੇ ਨੇ, ਤੁਸੀਂ ਆਨਲਾਈਨ ਕਲਾਸਿਸ ਦੇ ਵਿੱਚ ਜਾਂ ਬਹੁਤ ਸਾਰੇ ਪਲੇਟਫਾਰਮ ਦੇ ਵਿੱਚ ਇਹ ਅੱਜ ਕੱਲ੍ਹ ਗੱਲ ਸੁਣੀ ਹੋਣੀ ਆ ਕਿ ਸਪੋਕਨ ਇੰਗਲਿਸ਼ ਵਾਸਤੇ ਭਾਰੀ ਭਰਕਮ ਜਿਹੜੀ ਗ੍ਰਾਮਰ ਹੈ ਉਹਨੂੰ ਸਿੱਖਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਅੰਗਰੇਜ਼ੀ ਬੋਲਣੀ ਸ਼ੁਰੂ ਕਰੋ, ਜਿਵੇਂ ਜਿਵੇਂ ਤੁਸੀਂ ਅੰਗਰੇਜ਼ੀ ਬੋਲਦੇ ਰਹੋਗੇ ਤੁਹਾਨੂੰ ਗ੍ਰਾਮਰ ਦੇ ਰੂਲ ਤੇ ਤੁਹਾਡੀ ਜਿਹੜੀ ਫਲੂਐਂਸੀ ਹੈ, ਠੀਕ ਹੈ, ਉਹ ਆਪਣੇ ਆਪ ਹੀ ਬਣਦੀ ਜਾਣੀ ਹੈ। ਸੋ ਮਿਸਟਰ ਰਾਓ ਵੀ ਉਹੇ ਜਿਹੇ ਵਿਜ਼ਨ ਨੂੰ ਹੀ ਸਾਡੇ ਸਾਹਮਣੇ ਰੱਖ ਰਿਹਾ ਤੇ ਇਹ ਗ੍ਰਾਮਰ ਨੂੰ ਪੜਾਉਣ ਦਾ ਕਿਹੜਾ ਪੱਖ ਹੋ ਸਕਦਾ ਹੈ? ਕੀ ਇਹ ਫੰਕਸ਼ਨਲ ਗ੍ਰਾਮਰ ਹੈ, ਕੀ ਇਹ ਫਾਰਮੇਟਿਵ ਗ੍ਰਾਮਰ ਹੈ, ਕੀ ਇਹ ਫਾਰਮਲ ਗ੍ਰਾਮਰ ਹੈ, ਜਾਂ ਕੀ ਇਹ ਇੰਟੀਗ੍ਰੇਟਿਵ ਗ੍ਰਾਮਰ ਹੈ? ਸੋ ਮੈਂ ਖੁਦ ਵੀ ਜਦੋਂ ਗੱਲ ਕਰਦੀ ਹੁੰਦੀ ਹਾਂ ਇੰਗਲਿਸ਼ ਭਾਸ਼ਾ ਨੂੰ ਪੜ੍ਹਨ ਜਾਂ ਸਿੱਖਣ ਦੀ, ਕਿਉਂਕਿ ਦੇਖੋ ਅਸੀਂ ਉਹ ਜਨਰੇਸ਼ਨ ਆ ਜਿਨ੍ਹਾਂ ਨੇ ਕੋਈ ਬਹੁਤੇ ਵੱਡੇ ਕਨਵੈਂਟ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਕੀਤੀ। ਅਸੀਂ ਆਮ ਜੇ ਸਕੂਲਾਂ ਦੇ ਵਿੱਚੋਂ ਪੜ੍ਹੇ ਹੋਏ ਸਟੂਡੈਂਟ ਆ ਤੇ ਇੰਗਲਿਸ਼ ਸਾਡੇ ਲਈ ਇੱਕ ਟਾਈਮ ਤੇ ਸਾਰਿਆਂ ਲਈ, ਸਾਡੀ ਜਨਰੇਸ਼ਨ ਲਈ ਜਾਂ ਸਾਡੇ ਤੋਂ ਜਿਹੜੇ ਵੱਡੇ ਨੇ ਉਹਨਾਂ ਸਾਰਿਆਂ ਲਈ ਹੀ ਜਿਹੜੀ ਇੰਗਲਿਸ਼ ਹੈ ਉਹ ਇੱਕ ਹਵਾ ਰਹੀ ਹੋਈ ਹੈ। ਕਾਰਨ ਕਿਉਂਕਿ ਸਾਡੀ ਜਿਹੜੀ ਗ੍ਰਾਮਰ ਹੈ ਜਾਂ ਤਾਂ ਫਾਰਮੇਟਿਵ ਗ੍ਰਾਮਰ ਦੇ ਉੱਤੇ ਜ਼ੋਰ ਦਿੱਤਾ ਗਿਆ, ਫਾਰਮਲ ਗ੍ਰਾਮਰ ਤੇ ਵੀ ਜ਼ੋਰ ਦਿੱਤਾ ਗਿਆ, 10ਵੀਂ 11ਵੀਂ ਦੇ ਵਿੱਚ ਜਾ ਕੇ ਸਾਡੇ ਕੋਲ ਇੰਟੀਗ੍ਰੇਟਿਵ ਗ੍ਰਾਮਰ ਵੀ ਕਰਵਾਈ ਗਈ, ਪਰ ਕਿਸੇ ਨੇ ਸਾਡੀ ਫਾਰਮਲ ਜਿਹੜੀ ਗ੍ਰਾਮਰ ਹੈ ਉਹਦੇ ਤੇ ਜ਼ੋਰ, ਫੰਕਸ਼ਨਲ ਗ੍ਰਾਮਰ ਦੇ ਉੱਤੇ ਜ਼ੋਰ ਨਹੀਂ ਦਿੱਤਾ। ਫਾਰਮੇਟਿਵ ਗ੍ਰਾਮਰ ਉਹੀ ਕੱਲੇ ਸੈਂਟੈਂਸ ਦੇ ਵਿੱਚ ਕੱਲੀ ਚੀਜ਼ ਬਾਰੇ ਅਸੀਂ ਪੜ੍ਹ ਰਹੇ ਹਾਂ, ਆਹ ਨਾਊਨ ਹੁੰਦਾ ਹੈ, ਨਾਊਨ ਦੀਆਂ ਇਹ ਕਿਸਮਾਂ ਹੁੰਦੀਆਂ ਨੇ, ਇਹ ਪ੍ਰੋਨਾਊਨ ਹੈ, ਇਹਦੀਆਂ ਇਹ ਕਿਸਮਾਂ ਨੇ, ਅੱਛਾ ਇਹਨੂੰ ਐਡਜੈਕਟਿਵ ਕਹਿ ਦਿੰਦੇ ਨੇ, ਇਹ ਐਡਵਰਬ ਹੈ, ਇਹ ਉਹਨਾਂ ਦੀਆਂ ਕਿਸਮਾਂ ਆ ਜਾਂਦੀਆਂ ਨੇ, ਠੀਕ ਹੈ। ਫਿਰ ਅਸੀਂ ਗੱਲ ਕਰਦੇ ਹਾਂ ਫਾਰਮਲ ਗ੍ਰਾਮਰ ਦੀ। ਸੋ ਫਾਰਮਲ ਗ੍ਰਾਮਰ ਜਿਹੜੀ ਹੁੰਦੀ ਆ ਤੁਹਾਡੇ ਜਿਹੜੇ, ਕਿਉਂਕਿ ਦੇਖੋ ਭਾਸ਼ਾ ਜਿਹੜੀ ਉਹ ਦੋ ਤਰੀਕੇ ਨਾਲ ਯੂਜ਼ ਕੀਤੀ ਜਾਂਦੀ ਆ, ਇਨਫਾਰਮਲ ਵੇ, ਅਨੌਪਚਾਰਿਕ ਤਰੀਕਾ, ਜਿਵੇਂ ਆਪਾਂ ਘਰਾਂ ਦੇ ਵਿੱਚ ਜਿਹੜੀ ਭਾਸ਼ਾ ਵਰਤਦੇ ਹਾਂ ਜਿਹਦੇ ਵਿੱਚ ਬਹੁਤ ਸਾਰੀ ਅਸ਼ੁੱਧਤਾ ਹੁੰਦੀ ਹੈ, ਔਰ ਇੱਕ ਸਾਡੇ ਕੋਲ ਹੁੰਦੀ ਆ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ, ਠੀਕ ਹੈ, ਵਰਤਣ ਵਾਲੀ ਭਾਸ਼ਾ। ਸੋ ਉਸ ਤਰ੍ਹਾਂ ਦੀ ਜਿਹੜੀ ਭਾਸ਼ਾ ਹੁੰਦੀ ਆ ਉਹਦੇ ਵਿੱਚ ਕਿਸ ਤਰ੍ਹਾਂ ਦੀ ਗ੍ਰਾਮਰ ਨੂੰ ਕਿਵੇਂ ਯੂਜ਼ ਕਰਨਾ ਹੈ, ਗ੍ਰਾਮਰ ਦੇ ਕੀ ਪੱਖ ਹੁੰਦੇ ਨੇ ਜਦੋਂ ਅਸੀਂ ਭਾਸ਼ਾ ਨੂੰ ਇੱਕ ਫਾਰਮਲ ਵੇ ਨਾਲ ਯੂਜ਼ ਕਰਨੇ ਆ, ਉਹਦੇ ਬਾਰੇ ਸਿੱਖਣਾ, ਠੀਕ ਹੈ। ਇੰਟੀਗ੍ਰੇਟਿਵ ਗ੍ਰਾਮਰ, ਜਦੋਂ ਤੁਸੀਂ ਸ਼ਾਇਦ ਦੇਖਿਆ ਹੋਣਾ ਹੈ ਨਾ, ਜਦੋਂ 10ਵੀਂ 11ਵੀਂ ਦੇ ਅਸੀਂ ਪੇਪਰ ਦਿੰਦੇ ਹੁੰਦੇ ਸੀਗੇ ਤੇ ਇੱਕ 12 ਨੰਬਰਾਂ ਦੀ ਗ੍ਰਾਮਰ ਆਉਂਦੀ ਹੁੰਦੀ ਸੀ, ਕੁਝ ਵੀ ਰੈਂਡਮ ਪੁੱਛਿਆ ਹੁੰਦਾ ਸੀ, ਕਿਸੇ ਚ ਟੈਂਸ ਪੁੱਛ ਲਿਆ, ਕਿਸੇ ਦੇ ਵਿੱਚ ਸਾਡੇ ਕੋਲ ਪ੍ਰੈਪੋਜੀਸ਼ਨ ਪੁੱਛ ਲਈ, ਠੀਕ ਹੈ, ਇੰਟੀਗ੍ਰੇਸ਼ਨ ਕਰਤੀ, ਜੋ ਵੀ ਗ੍ਰਾਮਰ ਦੇ ਕਨਸੈਪਟ ਨੇ ਉਹ ਰੈਂਡਮਲੀ ਸਾਰੇ ਇਕੱਠੇ ਕਰਤੇ। ਜਿਹੜੀ ਫੰਕਸ਼ਨਲ ਗ੍ਰਾਮਰ ਹੁੰਦੀ ਹੈ, ਫੰਕਸ਼ਨਲ ਗ੍ਰਾਮਰ ਬੇਸਿਕਲੀ ਕੀ ਆ ਕਿ ਭਾਸ਼ਾ ਜਦੋਂ ਤੁਸੀਂ ਬੋਲ ਰਹੇ ਹੋ, ਭਾਸ਼ਾ ਦੇ ਯੂਜ਼ ਕਰਨ ਦੇ ਦੌਰਾਨ ਹੀ ਭਾਸ਼ਾ ਦੇ ਰੂਲਸ ਨੂੰ ਸਿੱਖ ਲੈਣਾ, ਇਹਨੂੰ ਫੰਕਸ਼ਨਲ ਗ੍ਰਾਮਰ ਕਹਿੰਦੇ ਆ। ਬੈਸਟ ਵੇ ਹੁੰਦਾ ਆ ਜਦੋਂ ਅਸੀਂ ਭਾਸ਼ਾ ਸਿੱਖਣੀ ਹੁੰਦੀ ਆ, ਕਿਉਂਕਿ ਜਿੰਨਾ ਭਾਸ਼ਾ ਦਾ ਯੂਜ਼ ਕਰਾਂਗੇ ਉਨੀ ਸਾਨੂੰ ਉਹਦੀ ਗ੍ਰਾਮਰ ਦੇ ਜਿਹੜੇ ਰੂਲ ਨੇ ਉਹ ਆਪਣੇ ਆਪ ਆ ਜਾਣਗੇ। ਪੰਜਾਬੀ ਨੂੰ ਲੈ ਕੇ ਚੱਲੋ, ਜਾਂ ਸਾਡੀ ਮਾਤ ਭਾਸ਼ਾ ਕਿਸੇ ਦੀ ਹਿੰਦੀ ਹੋ ਸਕਦੀ ਹੈ, ਕਿਸੇ ਦੀ ਇੰਗਲਿਸ਼ ਹੋ ਸਕਦੀ ਆ। ਹੁਣ ਉਸ ਬੰਦੇ ਨੂੰ ਜਾ ਕੇ ਪੁੱਛੋ, ਅੰਗਰੇਜ਼ਾਂ ਦੇ ਬੱਚੇ ਬੜੀ ਸੋਹਣੀ ਅੰਗਰੇਜ਼ੀ ਬੋਲਦੇ ਨੇ, ਉਹਨਾਂ ਨੇ ਥੋੜੀ ਨਾ ਰੂਲ ਸਿੱਖੇ ਹੁੰਦੇ ਨੇ, ਉਹ ਫੰਕਸ਼ਨਲ ਗ੍ਰਾਮਰ ਜਿਹੜਾ ਕਨਸੈਪਟ ਹੈ ਉਸ ਦੇ ਥਰੂ ਆਪਣੀ ਭਾਸ਼ਾ ਨੂੰ ਸਿੱਖਦੇ ਨੇ। ਸੋ ਨੈਕਸਟ ਕੁਐਸਚਨ ਵੱਲ ਗੱਲ ਕਰਦੇ ਆ। 77th ਜਿਹੜਾ ਕੁਐਸਚਨ ਹੈ, ਇਫ ਅ ਲਰਨਰ ਮੇਕਸ ਮਿਸਟੇਕ and correct itself, what type of error does the learner make? So ਬੱਚੇ ਨੇ ਕੋਈ ਗਲਤੀ ਕੀਤੀ ਤੇ ਬਾਅਦ ਚ ਆਪਣੇ ਆਪ ਹੀ ਉਹ ਗਲਤੀ ਠੀਕ ਵੀ ਕਰ ਲਈ, ਸੋ ਇਹ ਕਿਸ ਤਰ੍ਹਾਂ ਦੀ ਮਿਸਟੇਕ ਹੋ ਸਕਦੀ ਹੈ, ਕਿਸ ਤਰ੍ਹਾਂ ਦੀ ਐਰਰ ਹੋ ਸਕਦੀ ਹੈ? ਪ੍ਰੀ ਸਿਸਟਮੈਟਿਕ, ਸਿਸਟਮੈਟਿਕ ਐਰਰ, ਪੋਸਟ ਸਿਸਟਮੈਟਿਕ ਔਰ ਐਰਰ ਆਫ ਸਿਲੈਕਸ਼ਨ। ਸੋ ਇਹ ਨਾ ਐਰਰ ਦੇ ਉੱਤੇ ਇੱਕ ਛੋਟਾ ਜਿਹਾ ਕੰਸੈਪਟ ਹੈ, ਈਜ਼ੀ ਜਿਹਾ ਕੰਸੈਪਟ ਹੁੰਦਾ ਇਹ ਵੀ ਗਲਤੀਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਹਨਾ। ਮਤਲਬ ਮੇਰੇ ਫਾਦਰ, ਜਦੋਂ ਮੈਂ ਛੋਟੀ ਹੁੰਦੀ ਸੀਗੀ ਤਾਂ ਮੇਰੇ ਫਾਦਰ ਨੇ ਨਾ ਇੱਕ ਮੈਨੂੰ ਚੀਜ਼ ਸਮਝਾਈ ਸੀਗੀ ਕਿ ਗਲਤੀ ਜਿਹੜੀ ਹੁੰਦੀ ਹੈ ਨਾ, ਅਗਰ ਤੇ ਮੰਨ ਲਓ ਤੁਹਾਡੇ ਹੱਥੋਂ ਕੱਚ ਦਾ ਗਲਾਸ ਹੈ, ਗਲਤੀ ਨਾਲ ਛੁੱਟ ਗਿਆ, ਗਿਰ ਗਿਆ, ਦੈਨ ਉਹ ਤੁਹਾਡੀ ਗਲਤੀ ਹੈ, ਠੀਕ ਹੈ, ਕਿਉਂਕਿ ਉਹ ਗਲਤੀ ਤੁਸੀਂ ਜਾਣ-ਬੁੱਝ ਕੇ ਨਹੀਂ ਕੀਤੀ। ਤੇ ਜੇ ਤੁਸੀਂ ਜਾਣ-ਬੁੱਝ ਕੇ ਕੱਚ ਦਾ ਗਲਾਸ ਭਗਾ ਕੇ ਮਾਰਿਆ, ਠੀਕ ਹੈ, ਫਿਰ ਉਹ ਗਲਤੀ ਨਹੀਂ ਹੈ, ਫਿਰ ਉਹ ਗੁਨਾਹ ਹੈ। ਇਹ ਇੱਕ ਛੋਟੀ ਜਿਹੀ ਚੀਜ਼ ਜਿਹੜੀ ਹੁੰਦੀ ਸੀਗੀ, ਮਤਲਬ ਉਹਨਾਂ ਨੇ ਛੋਟੇ ਹੁੰਦੇ ਸਮਝਾਈ ਸੀ। ਸੋ ਇਹਦਾ ਐਗਜ਼ਾਮਪਲ ਮੈਂ ਤਾਂ ਲਿਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਕੋਈ ਬੱਚਾ ਕੰਮ ਕਰ ਰਿਹਾ ਹੁੰਦਾ, ਤੁਸੀਂ ਕਈ ਵਾਰ ਦੇਖਿਆ ਹੋਣਾ
ਅਸੀਂ ਖੁਦ ਵੀ ਇਹ ਚੀਜ਼ ਕਰਦੇ ਹਾਂ ਕਿ ਕਈ ਵਾਰ ਕੀ ਹੁੰਦਾ ਕਿ ਕਾਹਲੀ ਕਾਹਲੀ ਦੇ ਵਿੱਚ ਹਨਾ, ਕਾਹਲੀ ਕਾਹਲੀ ਦੇ ਵਿੱਚ ਕਈ ਵਾਰ ਲਿਖਣ ਦੇ ਵਿੱਚ ਜਾਂ ਬੋਲਣ ਦੇ ਵਿੱਚ ਕੋਈ ਵਰਡ ਮਿਸਪ੍ਰੋਨਾਂਸੀਏਟ ਕਰ ਦਿੰਦੇ ਆ, ਗਲਤ ਲਿਖ ਦਿੰਦੇ ਆ, ਜਾਂ ਲਿਖਣਾ ਕੁਝ ਹੋਰ ਹੁੰਦਾ ਲਿਖ ਕੁਝ ਹੋਰ ਦਿੰਦੇ ਆ ਹਨਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਉਹਨੂੰ ਪੜ੍ਹਦੇ ਆ ਜਾਂ ਜਦੋਂ ਐਂ ਲੱਗਦਾ ਵੀ ਯਾਰ ਕੁਝ ਗਲਤ ਬੋਲ ਗਏ ਹਨਾ, ਜਦੋਂ ਦੁਬਾਰਾ ਰਿਪੀਟ ਕਰਦੇ ਆ ਆਪਣੇ ਆਪ ਹੀ ਉਹਨੂੰ ਕਰੈਕਟ ਵੀ ਕਰ ਦਿੰਦੇ ਆ। ਮੇਰੇ ਨਾਲ ਵੀ ਲੈਕਚਰ ਦੇ ਵਿੱਚ ਕਈ ਵਾਰ ਇਹ ਚੀਜ਼ ਹੁੰਦੀ ਹੋਣੀ ਆ ਕਿ ਮੈਂ ਪਹਿਲੀ ਵਾਰੀ ਕੁਝ ਬੋਲ ਰਹੀ ਆ, ਬੋਲ ਕੁਝ ਹੋ ਹੀ ਗਈ, ਦੂਸਰੀ ਵਾਰੀ ਉਹ ਆਪਣੇ ਆਪ ਹੀ ਕਰੈਕਟ ਹੋ ਜਾਂਦਾ। ਤਾਂ ਇਹ ਸਾਡੇ ਕੋਲ ਜਿਹੜੀਆਂ ਐਰਰਸ ਹੁੰਦੀਆਂ ਨੇ, ਇਹ ਸਾਡੇ ਕੋਲ ਪੋਸਟ ਸਿਸਟਮੈਟਿਕ ਐਰਰਸ ਹੁੰਦੀਆਂ ਨੇ। ਜਿਹੜੀਆਂ ਪੋਸਟ ਸਿਸਟਮੈਟਿਕ ਐਰਰਸ ਹੁੰਦੀਆਂ ਨੇ ਸਾਡੇ ਕੋਲ, ਇਹ ਬੇਸਿਕਲੀ ਉਹ ਐਰਰਸ ਨੇ ਜਿਹੜੀਆਂ ਬੱਚੇ ਨੂੰ ਪਤਾ ਸੀ, ਸਹੀ ਪਤਾ ਸੀ ਉਹਨੂੰ, ਪਰ ਅਣਗਹਿਲੀ ਕਰਕੇ ਗਲਤੀ ਕਰਕੇ ਦੁਬਾਰਾ ਪੜਿਆ ਤੇ ਕਰੈਕਟ ਕਰਤਾ। ਸੋ ਇਸ ਤਰੀਕੇ ਨਾਲ ਜਿਹੜੇ ਸਾਡੇ ਕੋਲ ਆ ਜਾਂਦੀਆਂ ਨੇ ਪ੍ਰੀ ਸਿਸਟਮੈਟਿਕ, ਸਿਸਟਮੈਟਿਕ ਤੇ ਐਰਰ ਆਫ ਸਿਲੈਕਸ਼ਨ। ਇਹ ਅਸੀਂ ਐਰਰ ਨੂੰ ਜਦੋਂ ਅਸੀਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਪਹਿਲਾਂ ਤਾਂ ਗਲਤੀਆਂ ਹੁੰਦੀਆਂ ਕਿਵੇਂ ਨੇ, ਗਲਤੀਆਂ ਹੋਣ ਦੇ ਪ੍ਰਕਾਰ ਕਿਹੜੇ ਨੇ, ਤੇ ਇਹਨਾਂ ਦੇ ਵਿੱਚ ਸੁਧਾਰ ਕਿਵੇਂ ਕੀਤਾ ਜਾ ਸਕਦਾ। ਸੋ ਮੈਂ ਇੱਥੇ ਹੀ ਮਜ਼ਾ ਕਿਰਕਰਾ ਨਹੀਂ ਕਰੂੰਗੀ, ਸਾਰੀ ਚੀਜ਼ ਨੂੰ ਇੱਥੇ ਹੀ ਡਿਸਕਸ ਕਰਕੇ ਨੈਕਸਟ ਸਵਾਲ ਵੱਲ ਚੱਲਾਂਗੇ ਡਾਇਰੈਕਟਲੀ। 78th ਜਿਹੜਾ ਮੇਰੇ ਕੋਲ ਸਵਾਲ ਹੈ ਉਹ ਆ ਜਾਂਦਾ ਹੈ, which strategy of the processing does the listener use when he or she depends on the received information to understand the meaning। ਤੁਸੀਂ ਕਾਲ ਤੇ ਹੋ, ਤੁਹਾਡੇ ਫਾਦਰ ਨੇ ਨਾਲ ਦੀ ਨਾਲ, ਮਤਲਬ ਤੁਹਾਡੇ ਫਾਦਰ ਤੁਹਾਡੇ ਨਾਲ ਕਾਲ ਤੇ ਗੱਲ ਕਰ ਰਹੇ ਨੇ ਤੇ ਉਹਨਾਂ ਨੇ ਤੁਹਾਨੂੰ ਨਾਲ ਨਾਲ ਕਿਹਾ ਵੀ ਪੈਨ ਕਾਪੀ ਚੱਕ ਤੇ ਮੈਂ ਤੈਨੂੰ ਜੋ ਜੋ ਬੋਲ ਰਿਹਾ ਲਿਖ। ਹੁਣ ਤੁਸੀਂ ਪੂਰੀ ਤਰ੍ਹਾਂ ਇਸ ਚੀਜ਼ ਦੇ ਉੱਤੇ ਡਿਪੈਂਡ ਹੋ ਕਿ ਤੁਹਾਡੇ ਫਾਦਰ ਤੁਹਾਨੂੰ ਕੀ ਬੋਲ ਰਹੇ ਨੇ ਤੇ ਤੁਹਾਨੂੰ ਫੋਨ ਤੇ ਕੀ ਸੁਣ ਰਿਹਾ। ਉੱਥੇ ਤੁਹਾਡਾ ਆਪਣਾ ਦਿਮਾਗ ਨਹੀਂ ਨਾ ਚੱਲੂਗਾ, ਤੁਹਾਨੂੰ ਜੋ ਸੁਣ ਰਿਹਾ ਜਿਵੇਂ ਸੁਣ ਰਿਹਾ ਤੁਸੀਂ ਉਵੇਂ ਲਿਖੋਗੇ। ਤਾਂ ਸਟੇਟਮੈਂਟ ਵੀ ਇਹੀ ਕਹਿ ਰਹੀ ਆ ਕਿ ਇੱਕ ਅਜਿਹੀ ਸਟ੍ਰੈਟਜੀ ਜਿਹਦੇ ਵਿੱਚ ਲਿਸਨਰ ਨੂੰ ਜੋ ਸੁਣ ਰਿਹਾ ਉਹਦੇ ਤੇ ਹੀ ਉਹ ਡਿਪੈਂਡ ਕਰਦਾ ਆ ਕਿ ਜਿਹੜੀ ਉਹਨੂੰ ਇਨਫੋਰਮੇਸ਼ਨ ਆਈ ਆ ਉਹਦੇ ਆਧਾਰ ਤੇ ਉਹ ਕੋਈ ਮੀਨਿੰਗ ਕੱਢੇ। ਆਇਲਸ ਜਦੋਂ ਕਰਦੇ ਨੇ, ਪੀਟੀ ਜਦੋਂ ਬੱਚੇ ਕਰਦੇ ਨੇ, ਉਹ ਜਿਹੜੀ ਲਿਸਨਿੰਗ ਹੁੰਦੀ ਆ ਉਹ ਇਹੀ ਹੁੰਦੀ ਆ, ਕਨਵਰਸੇਸ਼ਨ ਸੁਣਦੇ ਨੇ ਤੇ ਉਹਦੇ ਉੱਤੇ ਹੀ ਆਪਣੇ ਆਨਸਰ ਨੂੰ ਲੈ ਕੇ ਡਿਪੈਂਡ ਹੁੰਦੇ ਨੇ, ਆਪਣੇ ਵੱਲੋਂ ਕੁਝ ਵੀ ਨਹੀਂ ਲਿਖ ਸਕਦੇ। ਸੋ ਉਹ ਬਾਟਮ ਅਪ ਪ੍ਰੋਸੈਸਿੰਗ ਹੈ, ਟੌਪ ਡਾਊਨ ਪ੍ਰੋਸੈਸਿੰਗ ਹੈ, ਬਾਟਮ ਡਾਊਨ ਪ੍ਰੋਸੈਸਿੰਗ ਹੈ ਜਾਂ ਫਿਰ ਟੌਪ ਅਪ ਪ੍ਰੋਸੈਸਿੰਗ ਹੈ। ਸੋ ਇਹਦੇ ਵਿੱਚ ਸਾਡੇ ਕੋਲ ਜਿਹੜਾ ਆਨਸਰ ਹੈ ਉਹ ਆ ਜਾਂਦਾ ਬਾਟਮ ਅਪ ਪ੍ਰੋਸੈਸਿੰਗ। ਸੋ ਬਾਟਮ ਅਪ ਪ੍ਰੋਸੈਸਿੰਗ ਜਿਹੜੀ ਹੈ ਇਹ ਕਿਹੜੀ ਕਿਸ ਤਰ੍ਹਾਂ ਦੀ ਪ੍ਰੋਸੈਸਿੰਗ ਹੁੰਦੀ ਹੈ, ਤਾਂ ਜੇ ਮੈਂ ਗੱਲ ਕਰਾਂ ਬਾਟਮ ਅਪ ਪ੍ਰੋਸੈਸਿੰਗ ਦੀ, ਤਾਂ ਬਾਟਮ ਜਿਹੜੀ ਮੇਰੇ ਕੋਲ ਬਾਟਮ ਅਪ ਜਿਹੜੀ ਸਾਡੇ ਕੋਲ ਆ ਜਾਂਦੀ ਹੈ, ਇਹਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਕੋਲ ਮਤਲਬ ਤੁਹਾਨੂੰ ਜੋ ਸੁਣਿਆ, ਸੁਣਨ ਤੋਂ ਬਾਅਦ ਤੁਸੀਂ ਉਹਦੇ ਤੇ ਥੋੜਾ ਬਹੁਤ ਧਿਆਨ ਦਿੱਤਾ ਤੇ ਡਾਇਰੈਕਟਲੀ ਉਹਨੂੰ ਲਿਖਤਾ ਜਾਂ ਅੱਗੇ ਉਹਦੇ ਤੇ ਪ੍ਰੋਸੈਸਿੰਗ ਕਰਤੀ। ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਸੈਸਿੰਗ ਹੁੰਦੀ ਹੈ ਉਹਨੂੰ ਅਸੀਂ ਬਾਟਮ ਅਪ ਜਿਹੜੀ ਪ੍ਰੋਸੈਸਿੰਗ ਹੈ ਉਹ ਕਹਿ ਦਿੰਦੇ ਹਾਂ। ਜੇ ਗੱਲ ਕਰਾਂ ਟੌਪ ਡਾਊਨ ਦੀ, ਬਾਟਮ ਡਾਊਨ ਦੀ ਜਾਂ ਟੌਪ ਅਪ ਦੀ, ਸੋ ਇਹ ਨਾ ਅਸੀਂ ਇੱਕ ਪਿਕਚਰਸ ਹੁੰਦੀਆਂ ਨੇ, ਡਿਫਰੈਂਟ ਪਿਕਚਰਸ ਨੇ ਜਿਨ੍ਹਾਂ ਦੇ ਬੇਸਿਸ ਦੇ ਉੱਤੇ ਮੈਂ ਤੁਹਾਨੂੰ ਇਹਨਾਂ ਨੂੰ ਐਕਸਪਲੇਨ ਕਰੂੰਗੀ। ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਅਸੀਂ ਪ੍ਰੋਸੈਸਿੰਗ ਦੇ ਉੱਤੇ, ਠੀਕ ਹੈ। ਕਿ ਕਈ ਵਾਰ ਕੀ ਹੁੰਦਾ ਕਿ ਬੱਚਾ ਜਿਹੜਾ ਹੁੰਦਾ ਆ ਉਹਨੂੰ ਨਾ ਕਈ ਵਾਰ ਕੁਝ ਸਹੀ ਸੁਣਿਆ ਨਹੀਂ ਹੁੰਦਾ। ਮੰਨ ਲਓ ਕਲਾਸ ਦੇ ਵਿੱਚ ਕਈ ਵਾਰ ਸਟੂਡੈਂਟ ਦਾ ਧਿਆਨ ਕਿਤੇ ਹੋਰ ਹੈ, ਟੀਚਰ ਕੁਝ ਪੜ੍ਹਾ ਰਿਹਾ ਤੇ ਉਹਨੂੰ ਸੁਣਿਆ ਨਹੀਂ ਤੇ ਉਹਨੇ ਆਪਣਾ ਦਿਮਾਗ ਲਾ ਕੇ ਕੋਈ ਆਨਸਰ ਦੇਤਾ, ਰਲਦੀ ਮਿਲਦੀ ਜੀ ਚੀਜ਼ ਦੱਸਤੀ ਉਹਨੇ ਕੋਈ, ਤੇ ਇਹ ਵੀ ਇੱਕ ਤਰ੍ਹਾਂ ਦੀ ਪ੍ਰੋਸੈਸਿੰਗ ਹੁੰਦੀ ਹੈ, ਠੀਕ ਹੈ। ਤੇ ਕਈ ਵਾਰ ਕੀ ਹੁੰਦਾ ਆ ਵੀ ਅਸੀਂ ਪਹਿਲਾਂ ਹੀ ਕੋਈ ਚੀਜ਼ ਨਾ ਦਿਮਾਗ ਦੇ ਵਿੱਚ ਕਲੀਅਰ ਕਰਕੇ ਰੱਖਦੇ ਹਾਂ, ਮਤਲਬ ਕਿਸੇ ਚੀਜ਼ ਨੂੰ ਲੈ ਕੇ ਨਾ ਮੇਰੇ ਵਿਊ ਪਹਿਲਾਂ ਤੋਂ ਹੀ ਬਣੇ ਹੋਏ ਨੇ। ਹੁਣ ਦੂਸਰਾ ਬੰਦਾ ਕੁਝ ਕਹਿ ਰਿਹਾ, ਠੀਕ ਹੈ, ਹੁਣ ਉਹਨੇ ਕੁਝ ਕਿਹਾ, ਮੈਨੂੰ ਕੁਝ ਅੱਧਾ ਸੁਣਿਆ ਜਾਂ ਨਹੀਂ ਸੁਣਿਆ ਜਾਂ ਮੈਂ ਸ਼ਾਇਦ ਧਿਆਨ ਨਹੀਂ ਦਿੱਤਾ, ਪਰ ਜਦੋਂ ਮੈਂ ਉਹਨੂੰ ਪ੍ਰੋਸੈਸ ਕਰ ਰਹੀ ਹਾਂ ਤਾਂ ਮੈਂ ਵਿੱਚ ਆਪਣੇ ਵਿਊ ਜਿਹੜੇ ਨੇ ਉਹ ਵੜਤੇ, ਮੈਂ ਆਪਣੇ ਵਿਊ ਦੇਤੇ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਪ੍ਰੋਸੈਸਿੰਗ ਹੁੰਦੀਆਂ ਨੇ ਬੜੀਆਂ ਬਰੀਕ ਜੇ ਕੰਸੈਪਟ ਨੇ ਇਹ। ਸੋ ਇਹਨਾਂ ਕੰਸੈਪਟਸ ਨੂੰ ਅਸੀਂ ਐਵੇਂ ਮੋਟੇ ਤੌਰ ਤੇ ਨਹੀਂ ਕਰ ਸਕਦੇ ਬਿਕਾਜ਼ ਇਹ ਕਨਫਿਊਜ਼ ਕਰ ਦੇਣਗੇ। ਸੋ ਹਾਲ ਦੀ ਘੜੀ ਜੋ ਸਟੇਟਮੈਂਟ ਦੇ ਅਕੋਰਡਿੰਗਲੀ ਮੇਰਾ ਆਨਸਰ ਹੈ, ਮੈਂ ਉਸ ਆਨਸਰ ਨੂੰ ਤੁਹਾਨੂੰ ਐਕਸਪਲੇਨ ਕਰਤਾ ਕਿ ਸਾਡੇ ਕੋਲ ਜਿਹੜੀ ਬਾਟਮ ਅਪ ਪ੍ਰੋਸੈਸਿੰਗ ਹੁੰਦੀ ਹੈ ਇਹਦੇ ਵਿੱਚ ਕੀ ਆ ਕਿ ਬੰਦਾ ਪੂਰੀ ਤਰੀਕੇ ਦੇ ਨਾਲ ਡਿਪੈਂਡ ਕਰਦਾ ਕਿ ਉਹਨੂੰ ਕੀ ਸੁਣ ਰਿਹਾ, ਬਸ ਜਿੰਨਾ ਸੁਣਿਆ ਉਹਦੇ ਆਧਾਰ ਦੇ ਉੱਤੇ ਹੀ ਉਹਨੇ ਅੱਗੇ ਜਾ ਕੇ ਕੋਈ ਆਨਸਰ ਕਰਤਾ ਜਾਂ ਕਿਸੇ ਵੀ ਤਰੀਕੇ ਨਾਲ ਰਿਐਕਟ ਕਰਤਾ। ਨੈਕਸਟ ਸਵਾਲ ਦੇ ਉੱਤੇ ਗੱਲ ਕਰਦੇ ਹਾਂ ਤੇ 79th ਜਿਹੜਾ ਸਾਡੇ ਕੋਲ ਕੁਐਸਚਨ ਆਉਂਦਾ ਆ, ਵਾਈ ਮਲਟੀਲਿੰਗੁਅਲਿਜ਼ਮ is viewed as a powerful tool in language classroom। ਬਈ ਭਾਸ਼ਾ ਦੀ ਕਲਾਸਰੂਮ ਹੈ, ਇੱਕ ਬੰਦੇ ਨੂੰ ਅਲੱਗ-ਅਲੱਗ ਭਾਸ਼ਾਵਾਂ ਆਉਂਦੀਆਂ ਨੇ, ਕਿਉਂ ਨਹੀਂ ਉਹ ਟੂਲ ਪਾਵਰਫੁਲ ਹੋਊਗਾ, ਹਨਾ। ਸੋ ਰੀਜ਼ਨ ਕੀ ਆ, it enables the language teacher to complete the work in an efficient way। Option B, it enable the language teacher to increase their knowledge। Third option ਮੇਰੇ ਕੋਲ ਆ ਜਾਂਦਾ ਹੈ, it enable the learners to interact with a cross section of people of various linguistic groups। और fourth मेरे को आ जाता है, it enables the learner to pay more attention in the language class। सो ध्यान नाल सोच के देखो,
ठीक है। जे मैं गल करा कि कंप्लीट वर्क, बई जे किसी ਨੂੰ ਇੱਕ ਭਾਸ਼ਾ ਵੀ ਆਉਂਦੀ ਹੈ ਕੰਮ ਤਾਂ ਉਹਦੇ 'ਚ ਵੀ ਕੰਪਲੀਟ ਕਰ ਲੂਗਾ। ਇਹਦੇ 'ਚ ਮਲਟੀ ਜਿਹੜੀ ਲੈਂਗੁਏਜ ਹੈ ਉਹਦਾ ਤਾਂ ਕੋਈ ਰੋਲ ਹੀ ਹੈ ਨਹੀਂ। ਸੋ ਮੇਰੇ ਕੋਲ ਜਿਹੜਾ ਇਹ ਆਪਸ਼ਨ ਹੈ ਉਹ ਬਿਲਕੁਲ ਗਲਤ ਹੋ ਜਾਂਦਾ ਹੈ। ਅਗਲੇ ਦੀ ਜੇ ਮੈਂ ਗੱਲ ਕਰਾਂ, ਇਟ ਇਨੇਬਲਸ ਦ ਲੈਂਗੁਏਜ ਟੀਚਰ ਟੂ ਇਨਕਰੀਜ਼ देयर ਨੌਲੇਜ। ਅਰੇ ਬਈ ਜ਼ਰੂਰੀ ਥੋੜੀ ਨਾ ਕਿ ਜੇ ਕਿਸੇ ਨੂੰ 10 ਭਾਸ਼ਾਵਾਂ ਆਉਂਦੀਆਂ ਨੇ ਤੇ ਉਹ ਨੌਲੇਜ ਵੀ ਇਨਕਰੀਜ਼ ਕਰ ਰਿਹਾ। ਭਾਸ਼ਾ ਤਾਂ ਜੇ ਇੱਕ ਵੀ ਬੰਦਾ ਜਾਣਦਾ ਉਹਦੇ 'ਚ ਵੀ ਆਪਣੀ ਨੌਲੇਜ 'ਚ ਵਾਧਾ ਕਰ ਲੂਗਾ। ਸੋ ਆਪਸ਼ਨ ਬੀ ਵੀ ਜਿਹੜਾ ਹੈ ਕੋਈ ਬਹੁਤਾ ਐਕੂਰੇਟ ਨਹੀਂ ਹੋ ਜਾਂਦਾ। ਆਪਸ਼ਨ ਸੀ ਦੀ ਗੱਲ ਕਰੋ, it enables the learner to interact with a cross section of people of various linguistic groups। ਹੁਣ ਮੰਨ ਲਓ ਕਿ ਮੇਰੀ ਇੱਕ ਕਲਾਸ ਹੈ, ਮੇਰੀ ਕਲਾਸ ਦੇ ਵਿੱਚ ਇੱਕ ਕੋਈ ਚਾਈਨੀਜ਼ ਸਟੂਡੈਂਟ ਬੈਠਾ ਹੈ, ਇੱਕ ਕੋਈ ਬੱਚਾ ਕੋਰੀਆ ਤੋਂ ਬੈਠਾ ਹੈ, ਇੱਕ ਸਟੂਡੈਂਟ ਇੰਡੀਆ ਤੋਂ ਬੈਠਾ, ਇੰਡੀਆ ਦੇ ਵਿੱਚ ਵੀ ਇੱਕ ਬੱਚਾ ਜਿਹੜਾ ਹੈ ਉਹ ਸਾਊਥ ਇੰਡੀਆ ਤੋਂ ਬੈਠਾ, ਇੱਕ ਪੰਜਾਬ ਤੋਂ ਬੈਠਾ। ਹੁਣ ਮੰਨ ਲਓ ਕਿ ਮੈਨੂੰ, ਫਰਜ਼ ਕਰਦੇ ਹਾਂ, ਮੰਨ ਲਓ ਕਿ ਮੈਨੂੰ ਉਹ ਸਾਰੀਆਂ ਭਾਸ਼ਾਵਾਂ ਆਉਂਦੀਆਂ ਸੀ ਤੇ ਉਹਨਾਂ ਭਾਸ਼ਾਵਾਂ ਦੇ ਆਧਾਰ ਦੇ ਉੱਤੇ ਮੈਂ ਹੁਣ ਕੀ ਕਰ ਰਹੀ ਹਾਂ, ਮੈਂ ਉਹਨਾਂ ਸਾਰੇ ਬੱਚਿਆਂ ਨਾਲ ਇੰਟਰੈਕਟ ਕਰ ਰਹੀ ਹਾਂ। ਹੌਲੀ ਹੌਲੀ ਉਹ ਬੱਚੇ ਇੱਕ ਦੂਸਰੇ ਦੀ ਭਾਸ਼ਾ ਨੂੰ ਥੋੜਾ ਥੋੜਾ ਸਿੱਖ ਲੈਂਦੇ ਨੇ ਤਾਂ ਉਹ ਆਪਸ 'ਚ ਇੰਟਰੈਕਟ ਕਰ ਸਕਣਗੇ ਨਾ। ਇਸ ਕਰਕੇ ਜਿਹੜਾ ਆਪਸ਼ਨ ਸੀ ਉਹ ਬਿਲਕੁਲ ਸਹੀ ਹੋ ਜਾਂਦਾ ਹੈ ਕਿ ਜਿਹੜੇ ਅਲੱਗ-ਅਲੱਗ ਬੱਚੇ ਸਾਡੇ ਕੋਲ ਬੈਠੇ ਨੇ ਅਸੀਂ ਉਹਨਾਂ ਦੇ ਨਾਲ ਇੰਟਰੈਕਟ ਕਰ ਸਕਦੇ ਹਾਂ। ਸੋ ਅਗਲੀ ਗੱਲ ਕਰਦੇ ਹਾਂ ਕਿ ਸਾਡੇ ਕੋਲ ਜਿਹੜਾ ਨੈਕਸਟ ਕੁਐਸਚਨ ਹੈ, in which of the following language is considered as a cognitive whole where context is important and meaning is more important than form। ਸੋ ਇਹ ਕਿਸ ਤਰ੍ਹਾਂ ਦੀ ਅਪਰੋਚ ਹੋ ਜਾਂਦੀ ਹੈ। ਸੋ ਗੱਲ ਕਰਦੇ ਆ ਇਸ ਸਵਾਲ ਦੀ। ਸੋ ਇਸ ਸਵਾਲ ਦੇ ਵਿੱਚ ਜਿਹੜਾ ਮੇਰੇ ਕੋਲ ਇੱਕ ਇੰਟੀਗ੍ਰੇਟਿਵ ਟੈਸਟ ਹੁੰਦੇ ਨੇ, ਦੇਖੋ ਧਿਆਨ ਨਾਲ ਸੁਣਿਓ ਇਸ ਚੀਜ਼ ਨੂੰ, ਇਸ ਚੀਜ਼ ਨੂੰ ਧਿਆਨ ਨਾਲ ਸੁਣਿਓ। ਮੇਰੇ ਕੋਲ ਨਾ ਬੱਚਿਆਂ ਦੀ ਜਿਹੜੀ ਭਾਸ਼ਾ ਹੁੰਦੀ ਹੈ, ਠੀਕ ਹੈ, ਉਹ ਭਾਸ਼ਾ ਮਤਲਬ ਜੇ ਮੈਂ ਉਸ ਭਾਸ਼ਾ ਨੂੰ ਪੂਰੇ ਤਰੀਕੇ ਨਾਲ ਕਿ ਉਹ ਬੱਚੇ ਨੂੰ ਕਿੰਨਾ ਮਤਲਬ ਉਹਨੂੰ ਵਕੈਬ ਆਉਂਦੀ ਆ, ਕਿੰਨੇ ਕੁ ਉਹਦੇ ਮੀਨਿੰਗ ਕਲੀਅਰ ਹੈ, ਕਿੰਨੀ ਕੁ ਉਸ ਭਾਸ਼ਾ ਨੂੰ ਵਰਤ ਪਾ ਰਿਹਾ ਆ, ਕਿੰਨਾ ਕੁ ਉਸ ਭਾਸ਼ਾ ਜਿਹੜੀ ਆ ਉਹ ਇੱਕ ਕਰੈਕਟ ਵੇ ਦੇ ਨਾਲ ਉਹ ਇੰਪਲੀਮੈਂਟ ਕਰ ਪਾ ਰਿਹਾ, ਮੈਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਟੈਸਟ ਕਰਨਾ ਚਾਹੁੰਦੀ ਹਾਂ। ਠੀਕ ਹੈ, ਹੁਣ ਮੈਂ ਕੀ ਕਹਿ ਰਹੀ ਹਾਂ, ਕੰਟੈਕਸਟ ਵੀ ਇੰਪੋਰਟੈਂਟ ਹੈ, ਮੀਨਿੰਗ ਜਿਹੜਾ ਉਹ ਮੇਰੇ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹਦੇ ਵਿੱਚ ਨਾ ਇੱਕ ਸਾਡੇ ਕੋਲ ਆਪਸ਼ਨ ਆਉਂਦੀ ਹੁੰਦੀ ਹੈ, ਇੱਕ ਕਮਿਊਨੀਕੇਟਿਵ ਅਪਰੋਚ ਟੈਸਟਿੰਗ ਹੈ। ਠੀਕ ਹੈ, ਪਹਿਲੀ ਜਿਹੜੀ ਮੇਰੇ ਕੋਲ ਆਪਸ਼ਨ ਹੈ ਕਮਿਊਨੀਕੇਟਿਵ ਅਪਰੋਚ ਟੈਸਟਿੰਗ। ਹੁਣ ਇਸ ਟੈਸਟਿੰਗ ਦੇ ਵਿੱਚ ਤੁਸੀਂ ਪਤਾ ਕੀ ਫਾਈਂਡ ਆਊਟ ਕਰ ਸਕਦੇ ਹੋ, ਇਹਦੇ ਵਿੱਚ ਤੁਸੀਂ ਇਹ ਫਾਈਂਡ ਆਊਟ ਕਰ ਸਕਦੇ ਹੋ ਕਿ ਇੱਕ ਸਟੂਡੈਂਟ ਕਿਸੇ ਪਰਟੀਕੂਲਰ ਲੈਂਗੁਏਜ ਦੇ ਵਿੱਚ ਕਿਵੇਂ ਕਮਿਊਨੀਕੇਟ ਕਰ ਪਾ ਰਿਹਾ। ਇਹਦੇ ਵਿੱਚ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਇੱਕ ਬੰਦਾ ਜਦੋਂ ਪੰਜਾਬੀ ਬੋਲ ਰਿਹਾ ਕਿੰਨਾ ਕੌਨਫੀਡੈਂਟ ਹੈ ਤੇ ਜਦੋਂ ਉਹ ਇੰਗਲਿਸ਼ ਬੋਲ ਰਿਹਾ ਕਿੰਨਾ ਕੌਨਫੀਡੈਂਟ ਹੈ। ਬੇਸਿਕਲੀ ਇਹਦੇ ਵਿੱਚ ਤੁਸੀਂ ਉਹਦੀ ਕਮਿਊਨੀਕੇਸ਼ਨ ਸਕਿੱਲਸ ਜਿਹੜੀਆਂ ਨੇ ਉਹਨਾਂ ਨੂੰ ਟੈਸਟ ਕਰ ਸਕਦੇ ਹੋ। ਬਟ ਮੈਂ ਕਮਿਊਨੀਕੇਸ਼ਨ ਸਕਿੱਲਸ ਨਹੀਂ ਟੈਸਟ ਕਰਨੀ ਆ, ਮੈਂ ਤੇ ਇਹ ਟੈਸਟ ਕਰਨਾ ਆ ਕਿ ਇੱਕ ਜਿਹੜਾ ਬੱਚਾ ਆ ਕਿਸੇ ਵੀ ਕੰਟੈਕਸਟ ਦੇ ਵਿੱਚ ਉਹਦੇ ਲਈ ਉਹਦੇ ਮੀਨਿੰਗ ਜਿਹੜੇ ਨੇ ਉਹ ਬੜੇ ਕਲੀਅਰ ਹੋ ਪਾ ਰਹੇ ਨੇ ਕਿ ਨਹੀਂ ਹੋ ਪਾ ਰਹੇ। ਲੈਂਗੁਏਜ ਨੂੰ ਇਹ ਨਹੀਂ ਹੈਗਾ ਵੀ ਉਹਨੇ ਇੰਗਲਿਸ਼ ਲੈਂਗੁਏਜ ਸਹੀ ਤਰੀਕੇ ਨਾਲ ਪੜ੍ਹ ਲਈ, ਬੋਲ ਲਈ, ਸੁਣ ਲਈ। ਬਈ ਜਿਹੜਾ ਮੈਂ ਉਹਨੂੰ ਕੋਈ ਕਹਾਣੀ ਸੁਣਾਈ ਹੈ ਉਸ ਕਹਾਣੀ ਨੂੰ ਉਹਨੇ ਸਮਝਿਆ ਵੀ ਹੈ ਕਿ ਉਸ ਕਹਾਣੀ ਦੇ ਵਿੱਚ ਆਏ ਹੋਏ ਸ਼ਬਦਾਂ ਦੇ ਮੀਨਿੰਗ ਉਹਨੂੰ ਕਲੀਅਰ ਨੇ। ਸੋ ਜੇ ਇਸ ਤਰ੍ਹਾਂ ਦਾ ਟੈਸਟ ਕਰਨਾ ਚਾਹੁੰਦੀ ਹੈ ਤਾਂ ਕੀ ਕਰਨਾ ਚਾਹੀਦਾ, ਜਿਹੜੀ ਕੰਟੈਕਸਟ ਅਪਰੋਚ ਟੈਸਟਿੰਗ ਹੁੰਦੀ ਹੈ ਸਾਡੇ ਕੋਲ, ਠੀਕ ਹੈ, ਤਾਂ ਇਹ ਆਪਣੇ ਆਪ ਦੇ ਵਿੱਚ ਕੀ ਆ, ਕੰਟੈਕਸਟ ਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਮੈਂ ਕਿਸੇ ਬੱਚੇ ਨੂੰ ਕਹਾਣੀ ਸੁਣਾਈ ਤੇ ਮੈਂ ਉਹਨੂੰ ਕਿਹਾ ਵੀ ਦੱਸੋ ਜਿਹੜੀ ਤੁਹਾਨੂੰ ਮੈਂ ਕਹਾਣੀ ਸੁਣਾਈ ਸੀ ਉਹੀ ਜ਼ਰਾ ਮੈਨੂੰ ਐਕਸਪਲੇਨ ਕਰ ਦਿਓ। ਹੋ ਸਕਦਾ ਬੱਚਾ ਮੈਨੂੰ ਐਕਸਪਲੇਨ ਕਰ ਦੇ। ਲੇਕਿਨ ਜਿਹੜਾ ਸਾਡੇ ਕੋਲ ਹੁੰਦੀ ਆ ਇੰਟੀਗ੍ਰੇਟਿਵ ਟੈਸਟਿੰਗ, ਇਹਦੇ ਵਿੱਚ ਮੈਂ ਦੇਖੂੰਗੀ ਕਿ ਉਸ ਬੱਚੇ ਨੂੰ ਕੱਲੀ ਕਹਾਣੀ ਨਾ ਸਮਝ ਆਈ ਹੋਵੇ, ਮੈਂ ਜਿਹੜੀ ਵਕੈਬ ਯੂਜ਼ ਕੀਤੀ ਹੈ ਉਸ ਵਕੈਬ ਦੇ ਜਿਹੜੇ ਮੀਨਿੰਗ ਨੇ, ਹਰ ਇੱਕ ਲਾਈਨ ਦਾ ਜਿਹੜਾ ਮੀਨਿੰਗ ਹੈ ਉਹ ਵੀ ਕਲੀਅਰ ਹੋਵੇ। ਸੋ ਇੰਟੀਗ੍ਰੇਟਿਵ ਜਿਹੜੀ ਟੈਸਟਿੰਗ ਹੁੰਦੀ ਆ ਉਹ ਇਸ ਤਰੀਕੇ ਦੇ ਨਾਲ ਟੈਸਟ ਕਰਨ ਦੇ ਵਿੱਚ ਹੈਲਪ ਕਰਦੀ ਹੈ ਕਿ ਪੂਰਾ ਐਜ਼ ਅ ਹੋਲ ਕੋਗਨੀਟਿਵ ਇੱਕ ਲੈਂਗੁਏਜ ਜਿਹੜੀ ਹੈ ਕਿਸੇ ਸਟੂਡੈਂਟ ਦੀ ਉਹ ਕਲੀਅਰ ਹੈ ਜਾਂ ਨਹੀਂ। ਸੋ ਨੈਕਸਟ ਸਵਾਲ ਵੱਲ ਵਧਦੇ ਆ। ਨੈਕਸਟ ਜਿਹੜਾ ਸਵਾਲ ਹੁੰਦਾ ਆ, ਬਿਫੋਰ ਪਲੈਨਿੰਗ ਰੈਮੇਡੀਅਲ ਟੀਚਿੰਗ the teacher wants to understand the difference between students' actual behavior and his expected behavior. Which kind of test should be designed? Achievement test, diagnostic test, proficiency test or aptitude test? ਸੋ ਧਿਆਨ ਨਾਲ ਇਹਦਾ ਵੀ ਜਿਹੜਾ ਆਨਸਰ ਹੈ ਉਹਦੇ ਬਾਰੇ ਗੱਲ ਕਰਦੇ ਆ। ਦੇਖੋ ਰੈਮੇਡੀਅਲ ਟੈਸਟ ਟੀਚਿੰਗ ਜਿਹੜੀ ਆ ਉਹ ਇੱਕ ਬੜੀ ਵਧੀਆ ਅਪਰੋਚ ਮੰਨੀ ਗਈ ਆ ਟੀਚਿੰਗ ਦੀ। ਕਿਉਂ ਵਧੀਆ ਅਪਰੋਚ ਮੰਨੀ ਗਈ ਆ? ਇਹਦੇ ਵਿੱਚ ਟੀਚਰ ਨੂੰ ਜਿਵੇਂ ਰੈਮੇਡੀ ਕੀ ਹੁੰਦੀ ਆ ਕਿਸੇ ਚੀਜ਼ ਦਾ ਇਲਾਜ, ਤਾਂ ਰੈਮੇਡੀਅਲ ਜਿਹੜੀ ਸਾਡੇ ਕੋਲ ਟੀਚਿੰਗ ਹੁੰਦੀ ਆ ਇਹਦੇ ਵਿੱਚ ਨਾ ਟੀਚਰ ਇਹ ਦੇਖਦਾ ਕਿ ਬੱਚਾ ਜਿਹੜਾ ਆ, ਮੈਂ ਬੱਚੇ ਤੋਂ ਹੁਣ ਮੰਨ ਲਓ ਕੋਈ ਸਟੂਡੈਂਟ ਆ, ਮੈਂ ਪਹਿਲੇ ਦਿਨ ਹੀ ਉਹਨੂੰ ਕਹਿਦਾ ਕਿ ਤੂੰ ਤਾਂ 95% ਵਾਲਾ ਬੱਚਾ ਆ, ਤੂੰ ਤਾਂ ਇਸੇ ਤਰੀਕੇ ਨਾਲ ਤਿਆਰੀ ਕਰ, ਮੈਂ ਉਹ ਤੋਂ ਐਕਸਪੈਕਟ ਕਰ ਲਿਆ। ਮੰਨ ਲਓ ਕਿ ਮੈਨੂੰ ਹਜੇ ਇਹ ਨਹੀਂ ਪਤਾ ਕਿ ਉਹ ਬੱਚਾ ਹੈ ਤਾਂ ਮੰਨ ਲਓ 9th ਕਲਾਸ ਦਾ, ਪਰ ਉਹਦੇ 7th ਕਲਾਸ ਤੋਂ ਹਜੇ ਕਨਸੈਪਟ ਹੀ ਨਹੀਂ ਕਲੀਅਰ। ਮੇਰੀ ਐਕਸਪੈਕਟੇਸ਼ਨ ਤਾਂ ਉੱਥੋਂ ਕਿੰਨੀ ਜ਼ਿਆਦਾ ਹਾਈ ਹੈ, ਬਟ ਉਸ ਬੱਚੇ ਦਾ ਕੋਈ ਕਸੂਰ ਨਹੀਂ ਜਿਹੜਾ 2 ਸਾਲਾਂ ਦੇ ਹਜੇ ਕਨਸੈਪਟ ਹੀ ਚੱਕੀ ਫਿਰਦਾ। ਸੋ ਇਹਦੇ ਵਿੱਚ ਮੈਂ ਪਹਿਲਾਂ ਬੱਚੇ ਦਾ ਲੈਵਲ ਦੇਖੂੰਗੀ, ਮੈਂ ਦੇਖੂੰਗੀ ਕਿ ਉਸ ਬੱਚੇ ਨੂੰ ਕਿੰਨੀ ਨੌਲੇਜ ਹੈ, ਮੈਂ ਦੇਖੂੰਗੀ ਕਿ ਉਹ ਬੱਚਾ ਕਿੰਨਾ ਟਾਈਮ ਪੜ੍ਹ ਸਕਦਾ ਤੇ ਉਸ ਤੋਂ ਬਾਅਦ ਫਿਰ ਮੈਂ ਇੱਕ ਸਟ੍ਰੈਟਜੀ ਬਣਾਵਾਂ ਉਸ ਬੱਚੇ ਨੂੰ ਪੜ੍ਹਾਉਣ ਦੀ। ਸੋ ਇਹਨੂੰ ਅਸੀਂ ਰੈਮੇਡੀਅਲ ਟੀਚਿੰਗ ਕਹਿੰਦੇ ਆ। ਸੋ ਇਹਦੇ ਵਾਸਤੇ ਕਿਹੜੇ ਕਿਹੜੇ ਟੈਸਟ ਕੀਤੇ ਜਾਂਦੇ ਨੇ?
ਸੋ ਇਹਦੇ ਵਾਸਤੇ ਅਚੀਵਮੈਂਟ ਟੈਸਟ ਨਹੀਂ ਕੀਤਾ ਜਾਊਗਾ, ਕਿਉਂਕਿ ਅਚੀਵਮੈਂਟ ਟੈਸਟ ਜਿਹੜਾ ਆ ਉਹ ਇੱਕ ਇਹ ਦੱਸ ਦੂਗਾ ਸਾਨੂੰ ਕਿ ਮਤਲਬ ਜਿਹੜਾ ਬੱਚਾ ਆ, ਮੰਨ ਲਓ ਜੇ ਉਹਨੂੰ ਮੈਂ 100 ਕੁ ਸਵਾਲ ਦੇ ਦੇਵਾਂ, ਠੀਕ ਹੈ, ਉਹਦੇ ਚੋਂ ਕਿਸ ਤਰੀਕੇ ਨਾਲ ਸਕੋਰ ਕਰ ਸਕਿਆ। ਸੋ ਇਹਦੇ ਨਾਲ ਮੈਂ ਡਾਇਗਨੋਸ ਥੋੜੀ ਨਾ ਕਰ ਸਕਦੀ ਹਾਂ, ਪਤਾ ਥੋੜੀ ਨਾ ਕਰ ਸਕਦੀ ਹਾਂ ਕਿ ਉਹ ਬੱਚੇ ਨੂੰ ਪੜਾਉਣ ਦਾ ਤਰੀਕਾ ਕੀ ਹੈ, ਕਿੰਨੇ ਉਹਦੇ ਕਨਸੈਪਟ ਕਲੀਅਰ ਨੇ, ਕਲੈਰਿਟੀ ਨਹੀਂ ਹੋਊਗੀ। ਡਾਇਗਨੋਸਟਿਕ ਜਿਹੜੇ ਟੈਸਟ ਹੁੰਦੇ ਨੇ, ਜਿਹੜੇ ਡਾਇਗਨੋਸ ਕਰਦੇ ਨੇ, ਬਈ ਤੁਸੀਂ ਦੇਖੋ ਰੈਮੇਡੀ ਕੀ ਆ, ਇਲਾਜ। ਡਾਇਗਨੋਸ ਕਰਨਾ ਕੀ ਹੁੰਦਾ, ਬਿਮਾਰੀ ਦੀ ਜਾਂਚ ਕਰਨਾ। ਸੋ ਨਾਮ ਤੋਂ ਹੀ ਕਲੀਅਰ ਹੋ ਜਾਂਦਾ ਕਿ ਡਾਇਗਨੋਸਟਿਕ ਜਿਹੜੇ ਟੈਸਟ ਹੁੰਦੇ ਨੇ ਉਹਨਾਂ ਨੂੰ ਅਸੀਂ ਯੂਜ਼ ਕਰਦੇ ਹਾਂ ਟੂ ਕਲੀਅਰ ਦੈਟ ਕਿ ਸਟੂਡੈਂਟ ਜਿਹੜਾ ਆ ਉਹਨੂੰ ਕਿਸ ਤਰੀਕੇ ਦੇ ਨਾਲ ਪੜਾਇਆ ਜਾਣਾ ਚਾਹੀਦਾ, ਉਹਦੇ ਲਈ ਕੀ ਸਟ੍ਰੈਟਜੀ ਜਿਹੜੀ ਆ ਬੈਸਟ ਹੋ ਸਕਦੀ ਆ। 82nd ਜਿਹੜਾ ਕੁਐਸਚਨ ਆ ਜਾਂਦਾ ਆ, ਸੋ ਇਹਦੇ ਵਿੱਚ ਕੀ ਆ ਕਿ what should be done to test the ability for natural communication in real life situations। ਸੋ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਤੁਸੀਂ ਕਿਸੇ ਬੰਦੇ ਦੀ ਨੈਚੁਰਲ ਕਮਿਊਨੀਕੇਸ਼ਨ ਨੂੰ ਟੈਸਟ ਕਰਨਾ ਚਾਹੁੰਦੇ ਹੋ, ਦੱਸੋ ਕੀ ਕਰੋਗੇ। ਕੀ ਤੁਸੀਂ ਸਟੂਡੈਂਟਸ ਨੂੰ ਰੋਲ ਪਲੇ ਦੇ ਵਿੱਚ ਪਾਰਟਿਸਿਪੇਟ ਕਰਵਾਓਗੇ, ਕੀ ਤੁਸੀਂ ਉਹਨਾਂ ਦੀ ਕੋਈ ਗਰੁੱਪ ਡਿਸਕਸ਼ਨ ਕਰਵਾ ਦੋਗੇ, ਕੀ ਤੁਸੀਂ ਕੋਈ ਐਨੈਕਡੋਟਸ ਜਿਹੜੀ ਹੁੰਦੀ ਆ ਬੇਸਿਕਲੀ ਜਿਹੜੀਆਂ ਕਹਾਣੀਆਂ ਵਗੈਰਾ ਹੁੰਦੀਆਂ ਨੇ ਉਹ ਨਰੇਟ ਕਰਵਾਉਣ ਨੂੰ ਕਹਿ ਦੋਗੇ, ਕੀ ਤੁਸੀਂ ਬੱਚਿਆਂ ਤੋਂ ਕੋਈ ਅਨਾਉਂਸਮੈਂਟਸ ਕਰਵਾ ਦੋਗੇ। ਸੋ ਜੇ ਤੁਸੀਂ ਇਹਦੇ ਵਿੱਚ ਬੈਸਟ ਕੋਈ ਬੱਚੇ ਦੀ ਅਪਰੋਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਜਿਹੜੀ ਬੈਸਟ ਚੀਜ਼ ਆ ਜਾਂਦੀ ਹੈ ਉਹ ਆਉਂਦੀ ਹੈ ਕਿ ਬੱਚਿਆਂ ਨੂੰ ਕੋਈ ਰੋਲ ਪਲੇ ਕਰਵਾਓ, ਠੀਕ ਹੈ, ਬੱਚਿਆਂ ਨੂੰ ਕੋਈ ਰੋਲ ਪਲੇ ਕਰਵਾਓ। ਹੁਣ ਜਦੋਂ ਤੁਸੀਂ ਬੱਚੇ ਨੂੰ ਰੋਲ ਪਲੇ ਕਰਵਾਓਗੇ ਉਹਦੇ ਨਾਲ ਹੋਊਗਾ ਕੀ, ਦੇਖੋ ਬੱਚਾ ਜਿਹੜਾ ਆ, ਠੀਕ ਹੈ, ਤੁਸੀਂ ਉਹਨੂੰ ਦੱਸਤਾ ਵੀ ਤੂੰ ਐਵੇਂ ਐਵੇਂ ਕਰਕੇ ਅੱਜ ਮਤਲਬ ਐਕਟ ਕਰ ਰਿਹਾ, ਠੀਕ ਹੈ, ਲੈਂਗੁਏਜ ਤੇਰੀ ਆਪਣੀ ਆ, ਉੱਥੇ ਉਹ ਨੈਚੁਰਲੀ ਭਾਸ਼ਾ ਨੂੰ ਕਿਵੇਂ ਵਰਤ ਰਿਹਾ ਇਹਦੇ ਬਾਰੇ ਪਤਾ ਲੱਗੂਗਾ। ਹੁਣ ਪਤਾ ਤਾਂ ਸਾਨੂੰ ਗਰੁੱਪ ਡਿਸਕਸ਼ਨ 'ਚ ਵੀ ਲੱਗ ਸਕਦਾ, ਪਰ ਗਰੁੱਪ ਡਿਸਕਸ਼ਨ 'ਚ ਕੀ ਹੁੰਦਾ ਨਾ, ਕੋਈ ਬੰਦਾ ਬਹੁਤਾ ਜ਼ਿਆਦਾ ਨਹੀਂ ਬੋਲ ਪਾ ਰਿਹਾ ਹਨਾ, ਉਹ ਥੋੜੀ ਬਹੁਤ ਗੱਲ ਕਰ ਰਿਹਾ, ਥੋੜੇ ਬਹੁਤ ਉਹ ਤੋਂ ਕਲੀਅਰ ਨਹੀਂ ਹੋਊਗਾ। ਬਟ ਅਗਰ ਸਾਡੇ ਕੋਲ ਇੱਕ ਪੂਰਾ ਦਾ ਪੂਰਾ ਉਸ ਬੰਦੇ ਦਾ, ਸਾਡੇ ਕੋਲ ਇੱਕ ਪੂਰਾ ਰੋਲ ਪਲੇ ਅਸੀਂ ਉਹਦਾ ਕਰਵਾਇਆ ਹੋਇਆ, ਅਸੀਂ ਉਹਨੂੰ ਇੱਕ ਪੂਰਾ ਪਲੇ ਦੇਤਾ ਜਿਹਦੇ ਵਿੱਚ ਉਹ ਆਪਣਾ ਕਿਰਦਾਰ ਨਿਭਾ ਰਿਹਾ ਹੈ, ਉੱਥੋਂ ਸਾਨੂੰ ਕਲੀਅਰ ਹੋਊਗਾ ਕਿ ਉਹਦੀ ਨੈਚੁਰਲ ਕਮਿਊਨੀਕੇਸ਼ਨ ਸਕਿੱਲਸ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ। ਅੱਗੇ ਗੱਲ ਕਰਦੇ ਹਾਂ 83rd ਕੁਐਸਚਨ। ਸੋ 83rd ਕੁਐਸਚਨ ਦੇ ਵਿੱਚ ਕੀ ਆ, which type of reading should be encouraged for establishing cultural contact with great minds and to enlarge people's sphere of knowledge। ਸੋ ਕਹਿੰਦੇ ਇਹਦੇ ਵਿੱਚੋਂ ਕਿਸ ਤਰ੍ਹਾਂ ਦੀ ਜਿਹੜੀ ਰੀਡਿੰਗ ਹੈ ਉਹਨੂੰ ਇਨਕਰੇਜ ਕਰਨਾ ਚਾਹੀਦਾ ਤਾਂ ਕਿ ਬੱਚੇ ਜਿਹੜੇ ਨੇ, ਠੀਕ ਹੈ, ਕਲਚਰਲ ਕੰਟੈਕਟ ਉਹਨਾਂ ਦਾ ਬਣ ਸਕੇ, ਠੀਕ ਹੈ, ਤੇ ਨੌਲੇਜ ਜਿਹੜੀ ਆ ਉਹ ਆਪਸ ਦੇ ਵਿੱਚ ਜਿਹੜੀ ਆ ਉਹ ਵੀ ਸ਼ੇਅਰ ਕਰ ਸਕਣ। ਸੋ ਇਹਦੇ ਵਾਸਤੇ ਜਿਹੜਾ ਮੇਰੇ ਕੋਲ ਆਪਸ਼ਨ ਹੈ ਉਹ ਦਿੱਤੇ ਹੋਏ ਨੇ ਜੀ, ਇੰਟੈਂਸਿਵ ਰੀਡਿੰਗ, ਐਕਸਟੈਂਸਿਵ ਰੀਡਿੰਗ, ਗਰੁੱਪ ਰੀਡਿੰਗ ਤੇ ਅਲਾਉਡ ਰੀਡਿੰਗ। ਸੋ ਮੇਰੇ ਕੋਲ ਇਸ ਤਰੀਕੇ ਦੇ ਨਾਲ ਜਿਹੜੇ ਆਪਸ਼ਨ ਦਿੱਤੇ ਹੋਏ ਨੇ, ਇਹਦੇ ਵਿੱਚੋਂ ਜਿਹੜੀ ਐਕਸਟੈਂਸਿਵ ਰੀਡਿੰਗ ਹੁੰਦੀ ਆ, ਐਕਸਟੈਂਸਿਵ ਰੀਡਿੰਗ ਮੇਰੇ ਕੋਲ ਕਿਸ ਤਰ੍ਹਾਂ ਦੀ ਰੀਡਿੰਗ ਹੈ, ਤਾਂ ਐਕਸਟੈਂਸਿਵ ਰੀਡਿੰਗ ਆਪਣੇ ਆਪ ਦੇ ਵਿੱਚ ਮੇਰੇ ਕੋਲ ਇੱਕ ਇਹੋ ਜਿਹੀ ਰੀਡਿੰਗ ਦੀ ਟਾਈਪ ਹੈ ਜਿਹਦੇ ਵਿੱਚ ਜਿਹੜੇ ਕਲਚਰਲ ਕੰਟੈਕਟ ਨੇ ਉਹਨਾਂ ਬਾਰੇ ਮੈਂ ਗੱਲ ਕਰ ਸਕਦੀ ਹਾਂ, ਜਿਹਦੇ ਵਿੱਚ ਮੈਂ ਇਹ ਦੇਖੂੰਗੀ ਕਿ ਬੱਚਿਆਂ ਦੀ ਜਿਹੜੀ ਨੌਲੇਜ ਆ ਬਹੁਤ ਜ਼ਿਆਦਾ ਕੀ ਹੋ ਜੂਗੀ, ਵਧੂਗੀ, ਕਿਉਂਕਿ ਉਹ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਲੈ ਰਹੇ ਆ ਹਨਾ। ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਮੇਰੀ ਕਲਾਸ ਦੇ ਵਿੱਚ 5 ਸਟੇਟ ਤੋਂ ਬੱਚੇ ਨੇ, ਮੈਂ ਹਰ ਇੱਕ ਬੱਚੇ ਨੂੰ ਇਹ ਕਹਤਾ ਕਿ ਤੁਸੀਂ ਆਪਣੀ ਸਟੇਟ ਬਾਰੇ 4-5 ਲਾਈਨਾਂ ਬੋਲੋ, ਠੀਕ ਹੈ। ਹੁਣ ਇਸ ਤਰ੍ਹਾਂ ਦੀ ਮਤਲਬ ਜਾਂ ਰੀਡ ਕਰੋ, ਠੀਕ ਹੈ, ਇਸ ਤਰ੍ਹਾਂ ਦੀ ਜਿਹੜੀ ਰੀਡਿੰਗ ਅਪਰੋਚ ਹੋਊਗੀ, ਇਸ ਰੀਡਿੰਗ ਅਪਰੋਚ ਦੇ ਵਿੱਚ ਕੀ ਹੋਗਾ, ਬੱਚੇ ਦੀ ਜਿਹੜੀ ਓਵਰਆਲ ਨੌਲੇਜ ਹੈ ਉਹ ਵੀ ਵੱਧ ਰਹੀ ਹੈ, ਠੀਕ ਹੈ, ਪਲੱਸ ਇਹ ਵੀ ਹੋ ਰਿਹਾ ਕਿ ਉਹਦੇ ਵਿੱਚ ਜਿਹੜਾ ਕਲਚਰਲ ਕੰਟੈਕਟ ਹੈ, ਠੀਕ ਹੈ, ਉਹ ਵੀ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ। ਸੋ ਜੇ ਅਸੀਂ ਗੱਲ ਕਰਦੇ ਹਾਂ ਗਰੁੱਪ ਰੀਡਿੰਗ ਦੀ ਜਾਂ ਅਲਾਉਡ ਰੀਡਿੰਗ ਦੀ, ਬਈ ਜੇ ਤੁਸੀਂ ਉੱਚੀ ਰੀਡ ਕਰ ਰਹੇ ਹੋ, ਠੀਕ ਹੈ, ਉੱਚੀ ਚੀਕ ਰਹੇ ਹੋ, ਤੁਹਾਡੇ ਚੀਕਣ ਦੇ ਨਾਲ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਨੌਲੇਜ ਦੇ ਵਿੱਚ ਵਾਧਾ ਕਰ ਸਕਦੇ ਹੋ, ਠੀਕ ਹੈ, ਹੋ ਸਕਦਾ 4 ਬੰਦਿਆਂ ਨੂੰ ਤੁਹਾਡੇ ਵੱਲੋਂ ਰੀਡ ਕੀਤੀ ਗਈ ਗੱਲ ਸਮਝ ਆ ਜਾਏ, ਬੱਚਾ ਉੱਚੀ ਰੀਡ ਕਰ ਰਿਹਾ ਸੁਣ ਜਾਊਗਾ, ਲੇਕਿਨ ਇਹ ਥੋੜੀ ਨਾ ਹੈ ਕਿ ਇਹਦੇ ਨਾਲ ਤੁਸੀਂ ਕੋਈ ਨੌਲੇਜ ਜਿਹੜੀ ਇੰਟਰੈਕਟ ਕਰ ਪਾ ਰਹੇ ਹੋ, ਠੀਕ ਹੈ। ਅਗਲੀ ਗੱਲ, ਗਰੁੱਪ ਰੀਡਿੰਗ ਦੇ ਵਿੱਚ ਵੀ ਐਵੇਂ ਹੀ ਹੁੰਦਾ, ਕਿਉਂਕਿ ਗਰੁੱਪ ਰੀਡਿੰਗ ਦੇ ਵਿੱਚ ਤਾਂ ਤੁਸੀਂ ਦੇਖੋ ਕਿ 4 ਸਟੂਡੈਂਟਸ ਬੈਠੇ ਨੇ, ਦੂਜੇ ਬੱਚੇ ਨੂੰ ਤਾਂ ਇਸੇ ਗੱਲ ਦਾ ਡਰ ਮਾਰੀ ਜਾਂਦਾ ਕਿ ਫਟਾਫਟ ਮੇਰੀ ਬਾਰੀ ਆਉਣ ਵਾਲੀ ਆ, ਉਹ ਇਸ ਚੱਕਰ ਦੇ ਵਿੱਚ ਪਹਿਲਾ ਬੱਚਾ ਕੀ ਰੀਡ ਕਰ ਰਿਹਾ ਉਹਨੂੰ ਧਿਆਨ ਨਾਲ ਸੁਣਦਾ ਹੀ ਨਹੀਂ, ਠੀਕ ਹੈ। ਸੋ ਗਰੁੱਪ ਰੀਡਿੰਗ, ਹਾਲਾਂਕਿ ਇਹਨਾਂ ਦੇ ਆਪਣੇ ਫਾਇਦੇ ਵੀ ਹੈਗੇ ਨੇ, ਇਹਨਾਂ ਰੀਡਿੰਗ ਦੇ ਆਪਣੇ ਬਹੁਤ ਸਾਰੇ ਫਾਇਦੇ ਨੇ, ਹਰ ਇੱਕ ਅਪਰੋਚ ਜਿਹੜੀ ਆ ਉਹ ਆਪਣੀ ਇੱਕ ਇੰਪੋਰਟੈਂਸ ਰੱਖਦੀ ਆ, ਬਟ ਇਸ ਕੇਸ ਦੇ ਵਿੱਚ ਮੇਰੇ ਕੋਲ ਜਿਹੜੀ ਐਕਸਟੈਂਸਿਵ ਰੀਡਿੰਗ ਉਹ ਬੈਸਟ ਆਪਸ਼ਨ ਹੋ ਜਾਂਦੀ ਹੈ। ਸੋ ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਹਾਂ। ਤਾਂ ਨੈਕਸਟ ਜਿਹੜਾ ਮੇਰੇ ਕੋਲ ਕੁਐਸਚਨ ਆ ਜਾਂਦਾ, ਅਗਲਾ ਪੈਸੇਜ ਆ ਜਾਂਦਾ ਜਿਹਦੇ ਤੋਂ ਬੇਸਿਸ ਤੇ ਮੇਰੇ ਕੋਲ 84 ਤੋਂ ਲੈ ਕੇ 90 ਤੱਕ ਦੇ ਕੁਐਸਚਨ ਦਿੱਤੇ ਗਏ ਨੇ। ਸਟੇਟਮੈਂਟ ਮਤਲਬ ਪੈਰਾਗ੍ਰਾਫ ਕਿਹਦੇ ਬਾਰੇ ਆ, 2 ਤਰ੍ਹਾਂ ਦੀਆਂ ਲੱਕੜਾਂ ਹੁੰਦੀਆਂ ਨੇ, ਹਾਰਡਵੁੱਡ ਤੇ ਸੌਫਟਵੁੱਡ। ਕਹਿੰਦੇ 2 ਤਰ੍ਹਾਂ ਦੀਆਂ ਲੱਕੜਾਂ ਪਾਈਆਂ ਜਾਂਦੀਆਂ ਨੇ, ਇਹਨਾਂ ਵਿੱਚੋਂ ਇੱਕ ਤਰ੍ਹਾਂ ਦੀ ਜਿਹੜੀ ਲੱਕੜ ਹੁੰਦੀ ਆ, ਸੌਫਟਵੁੱਡ ਜਿਹੜੀ ਲੱਕੜ ਹੁੰਦੀ ਆ, ਇਹ ਬੜੀ ਛੇਤੀ ਛੋਟੇ ਛੋਟੇ ਟੋਟਿਆਂ ਦੇ ਵਿੱਚ ਵੀ ਤੋੜ ਸਕਦੇ ਆ, ਬੜੀ ਛੇਤੀ ਅੱਗ ਨੂੰ ਫੜਦੀ ਹੈ, ਤੇ ਕਿਉਂਕਿ ਬੜੀ ਛੇਤੀ ਅੱਗ ਲੱਗਦੀ ਹੈ ਇਸ ਕਰਕੇ ਬੜੀ ਛੇਤੀ ਇਹ ਲੱਕੜ ਜਿਹੜੀ ਆ ਉਹ ਬੇਸਿਕਲੀ ਕਹਿ ਸਕਦੇ ਆ ਕਿ
ਫਿਊਲ ਦੀ ਫਾਰਮ 'ਚ ਯੂਜ਼ ਹੋ ਜਾਂਦੀ ਹੈ ਤਾਂ ਤੁਹਾਨੂੰ ਲੱਕੜ ਬਹੁਤ ਸਾਰੀ ਚਾਹੀਦੀ ਹੈ, ਠੀਕ ਹੈ। ਤੇ ਜਿਹੜੀ ਸਾਡੇ ਕੋਲ ਹੁੰਦੀ ਆ ਹਾਰਡਵੁੱਡ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਤੋੜਨਾ ਬਹੁਤ ਔਖਾ ਆ, ਗਿੱਲੀਆਂ ਰਹਿੰਦੀਆਂ ਨੇ, ਇਸ ਕਰਕੇ ਇਹਨਾਂ ਨੂੰ ਜਿਹੜੀ ਅੱਗ ਆ ਉਹ ਪ੍ਰੋਪਰ ਨਹੀਂ ਲੱਗਦੀ। ਇਹਦੇ ਬਾਰੇ ਆ ਜੀ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਪੜ੍ਹ ਵੀ ਸਕਦੇ ਹੋ, ਠੀਕ ਹੈ। ਆ ਮੇਰੇ ਕੋਲ ਪੂਰਾ ਦਾ ਪੂਰਾ ਜਿਹੜਾ 2 ਮੇਰੀਆਂ ਜਿਹੜੀਆਂ ਸਲਾਈਡਸ ਨੇ ਉਹ ਮੇਰੀਆਂ ਇਸ ਪੈਰਾਗ੍ਰਾਫ ਨੇ ਹੀ ਲੈ ਲਈਆਂ। ਸੋ ਡਾਇਰੈਕਟਲੀ ਚੱਲਦੇ ਹਾਂ ਸਾਡੇ ਸਵਾਲਾਂ ਵੱਲ। ਸੋ ਮੇਰੇ ਕੋਲ ਸਵਾਲ ਹੈ, which word in the paragraph is antonym of a greenhorn? ਸੋ ਬਹੁਤ ਸਾਰੀਆਂ ਐਨੀਮੇਟਡ ਮੂਵੀਜ਼, ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਜਿਹੜਾ ਗ੍ਰੀਨ ਹੌਰਨ ਵਰਡ ਹੁੰਦਾ ਹੈ ਇਹ ਯੂਜ਼ ਕੀਤਾ ਜਾਂਦਾ ਹੈ। ਇਹ ਬੇਸਿਕਲੀ ਉਹਦੇ ਲਈ ਯੂਜ਼ ਕੀਤਾ ਜਾਂਦਾ ਹੈ, ਗ੍ਰੀਨ ਹੌਰਨ ਬੇਸਿਕਲੀ ਗ੍ਰੀਨ ਹੌਰਨ ਜਿਹੜਾ ਵਰਡ ਹੈ ਉਹ ਬੇਸਿਕਲੀ ਯੂਜ਼ ਕੀਤਾ ਜਾਂਦਾ ਆ ਸਾਡੇ ਕੋਲ ਕੁਝ ਅਜਿਹੇ ਵਰਡ ਪਰਸਨਸ ਲਈ ਜਿਹੜੇ ਕਿ ਇਨਐਕਸਪੀਰੀਅੰਸਡ ਹੁੰਦੇ ਨੇ। ਸੋ ਇਨਐਕਸਪੀਰੀਅੰਸ ਜਿਹੜੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਅਸੀਂ ਗ੍ਰੀਨ ਹੌਰਨ ਯੂਜ਼ ਕਰਦੇ ਆ। ਇਹਦਾ ਐਂਟੋਨਮ ਕੀ ਹੋਊਗਾ? ਬਿਲਕੁਲ ਸਹੀ ਹੋ ਜਾਂਦਾ ਜੀ, ਐਕਸਪੀਰੀਅੰਸਡ, ਇਹ ਆਪਸ਼ਨ, ਠੀਕ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਆ। ਸੋ ਨੈਕਸਟ ਕੁਐਸਚਨ ਸਾਡੇ ਕੋਲ ਕੀ ਹੈ? ਅਕੋਰਡਿੰਗ ਟੂ ਦੀ ਆਥਰ ਸੌਫਟ ਵੁੱਡਸ, ਆਥਰ ਦੇ ਅਕੋਰਡਿੰਗਲੀ ਸੌਫਟ ਵੁੱਡਸ ਜਿਹੜੀਆਂ ਨੇ ਸਪਲਿਟ ਕਰਨੀਆਂ, ਤੋੜਨੀਆਂ ਸੌਖੀਆਂ ਨੇ, ਬਿਲਕੁਲ ਸਹੀ ਹੈ, ਉਹਨੇ ਬਿਲਕੁਲ ਸਹੀ ਕਿਹਾ ਸੀਗਾ। ਅੱਛਾ, ਸੌਫਟ ਵੁੱਡ ਦੇ ਵਿੱਚੋਂ ਇੱਕ ਵੰਡਰਫੁਲ ਅਰੋਮਾ, ਇੱਕ ਬੜੀ ਸੋਹਣੀ ਖੁਸ਼ਬੂ ਵੀ ਆਉਂਦੀ ਹੈ, ਇਹ ਵੀ ਬਿਲਕੁਲ ਸਹੀ ਹੈ। ਸੌਫਟ ਵੁੱਡ ਜਿਹੜੀਆਂ ਨੇ ਫਾਸਟ ਬਰਨ ਹੁੰਦੀਆਂ ਨੇ, ਬਿਲਕੁਲ ਸਹੀ ਹੈ। ਸੋ ਆਪਸ਼ਨ ਜਿਹੜਾ ਆ ਸਾਡੇ ਕੋਲ ਡੀ ਬਿਲਕੁਲ ਸਹੀ ਹੋ ਜਾਂਦਾ ਹੈ। ਤਾਂ ਇਹਨਾਂ ਦੇ ਵਿੱਚ ਕੁਝ ਬਹੁਤੀ ਐਕਸਪਲੇਨੇਸ਼ਨ ਦੀ ਜ਼ਰੂਰਤ ਨਹੀਂ ਹੈ ਸਾਨੂੰ, ਬਸ ਉਹੀ ਗੱਲ ਵੀ ਟਾਈਮ ਬਚਾਉਣਾ ਹੁੰਦਾ ਸੀ ਇਹਨਾਂ ਸਵਾਲਾਂ ਦੇ ਵਿੱਚ। softwood burn quickly, the word quickly in the sentence has been used as, ਚਲੋ ਜੀ ਦੱਸੋ ਵੀ quickly ਕੀ ਆ? ਕੀ ਕੋਈ ਐਡਵਰਬ ਹੈ, ਕੀ ਉਹ ਕੋਈ ਐਡਜੈਕਟਿਵ ਹੈ, ਕੀ ਉਹ ਕੋਈ ਵਰਬ ਹੈ, ਜਾਂ ਕੀ ਉਹ ਸਾਡੇ ਕੋਲ ਇੱਕ ਨਾउन ਹੋ ਜਾਂਦਾ ਹੈ? ਸੋ ਮੈਨੂੰ ਇੱਕ ਗੱਲ ਦੱਸੋ, softwood ਸਾਡੇ ਕੋਲ ਕੀ ਹੈ? ਨਾउन ਹੈ ਜੀ। softwood ਸਾਡੇ ਕੋਲ ਕੀ ਹੈ? ਨਾउन ਹੈ। ਹੁਣ ਉਹ ਬਰਨ ਹੋ ਰਹੀਆਂ ਨੇ, ਇਹਦਾ ਮਤਲਬ ਇਹ ਮੇਰੇ ਕੋਲ ਕੀ ਹੈ? ਇੱਕ ਵਰਬ ਹੈ, ਤੇ ਵਰਬ ਨੂੰ ਡਿਸਕ੍ਰਾਈਬ ਕਰਨ ਵਾਲੇ ਵਰਡ ਕਿਹੜੇ ਹੁੰਦੇ ਨੇ? ਐਡਵਰਬ। ਸੋ ਇਹ ਆਪਣੇ ਕੋਲ ਜਿਹੜਾ ਆ ਉਹ ਇੱਕ ਐਡਵਰਬ ਹੋ ਜਾਂਦਾ ਹੈ। ਸੋ ਆਪਸ਼ਨ ਏ ਜਿਹੜਾ ਆ ਬਿਲਕੁਲ ਸਹੀ ਹੋ ਜਾਂਦਾ ਹੈ ਇਹਦੇ ਲਈ। ਸੋ ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਹਾਂ। 87th ਕੁਐਸਚਨ ਹੈ, Margery lives in Maine where they have long cold winter nights. She wants to make a fire that will not burn out easily. Which type of firewood should Margery use to make her fire? So ਕਹਿੰਦੇ ਵੀ ਉਹ ਨਾ ਠੰਡੀ ਮਤਲਬ ਬਹੁਤ ਸਰਦ ਰਾਤ ਹੈ ਤੇ ਇਹਦੇ ਵਿੱਚ ਉਹ ਚਾਹੁੰਦੀ ਹੈ ਵੀ ਉਹ ਬੇਸਿਕਲੀ she wants to make a fire that will not burn out easily ਨਾ ਹੋਵੇ। ਸੋ ਇਹਦੇ ਵਿੱਚ ਉਹਨੂੰ ਕੀ ਯੂਜ਼ ਕਰਨਾ ਚਾਹੀਦਾ? ਓਕ ਯੂਜ਼ ਕਰਨਾ ਚਾਹੀਦਾ, ਵਾਲਨਟ ਯੂਜ਼ ਕਰਨਾ ਚਾਹੀਦਾ, ਜਾਂ ਮੈਟਰਨ ਯੂਜ਼ ਕਰਨਾ ਚਾਹੀਦਾ। ਸੋ ਇਹਦੇ ਵਿੱਚ ਸਾਡੇ ਕੋਲ ਆਪਸ਼ਨ ਤਿੰਨੋਂ ਆ ਜਾਂਦੇ ਨੇ, ਕਿਉਂਕਿ ਇਹ ਤਿੰਨੋਂ ਹੀ ਜਿਹੜੀਆਂ ਨੇ ਇਹ ਤਿੰਨੋਂ ਹੀ ਸਾਡੇ ਕੋਲ ਹਾਰਡਵੁੱਡ ਦੀਆਂ ਐਗਜ਼ਾਮਪਲਸ ਨੇ, ਠੀਕ ਹੈ, ਜਿਨ੍ਹਾਂ ਨੂੰ ਜਲਦੀ ਜਲਦੀ ਅੱਗ ਨਹੀਂ ਲੱਗਦੀ। ਸੋ ਇਹ ਕੁਝ ਯਾਦ ਕਰਨ ਵਾਲੀ ਚੀਜ਼ ਨਹੀਂ ਸੀ, ਪੈਰਾਗ੍ਰਾਫ ਦੇ ਵਿੱਚ ਡਾਇਰੈਕਟਲੀ ਇਹਦੇ ਬਾਰੇ ਦੱਸਿਆ ਹੋਇਆ ਸੀ, ਉਹਦੇ ਬੇਸ ਦੇ ਉੱਤੇ ਆਨਸਰ ਹੈ ਸਾਡੇ ਕੋਲ। ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਹਾਂ ਤਾਂ ਨੈਕਸਟ ਕੁਐਸਚਨ ਸਾਡੇ ਕੋਲ ਆ ਜਾਂਦਾ ਆ, in paragraph 3 and 5 the author discuss the respective disadvantages of both softwood and hardwood. Okay, both the on its use in the passage it can be understood that the word disadvantage belong to which of the following word group? ਚਲੋ ਜੀ disadvantage ਜਿਹੜਾ ਆ ਉਹਨੂੰ ਹੋਰ ਕੀ ਕਹਿ ਸਕਦੇ ਆ, ਠੀਕ ਹੈ। ਹੁਣ ਇਹ ਬੇਸਿਕਲੀ ਪਤਾ ਜਿਹੜੀ ਵਕੈਬ ਆ ਉਹਦੇ ਵਿੱਚ ਕਿਸ ਚੀਜ਼ ਦੇ ਵਿੱਚ ਆਇਆ ਹੋਇਆ? ਸਬਸਟੀਟਿਊਟ। ਵੀ ਤੁਸੀਂ ਇਹਦੇ ਕਿਹੜੇ ਕਿਹੜੇ ਸਿਨੋਨਿਮ ਯੂਜ਼ ਕਰ ਸਕਦੇ ਹੋ? ਤੁਸੀਂ ਡਿਸਐਡਵਾਂਟੇਜ ਨੂੰ ਬੈਨੀਫਿਟ ਕਹਿ ਸਕਦੇ ਹੋ, ਪੋਜ਼ਿਟਿਵ ਕਹਿ ਸਕਦੇ ਹੋ, ਪ੍ਰੋਫਿਟ ਕਹਿ ਸਕਦੇ ਹੋ, ਨਹੀਂ ਕਹਿ ਸਕਦੇ, ਠੀਕ ਹੈ। ਤੁਸੀਂ ਡਿਸਐਡਵਾਂਟੇਜ ਨੂੰ ਟਾਈਪ ਕਾਈਂਡ ਕਹਿ ਸਕਦੇ ਹੋ, ਬਿਲਕੁਲ ਵੀ ਨਹੀਂ ਕਹਿ ਸਕਦੇ। ਇਹਨੂੰ ਅਸੀਂ ਯੂਜ਼ ਫੰਕਸ਼ਨ ਪਰਪਸ ਵੀ ਨਹੀਂ ਕਹਿ ਸਕਦੇ। ਬੇਸਿਕਲੀ ਡਿਸਐਡਵਾਂਟੇजेस ਕੀ ਹੁੰਦੀਆਂ ਨੇ? ਡਰਾਬੈਕਸ, ਕਮੀਆਂ, ਨੈਗੇਟਿਵਸ, ਇੱਕ ਨੈਗੇਟਿਵ ਪੁਆਇੰਟ ਆ, ਲੌਸਸ, ਠੀਕ ਹੈ। ਸੋ ਡੀ ਆਪਸ਼ਨ ਜਿਹੜਾ ਆ ਉਹ ਬਿਲਕੁਲ ਸਹੀ ਹੋ ਜਾਂਦਾ ਆ ਅਗਰ ਮੈਂ ਗੱਲ ਕਰਾਂ ਡਿਸਐਡਵਾਂਟੇਜ ਦੇ ਸਿਨੋਨਿਮ ਦੀ। ਸਵਾਲ 'ਚ ਕੁਝ ਵੀ ਨਹੀਂ ਸੀ, ਪਰ ਸਟੇਟਮੈਂਟ ਇੰਨੀ ਵੱਡੀ ਦੇਤੀ ਕਿ ਕਈ ਵਾਰ ਹੋ ਸਕਦਾ ਕਿ ਸ਼ਾਇਦ ਸਵਾਲ ਹੀ ਸਮਝ ਨਾ ਆਵੇ, ਠੀਕ ਹੈ। ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈ ਜੀ ਸਾਡਾ 89th, ਜਿਹਦੇ ਵਿੱਚ ਗੱਲ ਕੀਤੀ ਹੋਈ ਹੈ, in the final sentence of the passage the author writes this ensures that the wood is completely dry. The purpose of this sentence is to, so ਕਹਿੰਦੇ ਵੀ ਇਨਸ਼ੋਰ ਕਰਦਾ ਕਿ ਜਿਹੜੀ ਲੱਕੜ ਆ ਉਹ ਕੰਪਲੀਟਲੀ ਡਰਾਈ ਹੈ। ਕੀ ਇਹ ਕੋਈ ਕੰਟਰਾਸਟ ਦੱਸ ਰਿਹਾ? ਹੁਣ ਕੰਟਰਾਸਟ ਕੀ ਹੁੰਦਾ? ਅਗਰ ਮੈਂ ਇਹ ਕਹਾਂ ਕਿ ਮੇਰੇ ਕੋਲ ਇੱਕ ਬਲੈਕ ਹੈ, ਫਿਰ ਉਹਦਾ ਕੰਟਰਾਸਟ ਕੀ ਹੋਊਗਾ? ਇੱਕ ਵਾਈਟ। ਤਾਂ ਕਈ ਵਾਰ ਸਾਡੇ ਜਿਹੜੇ ਸੈਂਟੈਂਸ ਹੁੰਦੇ ਨੇ ਉਹਦੇ ਵਿੱਚ ਕੀ ਹੁੰਦਾ ਕਿ ਕੰਟਰਾਸਟ ਲੈ ਕੇ ਚੱਲਦੇ ਆ, ਉਹ ਚੰਗੇ ਪਰ ਉਹ ਮਾੜਾ ਹੈ। ਮੈਨੂੰ ਇਸ ਲਾਈਨ 'ਚ ਇਹੋ ਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ, ਸੋ ਇੱਕ ਕੰਟਰਾਸਟ ਬਿਲਕੁਲ ਨਹੀਂ ਹੈ। ਪ੍ਰੋਵਾਈਡ ਐਨ ਐਗਜ਼ਾਮਪਲ, ਬਈ ਇੱਥੇ ਕੋਈ ਐਗਜ਼ਾਮਪਲ ਪ੍ਰੋਵਾਈਡ ਕੀਤੀ ਗਈ ਹੈ? ਨਹੀਂ, ਮੈਨੂੰ ਤਾਂ ਨਹੀਂ ਦਿਖ ਰਿਹਾ। ਕੀ ਇਹਦੇ ਵਿੱਚ ਕੋਈ ਰੀਜ਼ਨ ਦੱਸਿਆ ਹੋਇਆ? ਯੈਸ,
ਇਹ ਰੀਜ਼ਨ ਹੋ ਸਕਦਾ, ਬਿਲਕੁਲ ਰੀਜ਼ਨ ਹੈ ਕਿ ਇਹ ਇਸ ਗੱਲ ਨੂੰ ਜਿਹੜਾ ਆ ਇਨਸ਼ੋਰ ਕਰ ਰਿਹਾ ਕਿ ਜਿਹੜੀ ਲੱਕੜ ਆ ਉਹ ਬਿਲਕੁਲ ਡਰਾਈ ਹੈ। ਇਹਦਾ ਮਤਲਬ ਕਿਸੇ ਇਸ ਤੋਂ ਪਹਿਲਾਂ ਕੋਈ ਸਟੇਟਮੈਂਟ ਹੋਣੀ ਆ, ਠੀਕ ਹੈ, ਵੀ ਲੱਕੜ ਨੂੰ ਬਹੁਤ ਛੇਤੀ ਅੱਗ ਲੱਗ ਗਈ ਜਿਹਦੇ ਤੋਂ ਇਹ ਪਤਾ ਲੱਗਦਾ ਕਿ ਲੱਕੜ ਬਿਲਕੁਲ ਡਰਾਈ ਆ। ਤਾਂ ਇਹ ਕਿਸੇ ਚੀਜ਼ ਦਾ ਕੀ ਹੋ ਸਕਦਾ ਆ, ਰੀਜ਼ਨ ਹੋ ਸਕਦਾ। ਅੱਗੇ ਜੇ ਗੱਲ ਕਰਾਂ ਇੰਟਰੋਡਿਊਸ ਐਨ ਆਈਡੀਆ, ਬਈ ਆਈਡੀਆ ਥੋੜੀ ਨਾ ਇੰਟਰੋਡਿਊਸ ਕਰ ਰਿਹਾ, ਆਈਡੀਆ ਥੋੜੀ ਨਾ ਇੰਟਰੋਡਿਊਸ ਕਰ ਰਿਹਾ, ਇਹ ਤਾਂ ਸਾਨੂੰ ਇੱਕ ਰੀਜ਼ਨ ਦੇ ਰਿਹਾ। ਸੋ ਨੈਕਸਟ ਕੁਐਸਚਨ ਵੱਲ ਪ੍ਰੋਸੀਡ ਕਰਦੇ ਹਾਂ, ਜੋ ਕਿ ਲਾਸਟ ਸਵਾਲ ਆ ਜਾਂਦਾ ਸਾਡਾ। as used in paragraph 1 the word consider most nearly means, so consider ਦਾ ਮਤਲਬ ਕੀ ਹੁੰਦਾ ਆ ਬਈ, ਬਹੁਤ ਈਜ਼ੀ ਹੈ। ਸੋ consider ਨੂੰ ਕੀ ਕਵਾਂਗੇ, purchase ਕਵਾਂਗੇ, decide upon ਕਵਾਂਗੇ, look closely at ਕਵਾਂਗੇ, ਜਾਂ think carefully about। ਸੋ think carefully about ਜਦੋਂ ਅਸੀਂ ਕਹਿੰਦੇ ਆ ਕਿ ਬਈ ਇਸ ਪੁਆਇੰਟ ਨੂੰ ਦੇਖੋ, ਕੰਸੀਡਰ ਕਰੋ, ਇਸ ਪੁਆਇੰਟ ਨੂੰ ਜਾਂ ਇਸ ਗੱਲ ਦੇ ਉੱਤੇ ਧਿਆਨ ਦਿਓ, ਤਾਂ ਕੰਸੀਡਰ ਕਰਨਾ ਆਪਣੇ ਆਪ ਦੇ ਵਿੱਚ ਕੀ ਹੁੰਦਾ ਕਿ ਕਿਸੇ ਚੀਜ਼ ਨੂੰ ਬੜੇ ਧਿਆਨ ਨਾਲ ਸੁਣਨਾ, ਸਮਝਣਾ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਸਾਡੀ ਇੰਗਲਿਸ਼ ਹੈ ਉਹਦੇ 30 ਸਵਾਲਾਂ ਨੂੰ ਡਿਸਕਸ ਕੀਤਾ। ਜੇ ਦੇਖਿਆ ਜਾਵੇ ਟੈਟ 2 ਦੇ ਵਿੱਚ ਜੋ ਇੰਗਲਿਸ਼ ਦਾ ਪੱਧਰ ਸੀਗਾ ਈਜ਼ੀ ਟੂ ਮੋਡਰੇਟ ਲੈਵਲ ਸੀ, ਠੀਕ ਹੈ, ਕਿਸੇ ਨੂੰ ਔਖਾ ਲੱਗ ਸਕਦਾ, ਡਿਪੈਂਡ ਕਰਦਾ ਕਿ ਭਾਸ਼ਾ ਦੇ ਉੱਤੇ ਤੁਹਾਡੀ ਕਮਾਂਡ ਕੀ ਹੈ। ਸੋ ਇਸ ਤੇ ਕਮਾਂਡ ਨੂੰ ਹੋਰ ਪੁਖਤਾ ਕਰਨ ਲਈ ਅਸੀਂ ਆਪਣਾ ਫੁੱਲ ਫਲੇਜ ਜਿਹੜਾ ਕੋਰਸ ਹੈ ਉਹ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਇੰਗਲਿਸ਼, ਪੰਜਾਬੀ, ਪੈਡਾਗੋਜੀ ਐਂਡ ਬਾਕੀ ਸਾਰੇ ਜਿਹੜੇ ਸਾਡੇ ਸਬਜੈਕਟ ਨੇ, ਮੈਥ, ਸਾਇੰਸ, SST, ਉਹਨਾਂ ਦੇ ਕੱਲੇ ਕਨਸੈਪਟ ਨੂੰ ਚੈਪਟਰ ਵਾਈਜ਼ ਕਲੀਅਰ ਕਰਾਂਗੇ ਐਂਡ ਉਹਨਾਂ ਦੇ ਬੇਸਿਸ ਦੇ ਉੱਤੇ ਅਸੀਂ ਨਾਲ ਨਾਲ ਸਾਡੇ MCQs ਨੂੰ ਵੀ ਕਵਰ ਕਰਦੇ ਰਵਾਂਗੇ, ਤਾਂ ਕਿ ਸਾਡੀ ਜਿਹੜੀ ਕਨਸੈਪਚੁਅਲ ਨੌਲੇਜ ਹੈ, ਠੀਕ ਹੈ, ਉਹ ਚੀਜ਼ ਸਾਡੀ ਪੈਰਲਲ ਪੁਖਤਾ ਹੁੰਦੀ ਜਾਵੇ। ਸੋ ਹੋਪਫੁਲੀ ਕਿ ਬਾਕੀ ਵੀਡੀਓਜ਼ ਦੀ ਤਰ੍ਹਾਂ ਇਹ ਵਾਲੀ ਵੀਡੀਓ ਵੀ ਜਿਹੜੀ ਆ ਉਹ ਹੈਲਪਫੁਲ ਰਹੀ ਹੋਊਗੀ, ਬੋਰਿੰਗ ਬਿਲਕੁਲ ਨਹੀਂ ਰਹੀ ਹੋਊਗੀ। ਸੋ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ। ਕਿਸੇ ਵੀ ਤਰ੍ਹਾਂ ਦੀ ਕੁਐਰੀ ਦੇ ਨਾਲ ਨੀਚੇ ਫਲੈਸ਼ ਹੋ ਰਹੇ ਨੰਬਰਸ ਜਿਹੜੇ ਨੇਗੇ ਸਾਡੇ ਕੋਲ ਸਾਈਡ ਤੇ ਫਲੈਸ਼ ਹੋ ਰਹੇ ਨੇ, ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਨੰਬਰ ਦਿੱਤੇ ਹੋਏ ਨੇ, ਤੁਸੀਂ ਉਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੀ ਕੁਐਰੀਜ਼ ਜਿਹੜੀਆਂ ਨੇ ਉਹ ਦੱਸ ਸਕਦੇ ਹੋ, ਕਲੀਅਰ ਕਰ ਸਕਦੇ ਹੋ ਆਪਣੇ ਪੁਆਇੰਟਸ। ਸੋ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ। ਅਸੀਂ ਹੋਰ ਤੁਹਾਡੇ ਲਈ ਹੋਰ ਵੀ ਹੈਲਪਫੁਲ ਵੀਡੀਓ ਜਿਹੜੀਆਂ ਨੇ ਉਹ ਲੈ ਕੇ ਟਾਈਮ ਟੂ ਟਾਈਮ ਤੁਹਾਡੇ ਕੋਲ ਹਾਜ਼ਰ ਹੁੰਦੇ ਰਹਾਂਗੇ। ਸੋ ਅੱਜ ਲਈ ਇੰਨਾ ਹੀ ਬਹੁਤ ਹੈ ਜੀ, ਧੰਨਵਾਦ।